ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਮਾਤ 12ਵੀਂ ਵਿਸ਼ਾ ਕੰਪਿਊਟਰ ਸਾਇੰਸ ਟਰਮ 2 ਦੇ ਅਨੁਸਾਰ ਪਾਰਟ 1 ਤੋਂ 9 ਤੱਕ ਦੇ ਮਹੱਤਵਪੂਰਨ 1-1 ਅੰਕਾਂ ਵਾਲੇ ਪ੍ਰਸ਼ਨ, 4-4 ਅੰਕਾਂ ਵਾਲੇ ਪ੍ਰਸ਼ਨ ਅਤੇ 6-6 ਅੰਕਾਂ ਵਾਲੇ ਪ੍ਰਸ਼ਨਾਂ ਉੱਤਰਾਂ ਦੀ ਦੁਹਰਾਈ ਲੈ ਕੇ ਹਾਜ਼ਰ ਹੋਏ ਹਾਂ। ਸੋ ਆਓ ਅਸੀਂ ਹੁਣ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਪਾਰਟ 1 ਤੋਂ ਪਾਰਟ 9 ਤੱਕ ਅੰਕਾਂ ਦੀ ਵੰਡ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕੁੱਲ ਅੰਕ। ਸੋ ਕੁੱਲ ਅੰਕ ਵਿੱਚ ਦਰਸਾਇਆ ਗਿਆ ਹੈ ਕਿ ਹਰੇਕ ਪਾਰਟ ਦੇ ਅਨੁਸਾਰ ਅੰਕਾਂ ਦੀ 50 ਅੰਕਾਂ ਦੀ ਵੰਡ ਕਿਸ ਤਰ੍ਹਾਂ ਕੀਤੀ ਗਈ ਹੈ। ਉਸ ਤੋਂ ਬਾਅਦ 1-1 ਅੰਕ ਵਾਲੇ ਪ੍ਰਸ਼ਨ ਕਿਸ ਪਾਰਟ ਚੋਂ ਕਿੰਨੇ ਨੰਬਰ ਦੇ ਆਉਣਗੇ। ਉਸੇ ਤਰ੍ਹਾਂ ਦੇ ਨਾਲ ਜੇਕਰ ਅਸੀਂ ਗੱਲ ਕਰੀਏ 4-4 ਅੰਕਾਂ ਵਾਲੇ ਛੋਟੇ ਪ੍ਰਸ਼ਨ, ਸੋ ਇਹ ਪ੍ਰਸ਼ਨ ਸਾਨੂੰ ਪਾਰਟ ਨੰਬਰ 1, 2, 4, 6, 7 ਪਾਠਾਂ ਵਿੱਚੋਂ ਆਉਣਗੇ। ਸੋ ਇਹਨਾਂ ਵਿੱਚ ਪਾਰਟ 1 ਅਤੇ ਪਾਰਟ 7 ਵਿੱਚੋਂ ਸਾਨੂੰ 2 ਕੁਐਸਚਨ, 1 ਕੁਐਸਚਨ ਚੋਇਸ ਦੇ ਤੌਰ ਤੇ ਆਵੇਗਾ। ਉਸੇ ਤਰ੍ਹਾਂ ਦੇ ਨਾਲ ਜੇਕਰ ਅਸੀਂ 6-6 ਅੰਕਾਂ ਵਾਲੇ ਪ੍ਰਸ਼ਨਾਂ ਦੀ ਗੱਲ ਕਰੀਏ, ਜਿਹੜੇ 6-6 ਅੰਕਾਂ ਵਾਲੇ ਸਾਡੇ ਕੋਲ ਵੱਡੇ ਪ੍ਰਸ਼ਨ ਹੈ, ਇਹ ਸਾਨੂੰ ਪਾਰਟ ਨੰਬਰ 3 ਕੰਪਿਊਟਰ ਨੈਟਵਰਕ ਅਤੇ ਪਾਰਟ ਨੰਬਰ 4 ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਐਕਸਪਰਟ ਸਿਸਟਮ, ਇਹ ਦੋਨਾਂ ਪਾਠਾਂ ਵਿੱਚੋਂ 2-2 ਪ੍ਰਸ਼ਨ ਆਉਣਗੇ। ਸੋ ਹਰੇਕ ਕੁਐਸਚਨ ਦਾ ਇੱਕ ਵਿਕਲਪ ਜਾਂ ਚੋਇਸ ਦੇ ਤੌਰ ਤੇ ਪ੍ਰਸ਼ਨ ਦਿੱਤਾ ਹੋਏਗਾ, ਜਿਸ ਵਿੱਚ ਸਾਨੂੰ ਇੱਕ ਕੁਐਸਚਨ ਕਰਨਾ ਹੋਵੇਗਾ। ਇਸ ਤਰ੍ਹਾਂ ਦੇ ਨਾਲ ਅਸੀਂ ਪਾਠ ਅਨੁਸਾਰ ਅੰਕਾਂ ਦੀ ਵੰਡ ਵੇਖ ਸਕਦੇ ਹਾਂ, ਤੇ ਇਸੇ ਤਰ੍ਹਾਂ ਨਾਲ ਅਸੀਂ ਪੜ੍ਹਾਈ ਕਰ ਸਕਦੇ ਹਾਂ। ਸੋ ਆਓ ਅਸੀਂ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਬਹੁ ਪਸੰਦੀ ਪ੍ਰਸ਼ਨ। ਸੋ ਇਹ ਅੰਕ ਸਾਡੇ ਕੋਲ 1-1 ਅੰਕ ਦੇ ਹੋਣਗੇ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਡੈਸ਼ ਵਰਡ ਪ੍ਰੋਸੈਸਰ ਸੌਫਟਵੇਅਰ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ MS ਵਿੰਡੋ, MS ਐਕਸਲ, MS ਪਾਵਰਪੁਆਇੰਟ, MS ਵਰਡ। ਸਾਡੇ ਕੋਲ ਇਹਦਾ ਸਹੀ ਉੱਤਰ ਹੈ MS ਵਰਡ ਇੱਕ ਵਰਡ ਪ੍ਰੋਸੈਸਰ ਸੌਫਟਵੇਅਰ ਹੈ। ਉਸ ਤੋਂ ਬਾਅਦ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਸਪੈਲਿੰਗ ਅਤੇ ਗ੍ਰਾਮਰ ਦੀ ਜਾਂਚ ਕਰਨ ਲਈ ਡੈਸ਼ ਕੀ ਵਰਤੀ ਜਾਂਦੀ ਹੈ, ਅਤੇ ਸਾਡੇ ਕੋਲ ਇਸਦੇ ਆਪਸ਼ਨ ਹੈ Ctrl+F7, Alt+F7, F7 ਜਾਂ Shift+F7। ਸਾਡੇ ਕੋਲ ਸਹੀ ਉੱਤਰ ਹੈ ਸਪੈਲਿੰਗ ਅਤੇ ਗ੍ਰਾਮਰ ਦੀ ਜਾਂਚ ਕਰਨ ਲਈ F7 ਕੀ ਵਰਤੀ ਜਾਂਦੀ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ MS ਵਰਡ ਵਿੱਚ ਡੈਸ਼ ਆਪਸ਼ਨ ਪੇਜ ਦੇ ਢਾਂਚੇ ਅਤੇ ਲੇਆਊਟ ਨੂੰ ਬਦਲਦਾ ਹੈ। ਅੱਜ ਸਾਡੇ ਕੋਲ ਇਹਦੇ ਆਪਸ਼ਨ ਹੈ ਫਾਰਮੈਟ, ਪ੍ਰਿੰਟ ਐਂਡ ਪ੍ਰਿੰਟ ਪ੍ਰੀਵਿਊ, ਪੇਜ ਸੈਟਅਪ ਜਾਂ ਪ੍ਰੂਫਿੰਗ। ਸਾਡੇ ਕੋਲ ਇਹਦਾ ਸਹੀ ਉੱਤਰ ਹੈ MS ਵਰਡ ਵਿੱਚ ਪੇਜ ਸੈਟਅਪ ਆਪਸ਼ਨ ਪੇਜ ਦੇ ਢਾਂਚੇ ਅਤੇ ਲੇਆਊਟ ਨੂੰ ਬਦਲਦਾ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਡੈਸ਼ ਇੱਕ ਇਲੈਕਟ੍ਰੋਨਿਕ ਸਪਰੈਡਸ਼ੀਟ ਸੌਫਟਵੇਅਰ ਹੈ ਜੋ ਸਵੈ ਚਾਲਿਤ ਗਣਨਾ ਲਈ ਵਰਤਿਆ ਜਾਂਦਾ ਹੈ। ਅੱਜ ਸਾਡੇ ਕੋਲ ਦੇ ਆਪਸ਼ਨ ਹੈ MS ਵਿੰਡੋ, MS ਐਕਸਲ, MS ਪਾਵਰਪੁਆਇੰਟ ਜਾਂ MS ਵਰਡ। ਤਾਂ ਸਾਡੇ ਕੋਲ ਜੋ ਸਹੀ ਉੱਤਰ ਹੈ MS ਐਕਸਲ ਇੱਕ ਇਲੈਕਟ੍ਰੋਨਿਕ ਸਪਰੈਡਸ਼ੀਟ ਸੌਫਟਵੇਅਰ ਹੈ ਜੋ ਸਵੈ ਚਾਲਿਤ ਗਣਨਾ ਲਈ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਡੈਸ਼ ਫੌਂਟ ਸਟਾਈਲ, ਆਕਾਰ, ਰੰਗ, ਬੋਲਡ, ਇਟੈਲਿਕ, ਅੰਡਰਲਾਈਨ ਅਤੇ ਹੋਰ ਸੰਬੰਧਿਤ ਮਾਪਦੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਫਾਰਮੈਟਿੰਗ ਫੌਂਟ ਸਟਾਈਲ, ਆਕਾਰ, ਰੰਗ, ਬੋਲਡ, ਇਟੈਲਿਕ, ਅੰਡਰਲਾਈਨ ਅਤੇ ਹੋਰ ਸੰਬੰਧਿਤ ਮਾਪਦੰਡਾਂ ਨੂੰ ਬਦਲਣ ਦਾ ਹਵਾਲਾ ਦਿੰਦਾ ਹੈ। ਅੱਗੇ ਸਾਡੇ ਕੋਲ 6ਵਾਂ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਸਟੇਟਮੈਂਟ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਫॉर, ਬ੍ਰੇਕ, ਇਫ ਜਾਂ ਵਾਈਲ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਹੇਠ ਲਿਖਿਆਂ ਵਿੱਚੋਂ ਇਫ ਸਟੇਟਮੈਂਟ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ। 7ਵਾਂ ਪ੍ਰਸ਼ਨ ਹੈ ਸਵਿਚ ਕੇਸ ਡੈਸ਼ ਤਰ੍ਹਾਂ ਦੀ ਸਟੇਟਮੈਂਟ ਹੁੰਦੀ ਹੈ। ਸਾਡੇ ਕੋਲ ਜੋ ਆਪਸ਼ਨ ਹੈ ਇਫ ਐਲਸ, ਇਫ ਐਲਸ ਇਫ, ਬ੍ਰੇਕ ਜਾਂ ਗੋ ਟੂ। ਸਾਡੇ ਕੋਲ ਸਹੀ ਉੱਤਰ ਹੈ ਸਵਿਚ ਕੇਸ ਇਫ ਐਲਸ ਇਫ ਤਰ੍ਹਾਂ ਦੀ ਸਟੇਟਮੈਂਟ ਹੁੰਦੀ ਹੈ। 8ਵਾਂ ਪ੍ਰਸ਼ਨ ਹੈ ਸਵਿਚ ਸਟੇਟਮੈਂਟ ਵਿੱਚ ਡੈਸ਼ ਕੇਸ ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ। ਸਾਡੇ ਕੋਲ ਆਪਸ਼ਨ ਹੈ ਕੰਟੀਨਿਊ, ਗੋ ਟੂ, ਇਫ ਜਾਂ ਬ੍ਰੇਕ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਸਵਿਚ ਸਟੇਟਮੈਂਟ ਵਿੱਚ ਬ੍ਰੇਕ ਕੇਸ ਨੂੰ ਖਤਮ ਕਰਨ ਲਈ ਵਰਤੀ ਜਾਂਦੀ ਹੈ। ਅੱਗੇ ਸਾਡੇ ਕੋਲ 9ਵਾਂ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਪੋਸਟ ਟੈਸਟ ਲੂਪ ਦੀ ਉਦਾਹਰਣ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਫॉर, ਵਾਈਲ, ਡੂ ਵਾਈਲ ਜਾਂ ਕੰਟੀਨਿਊ। ਸੋ ਇਸ ਦਾ ਸਹੀ ਉੱਤਰ ਹੈ ਹੇਠ ਲਿਖਿਆਂ ਵਿੱਚੋਂ ਡੂ ਵਾਈਲ ਪੋਸਟ ਲੂਪ ਦੀ ਉਦਾਹਰਣ ਹੈ। 10ਵਾਂ ਸਾਡੇ ਕੋਲ ਪ੍ਰਸ਼ਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਜੰਪਿੰਗ ਸਟੇਟਮੈਂਟ ਨਹੀਂ ਹੈ। ਸਾਡੇ ਕੋਲ ਜੋ ਆਪਸ਼ਨ ਹੈ ਵਾਈਲ, ਕੰਟੀਨਿਊ, ਗੋ ਟੂ ਜਾਂ ਬ੍ਰੇਕ। ਇਸ ਦਾ ਸਹੀ ਉੱਤਰ ਹੈ ਹੇਠ ਲਿਖਿਆਂ ਵਿੱਚੋਂ ਵਾਈਲ ਜੰਪਿੰਗ ਸਟੇਟਮੈਂਟ ਨਹੀਂ ਹੈ। ਅੱਗੇ ਸਾਡੇ ਕੋਲ 11ਵਾਂ ਪ੍ਰਸ਼ਨ ਹੈ ਇੱਕ ਕੰਪਿਊਟਰ ਡੈਸ਼ ਕੰਪਿਊਟਰਾਂ ਦਾ ਸਮੂਹ ਹੈ ਜੋ ਇਕੱਠੇ ਜੁੜੇ ਹੋਏ ਹਨ। ਸਾਡੇ ਕੋਲ ਜੋ ਆਪਸ਼ਨ ਹੈ ਨੈਟਵਰਕ,
ਸਿਸਟਮ, ਪ੍ਰੋਟੋਕੋਲ ਜਾਂ ਇੰਟਰਨੈਟ। ਅਤੇ ਇਸ ਦਾ ਸਹੀ ਉੱਤਰ ਹੈ ਇੱਕ ਕੰਪਿਊਟਰ। ਸਿਸਟਮ ਕੰਪਿਊਟਰਾਂ ਦਾ ਸਮੂਹ ਹੈ ਜੋ ਇਕੱਠੇ ਜੁੜੇ ਹੋਏ ਹਨ। 12ਵਾਂ ਪ੍ਰਸ਼ਨ ਹੈ, ਡੈਸ਼ ਅਸਲ ਵਿੱਚ ਮਲਟੀਪੋਰਟ ਰਿਪੀਟਰ ਹੈ ਅਤੇ ਇਸ ਦੇ ਆਪਸ਼ਨ ਨੇ ਹਬ, ਸਵਿਚ, ਰਾਊਟਰ ਜਾਂ ਬ੍ਰਿਜ। ਤਾਂ ਸਾਡੇ ਕੋਲ ਸਹੀ ਉੱਤਰ ਹੈ ਰਾਊਟਰ ਅਸਲ ਵਿੱਚ ਮਲਟੀਪੋਰਟ ਰਿਪੀਟਰ ਹੈ। ਅੱਗੇ 13ਵਾਂ ਪ੍ਰਸ਼ਨ ਹੈ, ਡੈਸ਼ ਇੱਕ 2 ਪੋਰਟ ਉਪਕਰਨ ਹੈ। ਸਾਡੇ ਕੋਲ ਜੋ ਆਪਸ਼ਨ ਨੇ ਹਬ, ਸਵਿਚ, ਰਾਊਟਰ ਜਾਂ ਬ੍ਰਿਜ। ਸਾਡੇ ਕੋਲ ਸਹੀ ਉੱਤਰ ਹੈ ਬ੍ਰਿਜ ਇੱਕ 2 ਪੋਰਟ ਉਪਕਰਨ ਹੈ। ਅੱਗੇ ਸਾਡੇ ਕੋਲ 14ਵਾਂ ਪ੍ਰਸ਼ਨ ਹੈ, ਵਾਈਫਾਈ ਦਾ ਅਰਥ ਹੈ ਡੈਸ਼। ਸਾਡੇ ਕੋਲ ਜੋ ਆਪਸ਼ਨ ਹੈ ਵਾਇਰਲੈਸ ਫੀਲਡ, ਵਾਇਰਲੈਸ ਫਾਈਡੈਲਿਟੀ, ਵਾਇਰ ਫਾਇਰ ਜਾਂ ਵਾਇਰ ਫਿਡੈਲਿਟੀ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਵਾਈਫਾਈ ਦਾ ਅਰਥ ਹੈ ਵਾਇਰਲੈਸ ਫਾਈਡੈਲਿਟੀ। ਅੱਗੇ ਸਾਡੇ ਕੋਲ 5ਵਾਂ ਪ੍ਰਸ਼ਨ ਹੈ, ਡੈਸ਼ ਇੱਕ ਬ੍ਰਿਜ ਅਤੇ ਰਾਊਟਰ ਦਾ ਸੁਮੇਲ ਹੈ ਅਤੇ ਸਾਡੇ ਕੋਲ ਜੋ ਆਪਸ਼ਨ ਹੈ ਸਵਿਚ, ਬ੍ਰਿਜ, ਹਬ ਜਾਂ ਬਰਾਊਟਰ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਬਰਾਊਟਰ ਇੱਕ ਬ੍ਰਿਜ ਅਤੇ ਰਾਊਟਰ ਦਾ ਸੁਮੇਲ ਹੈ। ਅੱਗੇ ਸਾਡੇ ਕੋਲ 16ਵਾਂ ਪ੍ਰਸ਼ਨ ਹੈ, ਇਨਫੋਰਮੇਸ਼ਨ ਟੈਕਨੋਲੋਜੀ ਇੱਕ ਅਜਿਹਾ ਖੇਤਰ ਹੈ ਜਿਸ ਦੇ ਤਹਿਤ ਕੰਪਿਊਟਰ ਜਾਂ ਹੋਰ ਭੌਤਿਕ ਉਪਕਰਨਾਂ ਦੀ ਵਰਤੋਂ ਇਲੈਕਟ੍ਰੋਨਿਕ ਡਾਟਾ ਨੂੰ ਬਣਾਉਣ, ਡੈਸ਼, ਸੁਰੱਖਿਅਤ ਕਰਨ ਅਤੇ ਆਦਾਨ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਤਾਂ ਸਾਡੇ ਕੋਲ ਜੋ ਆਪਸ਼ਨ ਹੈ ਐਕਸੈਸ ਕਰਨ, ਪ੍ਰਕਿਰਿਆ ਕਰਨ, ਪਰਿਭਾਸ਼ਿਤ ਕਰਨ ਜਾਂ ਸੇਵ ਕਰਨ। ਸਾਡੇ ਕੋਲ ਦਾ ਸਹੀ ਉੱਤਰ ਹੈ ਇਨਫੋਰਮੇਸ਼ਨ ਟੈਕਨੋਲੋਜੀ ਇੱਕ ਅਜਿਹਾ ਖੇਤਰ ਹੈ ਜਿਸ ਦੇ ਤਹਿਤ ਕੰਪਿਊਟਰ ਜਾਂ ਹੋਰ ਭੌਤਿਕ ਉਪਕਰਨ ਦੀ ਵਰਤੋਂ ਇਲੈਕਟ੍ਰੋਨਿਕ ਡਾਟਾ ਨੂੰ ਬਣਾਉਣ, ਪ੍ਰਕਿਰਿਆ ਕਰਨ, ਸੁਰੱਖਿਅਤ ਕਰਨ ਅਤੇ ਆਦਾਨ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। 17ਵਾਂ ਸਾਡੇ ਕੋਲ ਪ੍ਰਸ਼ਨ ਹੈ, ਆਨਲਾਈਨ ਸਿੱਖਿਆ ਸੇਵਾਵਾਂ ਦੀ ਸ਼ੁਰੂਆਤ ਦੇ ਨਾਲ ਵਿਦਿਆਰਥੀ ਡੈਸ਼ ਦੀ ਵਰਤੋਂ ਕਰਕੇ ਕਿਸੇ ਵੀ ਥਾਂ ਤੇ ਸਿੱਖ ਸਕਦੇ ਹਨ। ਸਾਡੇ ਕੋਲ ਜੋ ਆਪਸ਼ਨ ਹੈ ਇੰਟਰਨੈਟ, ਬਿਜਲੀ, 5G ਟੈਕਨੋਲੋਜੀ ਜਾਂ ਈਮੇਲ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਆਨਲਾਈਨ ਸਿੱਖਿਆ ਸੇਵਾਵਾਂ ਦੀ ਸ਼ੁਰੂਆਤ ਦੇ ਨਾਲ ਵਿਦਿਆਰਥੀ ਇੰਟਰਨੈਟ ਦੀ ਵਰਤੋਂ ਕਰਕੇ ਕਿਸੇ ਵੀ ਥਾਂ ਤੇ ਬੈਠ ਕੇ ਸਿੱਖ ਸਕਦੇ ਹਨ। ਅੱਗੇ ਸਾਡੇ ਕੋਲ 18ਵਾਂ ਪ੍ਰਸ਼ਨ ਹੈ, ਐਂਡਰੋਇਡ ਆਪਰੇਟਿੰਗ ਸਿਸਟਮ ਇੱਕ ਡੈਸ਼ ਆਪਰੇਟਿੰਗ ਸਿਸਟਮ ਹੈ। ਸਾਡੇ ਕੋਲ ਜੋ ਆਪਸ਼ਨ ਹੈ ਕੰਪਿਊਟਰ, ਮੋਬਾਈਲ, ਤਕਨੀਕ ਜਾਂ ਵਰਚੁਅਲ ਰਿਐਲਿਟੀ। ਤਾਂ ਇਸਦਾ ਸਹੀ ਉੱਤਰ ਹੈ ਐਂਡਰੋਇਡ ਆਪਰੇਟਿੰਗ ਸਿਸਟਮ ਇੱਕ ਮੋਬਾਈਲ ਆਪਰੇਟਿੰਗ ਸਿਸਟਮ ਹੈ। 19ਵਾਂ ਪ੍ਰਸ਼ਨ ਹੈ, ਕਲਾਊਡ ਕੰਪਿਊਟਿੰਗ ਇੱਕ ਕਿਸਮ ਦੀ ਡੈਸ਼ ਆਧਾਰਿਤ ਕੰਪਿਊਟਰ ਤਕਨੀਕ ਹੈ। ਸਾਡੇ ਕੋਲ ਜੇ ਉੱਤੇ ਆਪਸ਼ਨ ਹੈ ਬਿਗ ਡਾਟਾ, ਇੰਟਰਨੈਟ, IoT ਜਾਂ ਬਲੂਟੁੱਥ। ਇਸਦਾ ਸਹੀ ਉੱਤਰ ਹੈ ਕਲਾਊਡ ਕੰਪਿਊਟਿੰਗ ਇੱਕ ਕਿਸਮ ਦੀ ਇੰਟਰਨੈਟ ਆਧਾਰਿਤ ਕੰਪਿਊਟਰ ਤਕਨੀਕ ਹੈ। ਅੱਗੇ ਸਾਡੇ ਕੋਲ 20ਵਾਂ ਪ੍ਰਸ਼ਨ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਧਾਰਨਾ ਕਿਸ ਨੇ ਲਿਆਂਦੀ ਅਤੇ ਇਸ ਦੇ ਆਪਸ਼ਨ ਨੇ ਵਿਕਟਰ ਐਲਿਸ, ਮਾਰਵਿਨ ਮਿਨਸਕੀ, ਐਲਨ ਟਿਊਰਿੰਗ ਜਾਂ ਜੌਨ ਮੈਕਾਰਥੀ। ਸੋ ਇਸਦਾ ਸਹੀ ਉੱਤਰ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਧਾਰਨਾ ਜੌਨ ਮੈਕਾਰਥੀ ਨੇ ਲਿਆਂਦੀ। ਅੱਗੇ 21ਵਾਂ ਪ੍ਰਸ਼ਨ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕਿਹੜੀ ਕਿਸਮ ਇਕਹਰੀਆਂ ਯੋਗਤਾਵਾਂ ਤੇ ਕੇਂਦਰਿਤ ਹੈ ਅਤੇ ਇੱਕ ਖਾਸ ਕਾਰਜ ਕਰਦੀ ਹੈ ਅਤੇ ਇਸ ਦੇ ਆਪਸ਼ਨ ਹੈ ਸੁਪਰ AI, ਨੈਰੋ AI, ਜਨਰਲ AI ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਸ ਦਾ ਸਹੀ ਉੱਤਰ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਨੈਰੋ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਸਮ ਇਕਹਰੀਆਂ ਯੋਗਤਾਵਾਂ ਤੇ ਕੇਂਦਰਿਤ ਹੈ ਅਤੇ ਖਾਸ ਕਾਰਜ ਕਰਦੀ ਹੈ। 22ਵਾਂ ਸਾਡੇ ਕੋਲ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਸ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਸਮ ਵਿੱਚ ਡਾਟਾ ਸਟੋਰ ਕਰਨ ਦੀ ਸਮਰੱਥਾ ਨਹੀਂ ਹੈ। ਸੋ ਇਸ ਦਾ ਆਪਸ਼ਨ ਹੈ ਲਿਮਟਿਡ ਮੈਮਰੀ, ਰਿਐਕਟਿਵ ਮਸ਼ੀਨਾਂ, ਦਿਮਾਗ ਦੀਆਂ ਗੱਲਾਂ ਜਾਂ ਸਵੈ ਜਾਗਰੂਕਤਾ। ਸੋ ਇਸ ਦਾ ਸਹੀ ਉੱਤਰ ਹੈ ਇਹਨਾਂ ਵਿੱਚੋਂ ਰਿਐਕਟਿਵ ਮਸ਼ੀਨਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਸਮ ਵਿੱਚ ਡਾਟਾ ਸਟੋਰ ਕਰਨ ਦੀ ਸਮਰੱਥਾ ਨਹੀਂ ਹੈ। ਅੱਗੇ ਸਾਡੇ ਕੋਲ 23ਵਾਂ ਪ੍ਰਸ਼ਨ ਹੈ, ਕੁਦਰਤੀ ਭਾਸ਼ਾ ਨੂੰ ਕੰਪਿਊਟਰ ਦੇ ਸਮਝਣਯੋਗ ਰੂਪ ਵਿੱਚ ਬਦਲਣਾ ਕੀ ਅਖਵਾਉਂਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਇੰਟਰੂਸ਼ਨ ਡਿਟੈਕਸ਼ਨ, ਮਸ਼ੀਨ ਟਰਾਂਸਲੇਸ਼ਨ, ਆਈਡੈਂਟੀਫਿਕੇਸ਼ਨ, ਇਹਨਾਂ ਵਿੱਚੋਂ ਕੋਈ ਨਹੀਂ। ਸੋ ਕੁਦਰਤੀ ਭਾਸ਼ਾ ਨੂੰ ਕੰਪਿਊਟਰ ਦੇ ਸਮਝਣਯੋਗ ਰੂਪ ਵਿੱਚ ਬਦਲਣਾ ਮਸ਼ੀਨ ਟਰਾਂਸਲੇਸ਼ਨ ਅਖਵਾਉਂਦਾ ਹੈ। ਅੱਗੇ ਸਾਡੇ ਕੋਲ 24ਵਾਂ ਪ੍ਰਸ਼ਨ ਹੈ, ਐਕਸਪਰਟ ਸਿਸਟਮ ਦਾ ਦਿਮਾਗ ਹੁੰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਇਨਫਰੈਂਸ ਇੰਜਨ, ਨੌਲੇਜ ਬੇਸ, ਯੂਜ਼ਰ ਇੰਟਰਫੇਸ ਜਾਂ ਇਹ ਸਾਰੇ। ਸਾਡੇ ਕੋਲ ਦਾ ਸਹੀ ਉੱਤਰ ਹੈ ਐਕਸਪਰਟ ਸਿਸਟਮ ਦਾ ਦਿਮਾਗ ਇਨਫਰੈਂਸ ਇੰਜਨ ਹੁੰਦਾ ਹੈ। ਅੱਗੇ ਸਾਡੇ ਕੋਲ 25ਵਾਂ ਪ੍ਰਸ਼ਨ ਹੈ, ਜਿੱਥੇ ਮਾਹਿਰਾਂ ਤੋਂ ਪ੍ਰਾਪਤ ਗਿਆਨ ਨੂੰ ਸਟੋਰ ਕੀਤਾ ਜਾਂਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਡੋਮੇਨ ਐਕਸਪਰਟ, ਘਰੇਲੂ ਰਿਪੋਰਟ, ਮਿਲਟਰੀ ਰਿਪੋਰਟ ਜਾਂ ਰਿਸਰਚ ਰਿਪੋਰਟ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਜਿੱਥੇ ਮਾਹਿਰਾਂ ਤੋਂ ਪ੍ਰਾਪਤ ਗਿਆਨ ਨੂੰ ਸਟੋਰ ਕੀਤਾ ਜਾਂਦਾ ਹੈ ਉਸ ਨੂੰ ਡੋਮੇਨ ਐਕਸਪਰਟ ਕਹਿੰਦੇ ਹਨ। ਅੱਗੇ ਸਾਡੇ ਕੋਲ 26ਵਾਂ
ਪ੍ਰਸ਼ਨ ਹੈ ਰੋਬੋਟ ਜੋ ਇਕੱਤਰ ਕੀਤੇ ਡਾਟਾ ਦੇ ਵਿਸ਼ਲੇਸ਼ਣ ਲਈ ਸਹਾਇਤਾ ਪ੍ਰਦਾਨ ਕਰਦੇ ਹਨ। ਸਾਡੇ ਕੋਲ ਜੋ ਆਪਸ਼ਨ ਹੈ ਹੈਲਥ ਕੇਅਰ ਰੋਬੋਟ, ਘਰੇਲੂ ਰੋਬੋਟ, ਮਿਲਟਰੀ ਰੋਬੋਟ ਜਾਂ ਰਿਸਰਚ ਰੋਬੋਟ। ਸਾਡੇ ਕੋਲ ਸਹੀ ਉੱਤਰ ਹੈ ਰੋਬੋਟ ਜੋ ਇਕੱਤਰ ਕੀਤੇ ਡਾਟਾ ਦੇ ਵਿਸ਼ਲੇਸ਼ਣ ਲਈ ਸਹਾਇਤਾ ਪ੍ਰਦਾਨ ਕਰਦੇ ਹਨ ਨੂੰ ਰਿਸਰਚ ਰੋਬੋਟ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ 27ਵਾਂ ਪ੍ਰਸ਼ਨ ਹੈ ਡੈਸ਼ ਤੋਂ ਭਾਵ ਸੂਚਨਾ ਨੂੰ ਕੰਪਿਊਟਰ ਦੇ ਪੜ੍ਹਨਯੋਗ ਅਤੇ ਸੰਭਾਲਣਯੋਗ ਰੂਪ ਵਿੱਚ ਬਦਲਣ ਦੀ ਪ੍ਰਕਿਰਿਆ ਹੈ। ਸਾਡੇ ਕੋਲ ਜੋ ਆਪਸ਼ਨ ਹੈ ਈ ਲਰਨਿੰਗ, ਈ ਕਮਰਸ, ਡਿਜੀਟਾਈਜੇਸ਼ਨ ਜਾਂ ਨੈਟਵਰਕਿੰਗ। ਇਸਦਾ ਸਹੀ ਉੱਤਰ ਹੈ ਡਿਜੀਟਾਈਜੇਸ਼ਨ ਤੋਂ ਭਾਵ ਸੂਚਨਾ ਨੂੰ ਕੰਪਿਊਟਰ ਦੇ ਪੜ੍ਹਨਯੋਗ ਅਤੇ ਸੰਭਾਲਣਯੋਗ ਰੂਪ ਵਿੱਚ ਬਦਲਣ ਦੀ ਪ੍ਰਕਿਰਿਆ ਹੈ। ਅੱਗੇ ਸਾਡੇ ਕੋਲ 28ਵਾਂ ਪ੍ਰਸ਼ਨ ਹੈ ਡੈਸ਼ ਤੋਂ ਭਾਵ ਇੰਟਰਨੈਟ ਰਾਹੀਂ ਵਸਤਾਂ ਨੂੰ ਖਰੀਦਣਾ ਜਾਂ ਵੇਚਣਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਈ ਕਮਰਸ, ਡਿਜੀਲੋਕਰ, ਡਿਜੀਟਲ ਪੇਮੈਂਟ ਜਾਂ ਕੋਈ ਨਹੀਂ। ਇਸਦਾ ਸਹੀ ਉੱਤਰ ਹੈ ਈ ਕਮਰਸ ਤੋਂ ਭਾਵ ਇੰਟਰਨੈਟ ਰਾਹੀਂ ਵਸਤਾਂ ਨੂੰ ਖਰੀਦਣਾ ਜਾਂ ਵੇਚਣਾ ਹੈ। ਅੱਗੇ ਸਾਡੇ ਕੋਲ 29ਵਾਂ ਪ੍ਰਸ਼ਨ ਹੈ ਡੈਸ਼ ਨਕਦੀ ਰਹਿਤ ਭੁਗਤਾਨ ਦਾ ਆਸਾਨ ਅਤੇ ਤੇਜ਼ ਤਰੀਕਾ ਹੈ ਅਤੇ ਸਾਡੇ ਕੋਲ ਜੋ ਆਪਸ਼ਨ ਹੈ ਡਿਜੀਟਾਈਜੇਸ਼ਨ, ਸਟੋਰੇਜ, ਆਫਲਾਈਨ ਜਾਂ ਡਿਜੀਟਲ ਪੇਮੈਂਟ। ਅੱਜ ਇਸਦਾ ਸਹੀ ਉੱਤਰ ਹੈ ਡਿਜੀਟਲ ਪੇਮੈਂਟ ਨਕਦੀ ਰਹਿਤ ਭੁਗਤਾਨ ਦਾ ਆਸਾਨ ਅਤੇ ਤੇਜ਼ ਤਰੀਕਾ ਹੈ। ਅੱਗੇ ਸਾਡੇ ਕੋਲ 30ਵਾਂ ਪ੍ਰਸ਼ਨ ਹੈ ਡੈਸ਼ ਵਿੱਚ ਕੇਵਲ ਵਿਦਿਅਕ ਯੋਗਤਾ ਦੇ ਦਸਤਾਵੇਜ਼ ਸੰਸਥਾਵਾਂ ਵੱਲੋਂ ਡਿਜੀਟਲ ਮਾਧਿਅਮ ਵਿੱਚ ਜਾਰੀ ਕੀਤੇ ਜਾਂਦੇ ਹਨ ਹੀ ਸਟੋਰ ਹੋ ਸਕਦੇ ਹਨ ਅਤੇ ਇਸ ਦਾ ਆਪਸ਼ਨ ਹੈ ਸਵਯੰ, NAD, ਮੌਕ ਜਾਂ ਡਿਜੀਲੋਕਰ। ਉਸਦਾ ਸਹੀ ਉੱਤਰ ਹੈ NAD ਯਾਨੀ ਕਿ ਨੈਸ਼ਨਲ ਅਕੈਡਮਿਕ ਡਿਪੋਜ਼ਿਟਰੀ ਵਿੱਚ ਕੇਵਲ ਵਿਦਿਅਕ ਯੋਗਤਾ ਦੇ ਦਸਤਾਵੇਜ਼ ਸੰਸਥਾਵਾਂ ਵੱਲੋਂ ਡਿਜੀਟਲ ਮਾਧਿਅਮ ਵਿੱਚ ਜਾਰੀ ਕੀਤੇ ਜਾਂਦੇ ਹਨ ਹੀ ਸਟੋਰ ਹੋ ਸਕਦੇ ਹਨ। 31ਵਾਂ ਪ੍ਰਸ਼ਨ ਹੈ ਡੈਸ਼ ਈ ਕਮਰਸ ਦੀ ਇੱਕ ਕਿਸਮ ਹੈ ਜਿਸ ਵਿੱਚ ਕੰਪਨੀ ਅਤੇ ਖਪਤਕਾਰ ਸ਼ਾਮਲ ਹੁੰਦੇ ਹਨ ਅਤੇ ਇਸ ਦੇ ਆਪਸ਼ਨ ਨੇ B2B, B2C, C2C ਜਾਂ ਕੋਈ ਨਹੀਂ ਅਤੇ ਇਸ ਦਾ ਸਹੀ ਉੱਤਰ ਹੈ B2C ਯਾਨੀ ਕਿ ਬਿਜ਼ਨਸ ਟੂ ਕਸਟਮਰ। ਈ ਕਮਰਸ ਦੀ ਇੱਕ ਕਿਸਮ ਹੈ ਜਿਸ ਵਿੱਚ ਕੰਪਨੀ ਅਤੇ ਖਪਤਕਾਰ ਸ਼ਾਮਲ ਹੁੰਦੇ ਹਨ। ਅੱਗੇ ਸਾਡੇ ਕੋਲ 32ਵਾਂ ਪ੍ਰਸ਼ਨ ਹੈ ਸਰਕਾਰ ਦੀਆਂ ਆਨਲਾਈਨ ਸੇਵਾਵਾਂ ਅਤੇ ਸੁਵਿਧਾਵਾਂ ਨੂੰ ਡੈਸ਼ ਕਿਹਾ ਜਾਂਦਾ ਹੈ ਅਤੇ ਇਸ ਦੇ ਆਪਸ਼ਨ ਨੇ ਲੋਕ ਭਲਾਈ ਸੇਵਾਵਾਂ, ਲੋਕਤੰਤਰੀ ਸੇਵਾਵਾਂ, ਈ ਗਵਰਨੈਂਸ ਜਾਂ ਇੰਟਰਨੈਟ ਸੇਵਾਵਾਂ। ਇਸ ਦਾ ਸਹੀ ਉੱਤਰ ਹੈ ਸਰਕਾਰ ਦੀਆਂ ਆਨਲਾਈਨ ਸੇਵਾਵਾਂ ਅਤੇ ਸੁਵਿਧਾਵਾਂ ਨੂੰ ਈ ਗਵਰਨੈਂਸ ਕਿਹਾ ਜਾਂਦਾ ਹੈ। 33ਵਾਂ ਸਾਡੇ ਕੋਲ ਪ੍ਰਸ਼ਨ ਹੈ G2C ਦਾ ਮਤਲਬ ਹੈ ਅਤੇ ਸਾਡੇ ਕੋਲ ਜੋ ਆਪਸ਼ਨ ਹੈ ਸਰਕਾਰ ਤੋਂ ਕਰਮਚਾਰੀ, ਸਰਕਾਰ ਤੋਂ ਨਾਗਰਿਕ, ਸਰਕਾਰ ਤੋਂ ਵਪਾਰੀ ਜਾਂ ਸਰਕਾਰ ਤੋਂ ਸਰਕਾਰ। ਸੋ ਇਸ ਦਾ ਸਹੀ ਉੱਤਰ ਹੈ G2C ਦਾ ਮਤਲਬ ਹੈ ਸਰਕਾਰ ਤੋਂ ਨਾਗਰਿਕ। ਅੱਗੇ ਸਾਡੇ ਕੋਲ 34ਵਾਂ ਪ੍ਰਸ਼ਨ ਹੈ ਈ ਗਵਰਨੈਂਸ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਦਾ ਆਧੁਨਿਕ ਰੂਪ ਡੈਸ਼ ਹੈ ਅਤੇ ਸਾਡੇ ਕੋਲ ਇਹਦੇ ਆਪਸ਼ਨ ਹੈ ਈ ਬਿਜ਼ਨਸ, ਈ ਕਮਰਸ, ਈ ਸਰਵਿਸਿਜ਼ ਜਾਂ ਸਮਾਰਟ ਗਵਰਨੈਂਸ। ਸੋ ਇਸ ਦਾ ਸਹੀ ਉੱਤਰ ਹੈ ਈ ਗਵਰਨੈਂਸ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਦਾ ਆਧੁਨਿਕ ਰੂਪ ਸਮਾਰਟ ਗਵਰਨੈਂਸ ਹੈ। ਅੱਗੇ ਸਾਡੇ ਕੋਲ 35ਵਾਂ ਪ੍ਰਸ਼ਨ ਹੈ ਆਧਾਰ ਕਾਰਡ ਦੇ ਨੰਬਰਾਂ ਦੀ ਗਿਣਤੀ ਕਿੰਨੀ ਹੁੰਦੀ ਹੈ? 14, 12, 16 ਜਾਂ 10। ਇਸ ਦਾ ਸਹੀ ਉੱਤਰ ਹੈ ਆਧਾਰ ਕਾਰਡ ਦੇ ਨੰਬਰਾਂ ਦੀ ਗਿਣਤੀ 12 ਹੁੰਦੀ ਹੈ। ਅੱਗੇ ਸਾਡੇ ਕੋਲ 36ਵਾਂ ਪ੍ਰਸ਼ਨ ਹੈ ਹੇਠਾਂ ਵਿੱਚੋਂ ਕਿਹੜਾ ਕਿਸੇ ਵੀ ਇਨਫੋਰਮੇਸ਼ਨ ਸਿਸਟਮ ਦਾ ਭਾਗ ਹੈ ਅਤੇ ਸਾਡੇ ਕੋਲ ਇਸਦੇ ਆਪਸ਼ਨ ਹੈ ਡਾਟਾਬੇਸ ਅਤੇ ਪ੍ਰੋਸੀਜਰ, ਨੈਟਵਰਕ, ਹਾਰਡਵੇਅਰ ਅਤੇ ਸੌਫਟਵੇਅਰ ਜਾਂ ਇਹ ਸਾਰੇ। ਸੋ ਇਸ ਦਾ ਸਹੀ ਉੱਤਰ ਹੈ ਹੇਠਾਂ ਵਿੱਚੋਂ ਇਹ ਸਾਰੇ ਹੀ ਇਨਫੋਰਮੇਸ਼ਨ ਸਿਸਟਮ ਦਾ ਭਾਗ ਹਨ। ਅੱਗੇ ਸਾਡੇ ਕੋਲ 37ਵਾਂ ਪ੍ਰਸ਼ਨ ਹੈ ਡੈਸ਼ ਟੂਲ ਫ੍ਰੀ ਹੈਂਡ ਨਾਲ ਡਰਾਇੰਗ ਨੂੰ ਸਿਲੈਕਟ ਕਰਨ ਦੀ ਆਗਿਆ ਦਿੰਦਾ ਹੈ ਅਤੇ ਸਾਡੇ ਕੋਲ ਇਸ ਦੇ ਆਪਸ਼ਨ ਹੈ ਫਜੀ ਸਿਲੈਕਸ਼ਨ, ਲੈਸੋ, ਟੈਕਸਟ ਜਾਂ ਬਕਟ ਫਿਲ। ਸੋ ਇਸ ਦਾ ਸਹੀ ਉੱਤਰ ਹੈ ਲੈਸੋ ਟੂਲ ਫ੍ਰੀ ਹੈਂਡ ਨਾਲ ਡਰਾਇੰਗ ਨੂੰ ਸਿਲੈਕਟ ਕਰਨ ਦੀ ਆਗਿਆ ਦਿੰਦਾ ਹੈ। 38ਵਾਂ ਪ੍ਰਸ਼ਨ ਹੈ Shift+C ਡੈਸ਼ ਦੀ ਸ਼ਾਰਟਕਟ ਕੀ ਹੈ ਅਤੇ ਸਾਡੇ ਕੋਲ ਇਸ ਦੇ ਆਪਸ਼ਨ ਹੈ ਡੁਪਲੀਕੇਟ ਇਮੇਜ ਬਣਾਉਣ ਦੀ, ਲੇਅਰ ਨੂੰ ਮਿਟਾਉਣ ਦੀ, ਤਸਵੀਰ ਨੂੰ ਕਾਪੀ ਕਰਨ ਦੀ ਜਾਂ ਤਸਵੀਰ ਨੂੰ ਕ੍ਰੌਪ ਕਰਨ ਦੀ। ਸੋ ਇਸ ਦਾ ਸਹੀ ਉੱਤਰ ਹੈ Shift+C ਤਸਵੀਰ ਨੂੰ ਕ੍ਰੌਪ ਕਰਨ ਦੀ ਸ਼ਾਰਟਕਟ ਕੀ ਹੈ। ਅੱਗੇ ਸਾਡੇ ਕੋਲ 39ਵਾਂ ਪ੍ਰਸ਼ਨ ਹੈ ਸਕੇਲ ਆਪਸ਼ਨ ਇਮੇਜ ਦਾ ਡੈਸ਼ ਬਦਲਣ ਲਈ ਵਰਤੀ ਜਾਂਦੀ ਹੈ। ਸੋ ਇਸ ਦੇ ਆਪਸ਼ਨ ਹੈ ਰੰਗ, ਆਕਾਰ, ਕੰਟਰਾਸਟ ਜਾਂ ਉਪਰੋਕਤ ਸਾਰੇ ਅਤੇ ਇਸ ਦਾ ਸਹੀ ਉੱਤਰ ਹੈ ਸਕੇਲ ਆਪਸ਼ਨ ਇਮੇਜ ਦਾ ਆਕਾਰ ਬਦਲਣ ਲਈ ਵਰਤੀ ਜਾਂਦੀ ਹੈ। ਅੱਗੇ ਸਾਡੇ ਕੋਲ 40ਵਾਂ ਪ੍ਰਸ਼ਨ ਹੈ ਡੈਸ਼ ਉਹ ਸ਼ੀਟ ਦਾ ਸਮੂਹ ਹੁੰਦਾ ਹੈ ਜੋ ਇੱਕ ਦੂਜੇ ਦੇ ਉੱਪਰ ਨਜ਼ਰ ਆਉਂਦੀਆਂ ਹਨ। ਸਾਡੇ ਕੋਲ ਇਸਦੇ ਆਪਸ਼ਨ ਹੈ ਮਾਸਕਿੰਗ, ਟੂਲਸ, ਲੇਅਰ
ਜਾਂ ਉਪਰੋਕਤ ਸਾਰੇ। ਸੋ ਜੋ ਸਹੀ ਉੱਤਰ ਹੈ ਲੇਅਰਸ ਉਹ ਸ਼ੀਟ ਦਾ ਸਮੂਹ ਹੁੰਦਾ ਹੈ ਜੋ ਇੱਕ ਦੂਜੇ ਦੇ ਉੱਪਰ ਨਜ਼ਰ ਆਉਂਦੀਆਂ ਹਨ। 41ਵਾਂ ਪ੍ਰਸ਼ਨ ਹੈ ਡੈਸ਼ ਟੂਲ ਐਕਟਿਵ ਲੇਅਰ ਦੀ ਡੁਪਲੀਕੇਟ ਕਾਪੀ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਸਾਡੇ ਕੋਲ ਜੇ ਆਪਸ਼ਨ ਹੈ ਸਮਗ ਟੂਲ, ਡੋਜ ਟੂਲ, ਪਰਸਪੈਕਟਿਵ ਟੂਲ ਜਾਂ ਡੁਪਲੀਕੇਟ ਲੇਅਰ। ਜੋ ਸਹੀ ਉੱਤਰ ਹੈ ਡੁਪਲੀਕੇਟ ਲੇਅਰ ਟੂਲ ਐਕਟਿਵ ਲੇਅਰ ਦੀ ਡੁਪਲੀਕੇਟ ਕਾਪੀ ਬਣਾਉਣ ਵਿੱਚ ਮਦਦ ਕਰਦਾ ਹੈ। ਅੱਗੇ ਸਾਡੇ ਕੋਲ 42ਵਾਂ ਪ੍ਰਸ਼ਨ ਹੈ ਕੰਪਿਊਟਰ ਨੂੰ ਇਹ ਆਡੀਓ ਫਾਈਲ ਚਲਾਉਣ ਲਈ ਵੱਖੋ ਵੱਖਰੇ ਡੈਸ਼ ਦੀ ਜ਼ਰੂਰਤ ਹੁੰਦੀ ਹੈ ਅਤੇ ਸਾਡੇ ਕੋਲ ਜੋ ਆਪਸ਼ਨ ਹੈ ਵੀਡੀਓ ਕੋਡੈਕ, ਆਡੀਓ ਕੋਡੈਕ, ਦੋਵੇਂ ਜਾਂ ਕੋਈ ਨਹੀਂ। ਸੋ ਇਸ ਦਾ ਸਹੀ ਉੱਤਰ ਹੈ ਕੰਪਿਊਟਰ ਨੂੰ ਇਹ ਆਡੀਓ ਫਾਈਲ ਚਲਾਉਣ ਲਈ ਵੱਖੋ ਵੱਖਰੇ ਆਡੀਓ ਕੋਡੈਕ ਦੀ ਜ਼ਰੂਰਤ ਹੁੰਦੀ ਹੈ। 43ਵਾਂ ਪ੍ਰਸ਼ਨ ਹੈ ਡੈਸ਼ ਫਾਰਮੈਟ ਇੱਕ ਆਮ ਆਡੀਓ ਫਾਰਮੈਟ ਹੈ ਜੋ ਇਲੈਕਟ੍ਰੋਨਿਕ ਡਿਵਾਈਸਿਸ ਵਿੱਚ ਵੱਡੇ ਪੱਧਰ ਤੇ ਪਲੇ ਕੀਤਾ ਜਾਂਦਾ ਹੈ। ਇਸ ਦੇ ਆਪਸ਼ਨ ਹੈ WMV, AVI, MP3 ਜਾਂ CDA। ਸਾਡੇ ਕੋਲ ਦਾ ਸਹੀ ਉੱਤਰ ਹੈ MP3 ਫਾਰਮੈਟ ਇੱਕ ਆਮ ਆਡੀਓ ਫਾਰਮੈਟ ਹੈ ਜੋ ਇਲੈਕਟ੍ਰੋਨਿਕ ਡਿਵਾਈਸਿਸ ਵਿੱਚ ਵੱਡੇ ਪੱਧਰ ਤੇ ਪਲੇ ਕੀਤਾ ਜਾਂਦਾ ਹੈ। 44ਵਾਂ ਪ੍ਰਸ਼ਨ ਹੈ ਆਡੀਓ ਫਾਈਲਸ ਆਡੀਓ CD ਤੇ ਡੈਸ਼ ਫਾਰਮੈਟ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ। ਸਾਡੇ ਕੋਲ ਜੋ ਆਪਸ਼ਨ ਹੈ FLV, AAC, MOV ਜਾਂ CDA। ਇਸ ਦਾ ਸਹੀ ਉੱਤਰ ਹੈ ਆਡੀਓ ਫਾਈਲਸ ਆਡੀਓ CD ਤੇ CDA ਫਾਰਮੈਟ ਵਿੱਚ ਸਟੋਰ ਕੀਤੀਆਂ ਜਾਂਦੀਆਂ ਹਨ। ਸੋ ਅੱਗੇ ਸਾਡੇ ਕੋਲ 45ਵਾਂ ਪ੍ਰਸ਼ਨ ਹੈ ਵੀਡੀਓ ਵਿੱਚ ਵਿਜ਼ੂਅਲ ਅਤੇ ਆਡੀਓ ਭਾਗ ਵਿੱਚ ਸਿਰਫ ਡੈਸ਼ ਹੁੰਦੀ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਆਵਾਜ਼, ਵੀਡੀਓ, ਵੀਡੀਓ ਟ੍ਰਾਂਜੀਸ਼ਨ ਜਾਂ ਤਸਵੀਰ। ਇਹਦਾ ਸਹੀ ਉੱਤਰ ਹੈ ਵੀਡੀਓ ਵਿੱਚ ਵਿਜ਼ੂਅਲ ਅਤੇ ਆਡੀਓ ਭਾਗ ਵਿੱਚ ਸਿਰਫ ਵੀਡੀਓ ਟ੍ਰਾਂਜੀਸ਼ਨ ਹੁੰਦੀ ਹੈ। 46ਵਾਂ ਪ੍ਰਸ਼ਨ ਹੈ ਵੀਡੀਓ ਨੂੰ ਭਾਗਾਂ ਵਿੱਚ ਵੰਡਣ ਦੀ ਪ੍ਰਕਿਰਿਆ ਨੂੰ ਡੈਸ਼ ਕਿਹਾ ਜਾਂਦਾ ਹੈ ਅਤੇ ਇਸ ਦੇ ਆਪਸ਼ਨ ਹੈ ਮਰਜਿੰਗ, ਸਪਲਿਟਿੰਗ, ਕੰਪਰੈਸਿੰਗ ਜਾਂ ਅਨਕੰਪਰੈਸਿੰਗ। ਇਸਦਾ ਸਹੀ ਉੱਤਰ ਹੈ ਵੀਡੀਓ ਨੂੰ ਭਾਗਾਂ ਵਿੱਚ ਵੰਡਣ ਦੀ ਪ੍ਰਕਿਰਿਆ ਨੂੰ ਸਪਲਿਟਿੰਗ ਕਿਹਾ ਜਾਂਦਾ ਹੈ। ਸੋ ਹੁਣ ਅਸੀਂ ਪਾਰਟ 1 ਤੋਂ ਪਾਰਟ 9 ਤੱਕ ਦੇ ਖਾਲੀ ਥਾਵਾਂ ਦੀ ਦੁਹਰਾਈ ਕਰ ਲੈਂਦੇ ਹਾਂ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਡੈਸ਼ ਅਤੇ ਡੈਸ਼ ਫੰਕਸ਼ਨ ਸੀਮਾ ਵਿੱਚ ਘੱਟ ਅਤੇ ਵੱਧ ਤੋਂ ਵੱਧ ਮੁੱਲ ਲੱਭਣ ਲਈ ਵਰਤੇ ਜਾਂਦੇ ਹਨ ਅਤੇ ਇਸ ਦਾ ਉੱਤਰ ਹੈ ਮਿਨ ਅਤੇ ਮੈਕਸ ਫੰਕਸ਼ਨ ਸੀਮਾ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਮੁੱਲ ਲੱਭਣ ਲਈ ਵਰਤੇ ਜਾਂਦੇ ਹਨ। ਦੂਸਰਾ ਪ੍ਰਸ਼ਨ ਹੈ ਫਿਲਟਰ ਵਿਕਲਪ ਐਕਸਲ ਦੀ ਡੈਸ਼ ਟੈਬ ਵਿੱਚ ਮੌਜੂਦ ਹੈ ਅਤੇ ਇਸ ਦਾ ਸਹੀ ਉੱਤਰ ਹੈ ਫਿਲਟਰ ਵਿਕਲਪ ਐਕਸਲ ਦੀ ਡਾਟਾ ਟੈਬ ਵਿੱਚ ਉਪਲਬਧ ਹੁੰਦਾ ਹੈ। ਤੀਸਰਾ ਪ੍ਰਸ਼ਨ ਹੈ ਜੇ ਕਰਸਰ ਨੂੰ ਫਾਈਲ ਦੇ ਅਖੀਰ ਵਿੱਚ ਰੱਖਿਆ ਗਿਆ ਹੈ ਤਾਂ ਟੈਕਸਟ ਨੂੰ ਮਿਟਾਉਣ ਲਈ ਡੈਸ਼ ਬਟਨ ਵਰਤਿਆ ਜਾਂਦਾ ਹੈ। ਦਾ ਸਹੀ ਉੱਤਰ ਹੈ ਜੇ ਕਰਸਰ ਨੂੰ ਫਾਈਲ ਦੇ ਅਖੀਰ ਵਿੱਚ ਰੱਖਿਆ ਗਿਆ ਹੈ ਤਾਂ ਟੈਕਸਟ ਨੂੰ ਮਿਟਾਉਣ ਲਈ ਬੈਕ ਸਪੇਸ ਬਟਨ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਪੇਜ ਸੈਟਅਪ ਦੇ ਲਈ ਓਰੀਐਂਟੇਸ਼ਨ ਦੇ ਦੋ ਵਿਕਲਪ ਪੋਰਟਰੇਟ ਅਤੇ ਲੈਂਡਸਕੇਪ ਹੁੰਦੇ ਹਨ। ਅਗਲਾ ਸਾਡੇ ਕੋਲ ਪ੍ਰਸ਼ਨ ਹੈ ਡੈਸ਼ ਚਿੰਨ ਐਕਸਲ ਗਣਨਾ ਵਿੱਚ ਕਿਸੇ ਵੀ ਫਾਰਮੂਲੇ ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਇਸ ਦਾ ਸਾਡੇ ਕੋਲ ਸਹੀ ਉੱਤਰ ਹੈ ਬਰਾਬਰ ਚਿੰਨ ਐਕਸਲ ਗਣਨਾ ਵਿੱਚ ਕਿਸੇ ਵੀ ਫਾਰਮੂਲੇ ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ। ਛੇਵਾਂ ਸਾਡੇ ਕੋਲ ਪ੍ਰਸ਼ਨ ਹੈ ਡੈਸ਼ ਲੂਪ ਵਿੱਚ ਕੁਝ ਕੰਡੀਸ਼ਨ ਨੂੰ ਲੂਪ ਦੀ ਬੋਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ। ਇਹਦਾ ਸਹੀ ਉੱਤਰ ਹੈ ਪ੍ਰੀ ਟੈਸਟ ਲੂਪ ਵਿੱਚ ਕੁਝ ਕੰਡੀਸ਼ਨ ਨੂੰ ਲੂਪ ਦੀ ਬੋਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ। ਸੱਤਵਾਂ ਪ੍ਰਸ਼ਨ ਹੈ ਡੈਸ਼ ਲੂਪ ਵਿੱਚ ਕੰਟਰੋਲ ਨੂੰ ਲੂਪ ਦੀ ਬੋਡੀ ਤੋਂ ਬਾਅਦ ਟੈਸਟ ਕੀਤਾ ਜਾਂਦਾ ਹੈ ਅਤੇ ਇਸ ਦਾ ਸਹੀ ਉੱਤਰ ਹੈ ਪੋਸਟ ਟੈਸਟ ਲੂਪ ਵਿੱਚ ਕੰਟਰੋਲ ਨੂੰ ਲੂਪ ਦੀ ਬੋਡੀ ਤੋਂ ਬਾਅਦ ਵਿੱਚ ਟੈਸਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਸਾਡੇ ਕੋਲ 8ਵਾਂ ਪ੍ਰਸ਼ਨ ਹੈ ਲੂਪ ਵਿੱਚ ਕੁਝ ਸਟੇਟਮੈਂਟਾਂ ਨੂੰ ਛੱਡਣ ਲਈ ਡੈਸ਼ ਸਟੇਟਮੈਂਟ ਵਰਤੀ ਜਾਂਦੀ ਹੈ ਅਤੇ ਇਸ ਦਾ ਉੱਤਰ ਹੈ ਲੂਪ ਵਿੱਚ ਕੁਝ ਸਟੇਟਮੈਂਟਾਂ ਨੂੰ ਛੱਡਣ ਲਈ ਕੰਟੀਨਿਊ ਸਟੇਟਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ 9ਵਾਂ ਪ੍ਰਸ਼ਨ ਹੈ ਡੈਸ਼ ਇੱਕ ਮਲਟੀਵੇ ਕੰਟਰੋਲ ਸਟੇਟਮੈਂਟ ਹੈ ਅਤੇ ਇਸ ਦਾ ਉੱਤਰ ਹੈ ਸਵਿਚ ਕੇਸ ਇੱਕ ਮਲਟੀਵੇ ਕੰਟਰੋਲ ਸਟੇਟਮੈਂਟ ਹੈ। 10ਵਾਂ ਸਾਡੇ ਕੋਲ ਪ੍ਰਸ਼ਨ ਹੈ ਬ੍ਰੇਕ ਸਟੇਟਮੈਂਟਾਂ ਨੂੰ ਡੈਸ਼ ਸਟੇਟਮੈਂਟਾਂ ਵਿੱਚ ਕੇਸ ਖਤਮ ਕਰਨ ਲਈ ਵਰਤਿਆ ਜਾਂਦਾ ਹੈ। ਇਸਦਾ ਸਹੀ ਉੱਤਰ ਹੈ ਬ੍ਰੇਕ ਸਟੇਟਮੈਂਟਾਂ ਨੂੰ ਸਵਿਚ ਸਟੇਟਮੈਂਟਾਂ ਵਿੱਚ ਕੇਸ ਖਤਮ ਕਰਨ ਲਈ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ 11ਵਾਂ ਪ੍ਰਸ਼ਨ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਦੋ ਮੁੱਖ ਭਾਗਾਂ ਡੈਸ਼ ਅਤੇ ਡੈਸ਼ ਵਿੱਚ ਵੰਡਿਆ ਜਾ ਸਕਦਾ ਹੈ ਅਤੇ ਇਸਦਾ ਸਹੀ ਉੱਤਰ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਦੋ ਮੁੱਖ ਭਾਗਾਂ ਟਾਈਪ 1 ਅਤੇ ਟਾਈਪ 2 ਵਿੱਚ ਵੰਡਿਆ ਜਾ ਸਕਦਾ ਹੈ। ਅੱਗੇ ਸਾਡੇ ਕੋਲ 12ਵਾਂ ਪ੍ਰਸ਼ਨ ਹੈ ਡੈਸ਼ IBM ਦੁਆਰਾ ਵਿਕਸਿਤ ਕੀਤਾ ਗਿਆ ਇੱਕ ਚੈਸ ਖੇਡਣ ਵਾਲਾ ਕੰਪਿਊਟਰ ਹੈ। ਇਸਦਾ ਸਹੀ ਉੱਤਰ ਹੈ ਡੀਪ ਬਲੂ IBM ਦੁਆਰਾ ਵਿਕਸਿਤ ਕੀਤਾ ਗਿਆ ਇੱਕ ਚੈਸ ਖੇਡਣ ਵਾਲਾ ਕੰਪਿਊਟਰ ਹੈ।
13ਵੀਂ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਨੈਰੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇੱਕ ਵਧੀਆ ਉਦਾਹਰਣ ਹੈ। ਸੋ ਇਸ ਦਾ ਸਹੀ ਉੱਤਰ ਹੈ ਐਪਲ ਸੀਰੀ ਨੈਰੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਇੱਕ ਵਧੀਆ ਉਦਾਹਰਣ ਹੈ। 14ਵਾਂ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਮਸ਼ੀਨਾਂ ਦੀ ਕੋਈ ਮੈਮਰੀ ਨਹੀਂ ਹੁੰਦੀ ਅਤੇ ਇਸ ਦਾ ਸਹੀ ਉੱਤਰ ਹੈ ਮਸ਼ੀਨ ਲਰਨਿੰਗ ਮਸ਼ੀਨਾਂ ਦੀ ਕੋਈ ਮੈਮਰੀ ਨਹੀਂ ਹੁੰਦੀ। 15ਵੇਂ ਸਾਡੇ ਕੋਲ ਖਾਲੀ ਥਾਂ ਹੈ ਮਾਈਸਿਨ ਅਤੇ ਡੈਸ਼ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉਦਾਹਰਣ ਹਨ ਅਤੇ ਇਸ ਦਾ ਸਹੀ ਉੱਤਰ ਹੈ ਮਾਈਸਿਨ ਅਤੇ ਡੈਂਡਰਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉਦਾਹਰਣ ਹਨ। ਅੱਗੇ ਸਾਡੇ ਕੋਲ 16ਵੀਂ ਖਾਲੀ ਥਾਂ ਹੈ ਡੈਸ਼ ਪੀੜ੍ਹੀ ਦੇ ਰੋਬੋਟ ਮਨੁੱਖਾਂ ਦੀ ਤਰ੍ਹਾਂ ਸੂਝਵਾਨ ਅਤੇ ਕੁਸ਼ਲ ਹੋਣਗੇ। ਸੋ ਚੌਥੀ ਪੀੜ੍ਹੀ ਦੇ ਰੋਬੋਟ ਮਨੁੱਖਾਂ ਦੀ ਤਰ੍ਹਾਂ ਸੂਝਵਾਨ ਅਤੇ ਕੁਸ਼ਲ ਹੋਣਗੇ। 17ਵੀਂ ਸਾਡੇ ਕੋਲ ਖਾਲੀ ਥਾਂ ਹੈ ਈ ਗਵਰਨੈਂਸ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਨੂੰ ਡੈਸ਼ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਇਸ ਦਾ ਸਹੀ ਉੱਤਰ ਹੈ ਈ ਗਵਰਨੈਂਸ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਨੂੰ 3 ਭਾਗਾਂ ਵਿੱਚ ਵੰਡਿਆ ਜਾਂਦਾ ਹੈ। 18ਵਾਂ ਪ੍ਰਸ਼ਨ ਹੈ ਡੈਸ਼ ਭਾਰਤੀ ਨਾਗਰਿਕਾਂ ਨੂੰ ਵਿਲੱਖਣ ਪਹਿਚਾਣ ਦਿੰਦਾ ਹੈ ਅਤੇ ਇਹਦਾ ਸਹੀ ਉੱਤਰ ਹੈ ਆਧਾਰ ਕਾਰਡ ਨੰਬਰ ਭਾਰਤੀ ਨਾਗਰਿਕਾਂ ਨੂੰ ਵਿਲੱਖਣ ਪਹਿਚਾਣ ਦਿੰਦਾ ਹੈ। 19ਵਾਂ ਸਾਡੇ ਕੋਲ ਪ੍ਰਸ਼ਨ ਹੈ ਪੰਜਾਬ ਵਿੱਚ ਪਿੰਡ ਪੱਧਰ ਤੇ ਈ ਗਵਰਨੈਂਸ ਸੇਵਾਵਾਂ ਡੈਸ਼ ਦੁਆਰਾ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਦਾ ਸਹੀ ਉੱਤਰ ਹੈ ਪੰਜਾਬ ਵਿੱਚ ਪਿੰਡ ਪੱਧਰ ਤੇ ਈ ਗਵਰਨੈਂਸ ਸੇਵਾਵਾਂ ਸੇਵਾ ਜਾਂ ਸੁਵਿਧਾ ਕੇਂਦਰ ਦੁਆਰਾ ਦਿੱਤੀਆਂ ਜਾਂਦੀਆਂ ਹਨ। ਅੱਗੇ ਸਾਡੇ ਕੋਲ 20ਵੀਂ ਖਾਲੀ ਥਾਂ ਹੈ ਡੈਸ਼ ਦੀ ਵਰਤੋਂ ਗੰਭੀਰ ਜਾਂ ਜਟਿਲ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤੀ ਜਾਂਦੀ ਹੈ ਅਤੇ ਇਸ ਦਾ ਸਹੀ ਉੱਤਰ ਹੈ ਐਕਸਪਰਟ ਸਿਸਟਮ ਦੀ ਵਰਤੋਂ ਗੰਭੀਰ ਜਾਂ ਜਟਿਲ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤੀ ਜਾਂਦੀ ਹੈ। 21ਵੀਂ ਸਾਡੇ ਕੋਲ ਖਾਲੀ ਥਾਂ ਹੈ ਸਮਾਰਟ ਕਾਰਡ ਡੈਸ਼ ਦੇ ਪ੍ਰਤੀਕ ਹਨ ਅਤੇ ਇਸ ਦਾ ਸਹੀ ਉੱਤਰ ਹੈ ਸਮਾਰਟ ਕਾਰਡ ਸਮਾਰਟ ਗਵਰਨੈਂਸ ਦੇ ਪ੍ਰਤੀਕ ਹਨ। 22ਵਾਂ ਸਾਡੇ ਕੋਲ ਖਾਲੀ ਥਾਂ ਹੈ ਲੇਅਰ ਨੂੰ ਰੀਸਾਈਜ਼ ਕਰਨ ਲਈ ਡੈਸ਼ ਟੂਲ ਵਰਤਿਆ ਜਾਂਦਾ ਹੈ ਅਤੇ ਇਹਦਾ ਸਹੀ ਉੱਤਰ ਹੈ ਲੇਅਰ ਨੂੰ ਰੀਸਾਈਜ਼ ਕਰਨ ਲਈ ਸਕੇਲ ਟੂਲ ਦੀ ਵਰਤੋਂ ਕੀਤੀ ਜਾਂਦੀ ਹੈ। 23ਵਾਂ ਸਾਡੇ ਕੋਲ ਖਾਲੀ ਥਾਂ ਹੈ ਲੇਅਰ ਨੂੰ ਮੂਵ ਕਰਨ ਲਈ ਡੈਸ਼ ਟੂਲ ਵਰਤਿਆ ਜਾਂਦਾ ਹੈ ਅਤੇ ਇਸ ਦਾ ਸਹੀ ਉੱਤਰ ਹੈ ਲੇਅਰ ਨੂੰ ਮੂਵ ਕਰਨ ਲਈ ਮੂਵ ਟੂਲ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ 24ਵੀਂ ਖਾਲੀ ਥਾਂ ਹੈ ਆਬਜੈਕਟ ਨੂੰ ਕੈਨਵਸ ਤੋਂ ਹਟਾਉਣ ਲਈ ਡੈਸ਼ ਟੂਲ ਵਰਤਿਆ ਜਾਂਦਾ ਹੈ। ਇਸ ਦਾ ਸਹੀ ਉੱਤਰ ਹੈ ਆਬਜੈਕਟ ਨੂੰ ਕੈਨਵਸ ਤੋਂ ਹਟਾਉਣ ਲਈ ਮੈਜਿਕ ਵੈਂਡ ਟੂਲ ਵਰਤਿਆ ਜਾਂਦਾ ਹੈ। 25ਵਾਂ ਸਾਡੇ ਕੋਲ ਖਾਲੀ ਥਾਂ ਹੈ ਜਦੋਂ ਤਸਵੀਰ ਨੂੰ ਡੈਸ਼ ਕੀਤਾ ਜਾਂਦਾ ਹੈ ਤਸਵੀਰ ਦੀ ਕੁਆਲਿਟੀ ਘਟਦੀ ਹੈ। ਇਸ ਦਾ ਸਹੀ ਉੱਤਰ ਹੈ ਜਦੋਂ ਤਸਵੀਰ ਨੂੰ ਸਕੇਲ ਕੀਤਾ ਜਾਂਦਾ ਹੈ ਤਸਵੀਰ ਦੀ ਕੁਆਲਿਟੀ ਘਟਦੀ ਹੈ। 26ਵਾਂ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਇਮੇਜ ਵਿੰਡੋ ਦਾ ਮਹੱਤਵਪੂਰਨ ਹਿੱਸਾ ਹੈ ਜਿੱਥੇ ਤਸਵੀਰ ਦਿਖਾਈ ਜਾਂਦੀ ਹੈ ਅਤੇ ਇਹਦਾ ਸਹੀ ਉੱਤਰ ਹੈ ਕੈਨਵਸ ਇਮੇਜ ਵਿੰਡੋ ਦਾ ਮਹੱਤਵਪੂਰਨ ਹਿੱਸਾ ਹੈ ਜਿੱਥੇ ਤਸਵੀਰ ਦਿਖਾਈ ਜਾਂਦੀ ਹੈ। ਅੱਗੇ ਹੁਣ ਅਸੀਂ 12ਵੀਂ ਦੇ ਪਾਠ 1 ਤੋਂ ਪਾਠ 9 ਤੱਕ ਦੇ ਬਹੁਤ ਛੋਟੇ ਵਾਲੇ ਪ੍ਰਸ਼ਨ ਦੀ ਦੁਹਰਾਈ ਕਰ ਲੈਂਦੇ ਹਾਂ। ਸੇ ਵੀ ਸਾਡੇ ਕੋਲ ਇੱਕ ਇੱਕ ਅੰਕ ਦੇ ਆਉਣਗੇ। ਸਭ ਤੋਂ ਪਹਿਲਾਂ ਸਾਡੇ ਕੋਲ ਪ੍ਰਸ਼ਨ ਹੈ WYSI ਦਾ ਪੂਰਾ ਨਾਮ ਲਿਖੋ ਜਿਸ ਨੂੰ ਅਸੀਂ ਵਿਜ਼ ਆਈ ਵਿਗ ਵੀ ਕਹਿੰਦੇ ਹਾਂ। ਵਿਜ਼ ਆਈ ਵਿਗ ਦਾ ਪੂਰਾ ਨਾਮ ਹੈ what you see is what you get। ਦੂਸਰਾ ਪ੍ਰਸ਼ਨ ਹੈ ਵਰਡ ਡਾਕੂਮੈਂਟ ਵਿੱਚ ਟੈਕਸਟ ਨੂੰ ਮੂਵ ਕਰਨ ਲਈ ਸ਼ਾਰਟਕਟ ਕੀ ਲਿਖੋ ਅਤੇ ਦਾ ਸਹੀ ਉੱਤਰ ਹੈ ਵਰਡ ਡਾਕੂਮੈਂਟ ਵਿੱਚ ਟੈਕਸਟ ਨੂੰ ਮੂਵ ਕਰਨ ਲਈ Ctrl+X ਅਤੇ Ctrl+V ਸ਼ਾਰਟਕਟ ਕੀ ਰਾਹੀਂ ਅਸੀਂ ਟੈਕਸਟ ਨੂੰ ਕੱਟ ਅਤੇ ਪੇਸਟ ਕਰ ਸਕਦੇ ਹਾਂ। ਤੀਸਰਾ ਸਾਡੇ ਕੋਲ ਪ੍ਰਸ਼ਨ ਹੈ 4 ਕਿਸਮਾਂ ਦੇ ਅਲਾਈਨਮੈਂਟ ਦੇ ਨਾਮ ਲਿਖੋ। तो 4 ਕਿਸਮਾਂ ਦੇ ਅਲਾਈਨਮੈਂਟ ਦਾ ਨਾਮ ਹੈ ਲੈਫਟ ਅਲਾਈਨਮੈਂਟ, ਸੈਂਟਰ ਅਲਾਈਨਮੈਂਟ, ਰਾਈਟ ਅਲਾਈਨਮੈਂਟ ਅਤੇ ਜਸਟੀਫਾਈ ਅਲਾਈਨਮੈਂਟ। ਚੌਥਾ ਪ੍ਰਸ਼ਨ ਹੈ ਕਿਹੜਾ ਐਕਸਲ ਫੰਕਸ਼ਨ ਵੱਖ-ਵੱਖ ਸੈੱਲਾਂ ਦੇ ਭਾਗਾਂ ਨੂੰ ਇੱਕ ਸੈੱਲ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ ਅਤੇ ਇਸ ਦਾ ਸਹੀ ਉੱਤਰ ਹੈ ਕਨਕੈਟੀਨੇਟ ਐਕਸਲ ਫੰਕਸ਼ਨ ਵੱਖ-ਵੱਖ ਸੈੱਲਾਂ ਦੇ ਭਾਗਾਂ ਨੂੰ ਇੱਕ ਸੈੱਲ ਵਿੱਚ ਜੋੜਨ ਲਈ ਵਰਤਿਆ ਜਾਂਦਾ ਹੈ। ਪੰਜਵਾਂ ਪ੍ਰਸ਼ਨ ਹੈ ਕਿਸੇ ਵੀ 2 ਫੌਂਟ ਦਾ ਨਾਮ ਲਿਖੋ ਜੋ ਕਿ ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਵਰਤੇ ਜਾ ਸਕਦੇ ਹਨ ਅਤੇ ਇਸ ਦਾ ਸਹੀ ਉੱਤਰ ਹੈ ਅਨਮੋਲ ਲਿਪੀ, ਰਾਵੀ, ਜੋਏ ਜਾਂ ਅਸੀਸ ਫੌਂਟ ਪੰਜਾਬੀ ਭਾਸ਼ਾ ਵਿੱਚ ਟਾਈਪ ਕਰਨ ਲਈ ਵਰਤੇ ਜਾਂਦੇ ਹਨ। ਅੱਗੇ ਸਾਡੇ ਕੋਲ 6ਵਾਂ ਪ੍ਰਸ਼ਨ ਹੈ ਇੱਕ ਇਫ ਸਟੇਟਮੈਂਟ ਦਾ ਦੂਸਰੀ ਇਫ ਸਟੇਟਮੈਂਟ ਵਿੱਚ ਲਿਖਣਾ ਕੀ ਅਖਵਾਉਂਦਾ ਹੈ। ਇਸ ਦਾ ਸਹੀ ਉੱਤਰ ਹੈ ਇੱਕ ਇਫ ਸਟੇਟਮੈਂਟ ਦਾ ਦੂਸਰੀ ਇਫ ਸਟੇਟਮੈਂਟ ਵਿੱਚ ਲਿਖਣਾ ਨੈਸਟਡ ਇਫ ਅਖਵਾਉਂਦਾ ਹੈ। ਉਸ ਤੋਂ ਬਾਅਦ 7ਵਾਂ ਪ੍ਰਸ਼ਨ ਹੈ ਸੀ ਭਾਸ਼ਾ ਵਿੱਚ ਪ੍ਰੋਗਰਾਮਾਂ ਦੇ ਸਧਾਰਨ ਵਹਾਅ ਨੂੰ ਬਦਲਣ ਲਈ ਕਿਹੜੇ ਸਟੇਟਮੈਂਟ ਵਰਤੇ ਜਾਂਦੇ ਹਨ। ਇਸ ਦਾ ਸਹੀ ਉੱਤਰ ਹੈ ਸੀ ਭਾਸ਼ਾ ਵਿੱਚ ਪ੍ਰੋਗਰਾਮ ਦੇ ਸਧਾਰਨ ਵਹਾਅ ਨੂੰ ਬਦਲਣ ਲਈ ਬ੍ਰਾਂਚਿੰਗ ਕੰਟਰੋਲ ਸਟੇਟਮੈਂਟ ਵਰਤੀਆਂ ਜਾਂਦੀਆਂ ਹਨ। 8ਵਾਂ ਪ੍ਰਸ਼ਨ ਹੈ ਲੂਪ ਦੇ ਅੰਦਰ ਕੁਝ ਸਟੇਟਮੈਂਟ ਛੱਡਣ ਲਈ ਕਿਹੜੀ ਸਟੇਟਮੈਂਟ ਅਕਸਰ ਫਾਇਦੇਮੰਦ ਹੁੰਦੀ ਹੈ ਅਤੇ ਇਸ ਦਾ ਸਹੀ ਉੱਤਰ ਹੈ ਲੂਪ ਦੇ ਅੰਦਰ ਕੁਝ ਸਟੇਟਮੈਂਟ ਛੱਡਣ ਲਈ ਕੰਟੀਨਿਊ ਸਟੇਟਮੈਂਟ ਅਕਸਰ ਫਾਇਦੇਮੰਦ ਹੁੰਦੀ ਹੈ। 9ਵਾਂ ਪ੍ਰਸ਼ਨ ਹੈ ਕਿਹੜੀਆਂ ਸਟੇਟਮੈਂਟ ਕਮਾਂਡਾਂ ਨੂੰ ਦੁਹਰਾਉਣ ਦਾ ਕੰਮ
ਕਰਦੀਆਂ ਹਨ। ਅੱਜ ਦਾ ਸਹੀ ਉੱਤਰ ਹੈ ਗੋ ਟੂ ਸਟੇਟਮੈਂਟ ਕਮਾਂਡਾਂ ਨੂੰ ਦੁਹਰਾਉਣ ਦਾ ਕੰਮ ਕਰਦੀਆਂ ਹਨ। ਅੱਗੇ ਸਾਡੇ ਕੋਲ 10ਵਾਂ ਪ੍ਰਸ਼ਨ ਹੈ UIDAI ਦਾ ਪੂਰਾ ਰੂਪ ਲਿਖੋ। ਸੋ UIDAI ਦਾ ਪੂਰਾ ਰੂਪ ਹੈ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ। 11ਵਾਂ ਪ੍ਰਸ਼ਨ ਹੈ ਕੋਈ ਦੋ ਇਨਫੋਰਮੇਸ਼ਨ ਸਿਸਟਮਾਂ ਦੇ ਨਾਮ ਲਿਖੋ। ਜਿਸ ਵਿੱਚ ਸਾਡੇ ਕੋਲ ਪਹਿਲਾ ਹੈ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਅਤੇ ਦੂਸਰਾ ਡਿਸੀਜ਼ਨ ਸਪੋਰਟ ਸਿਸਟਮ। 12ਵਾਂ ਸਾਡੇ ਕੋਲ ਪ੍ਰਸ਼ਨ ਹੈ ਈ ਗਵਰਨਰ ਦੇ ਪੱਧਰਾਂ ਦੇ ਨਾਮ ਲਿਖੋ। ਸੋ ਈ ਗਵਰਨਰ ਦੇ ਪੱਧਰਾਂ ਦੇ ਨਾਮ ਸਾਡੇ ਕੋਲ ਜਿਸ ਵਿੱਚ ਪਹਿਲਾ ਹੈ ਰਾਸ਼ਟਰੀ ਪੱਧਰ, ਘਰੇਲੂ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ। 13ਵਾਂ ਪ੍ਰਸ਼ਨ ਹੈ G2G ਦਾ ਪੂਰਾ ਰੂਪ ਲਿਖੋ। ਸੋ G2G ਦਾ ਪੂਰਾ ਰੂਪ ਹੈ ਗਵਰਨਮੈਂਟ ਟੂ ਗਵਰਨਮੈਂਟ ਜਾਂ ਸਰਕਾਰ ਤੋਂ ਸਰਕਾਰ। ਅੱਗੇ ਸਾਡੇ ਕੋਲ 14ਵਾਂ ਪ੍ਰਸ਼ਨ ਹੈ TPS ਦਾ ਪੂਰਾ ਨਾਮ ਲਿਖੋ। TPS ਦਾ ਪੂਰਾ ਨਾਮ ਹੈ ਟ੍ਰਾਂਜੈਕਸ਼ਨ ਪ੍ਰੋਸੈਸਿੰਗ ਸਿਸਟਮ। ਹੁਣ ਅਸੀਂ 12ਵੀਂ ਜਮਾਤ ਦੇ ਪਾਰਟ 1 ਤੋਂ ਪਾਰਟ 9 ਤੱਕ ਦੇ ਪੂਰੇ ਰੂਪ ਲਿਖੋ ਬਾਰੇ ਪੜਾਂਗੇ। ਸੋ ਇਹ ਵੀ ਸਾਡੇ ਕੋਲ ਇੱਕ ਅੰਕ ਦੇ ਆਉਣਗੇ। ਜਿਸ ਵਿੱਚ ਪਹਿਲਾ ਹੈ UTP ਦਾ ਪੂਰਾ ਨਾਮ ਹੈ ਅਨਸ਼ੀਲਡਡ ਟਵਿਸਟਡ ਪੇਅਰ। ਦੂਸਰਾ ਸਾਡੇ ਕੋਲ FTP ਦਾ ਪੂਰਾ ਨਾਮ ਹੈ ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਤੀਸਰਾ ਹੈ SMTP ਦਾ ਪੂਰਾ ਨਾਮ ਹੈ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕੋਲ। ਚੌਥਾ ਸਾਡੇ ਕੋਲ POP ਦਾ ਪੂਰਾ ਨਾਮ ਹੈ ਪੋਸਟ ਆਫਿਸ ਪ੍ਰੋਟੋਕੋਲ। ਪੰਜਵਾਂ ਸਾਡੇ ਕੋਲ ਹੈ HTTP ਦਾ ਪੂਰਾ ਨਾਮ ਹੈ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ। ਛੇਵਾਂ ਸਾਡੇ ਕੋਲ ਹੈ ਮੈਕ ਦਾ ਪੂਰਾ ਨਾਮ ਹੈ ਮੀਡੀਆ ਐਕਸੈਸ ਕੰਟਰੋਲ ਐਡਰੈਸ। ਅੱਗੇ 7ਵਾਂ ਸਾਡੇ ਕੋਲ ਹੈ ਵਾਈਫਾਈ ਦਾ ਪੂਰਾ ਨਾਮ ਹੈ ਵਾਇਰਲੈਸ ਫਿਡੈਲਿਟੀ। 8ਵਾਂ ਸਾਡੇ ਕੋਲ ਹੈ VR ਦਾ ਪੂਰਾ ਨਾਮ ਹੈ ਵਰਚੁਅਲ ਰਿਐਲਿਟੀ। 9ਵਾਂ ਸਾਡੇ ਕੋਲ IoT ਦਾ ਪੂਰਾ ਨਾਮ ਹੈ ਇੰਟਰਨੈਟ ਆਫ ਥਿੰਗਸ। 10ਵਾਂ ਸਾਡੇ ਕੋਲ ਹੈ IT ਦਾ ਪੂਰਾ ਨਾਮ ਹੈ ਇਨਫੋਰਮੇਸ਼ਨ ਟੈਕਨੋਲੋਜੀ। 11ਵਾਂ ਸਾਡੇ ਕੋਲ ਹੈ GPS ਦਾ ਪੂਰਾ ਨਾਮ ਹੈ ਗਲੋਬਲ ਪੋਜੀਸ਼ਨਿੰਗ ਸਿਸਟਮ। 12ਵਾਂ ਸਾਡੇ ਕੋਲ ਹੈ AI ਦਾ ਪੂਰਾ ਨਾਮ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ। 13ਵਾਂ ਸਾਡੇ ਕੋਲ ਹੈ GAI ਦਾ ਪੂਰਾ ਨਾਮ ਹੈ ਜਨਰਲ ਆਰਟੀਫਿਸ਼ੀਅਲ ਇੰਟੈਲੀਜੈਂਸ। 14ਵਾਂ ਸਾਡੇ ਕੋਲ ਹੈ NLP ਦਾ ਪੂਰਾ ਨਾਮ ਹੈ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ। 15ਵਾਂ ਸਾਡੇ ਕੋਲ ਹੈ SAI ਦਾ ਪੂਰਾ ਨਾਮ ਹੈ ਸਟਰੋਂਗ ਆਰਟੀਫਿਸ਼ੀਅਲ ਇੰਟੈਲੀਜੈਂਸ। 16ਵਾਂ ਸਾਡੇ ਕੋਲ ਹੈ MP4 ਦਾ ਪੂਰਾ ਨਾਮ ਹੈ ਮੂਵਿੰਗ ਪਿਕਚਰ ਐਕਸਪਰਟ ਗਰੁੱਪ ਲੇਅਰ 4। 17ਵਾਂ ਸਾਡੇ ਕੋਲ ਹੈ MP3 ਦਾ ਪੂਰਾ ਨਾਮ ਹੈ MPEG ਆਡੀਓ ਲੇਅਰ 3। 18ਵਾਂ ਸਾਡੇ ਕੋਲ ਹੈ WMB ਦਾ ਪੂਰਾ ਨਾਮ ਹੈ ਵਿੰਡੋ ਮੀਡੀਆ ਵੀਡੀਓ। 19ਵਾਂ ਸਾਡੇ ਕੋਲ ਹੈ FLV ਦਾ ਪੂਰਾ ਨਾਮ ਹੈ ਫਲੈਸ਼ ਵੀਡੀਓ। 20ਵਾਂ ਸਾਡੇ ਕੋਲ ਹੈ AVI ਦਾ ਪੂਰਾ ਨਾਮ ਹੈ ਆਡੀਓ ਵੀਡੀਓ ਇੰਟਰਲੀਵ। ਅੱਗੇ 21ਵਾਂ ਸਾਡੇ ਕੋਲ ਹੈ GIF ਦਾ ਪੂਰਾ ਨਾਮ ਹੈ ਗ੍ਰਾਫਿਕਸ ਇੰਟਰਚੇਂਜ ਫਾਰਮੈਟ। 22ਵਾਂ ਸਾਡੇ ਕੋਲ ਹੈ PNG ਦਾ ਪੂਰਾ ਨਾਮ ਹੈ ਪੋਰਟੇਬਲ ਨੈਟਵਰਕ ਗ੍ਰਾਫਿਕਸ। 23ਵਾਂ ਸਾਡੇ ਕੋਲ ਹੈ TIFF ਦਾ ਪੂਰਾ ਨਾਮ ਹੈ ਟੈਗ ਇਮੇਜ ਫਾਈਲ ਫਾਰਮੈਟ। 24ਵਾਂ ਸਾਡੇ ਕੋਲ ਹੈ JPG ਦਾ ਪੂਰਾ ਨਾਮ ਹੈ ਜੁਆਇੰਟ ਫੋਟੋਗ੍ਰਾਫਿਕ ਐਕਸਪਰਟ ਗਰੁੱਪ। 25ਵਾਂ ਸਾਡੇ ਕੋਲ ਹੈ PSD ਦਾ ਪੂਰਾ ਨਾਮ ਹੈ ਫੋਟੋਸ਼ਾਪ ਡਾਕੂਮੈਂਟ। 26ਵਾਂ ਸਾਡੇ ਕੋਲ ਹੈ BMP ਦਾ ਪੂਰਾ ਨਾਮ ਹੈ ਬਿਟਮੈਪ ਪਿਕਚਰ। ਸੋ ਅੱਗੇ ਹੁਣ ਅਸੀਂ ਪਾਰਟ ਨੰਬਰ 1 ਤੋਂ ਪਾਰਟ ਨੰਬਰ 8 ਦੇ ਸਹੀ ਗਲਤ ਬਾਰੇ ਜਾਣਾਂਗੇ। ਇਹਨਾਂ ਦੇ ਵੀ ਸਾਡੇ ਕੋਲ ਇੱਕ ਅੰਕ ਹੋਣਗੇ। ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਮੂਵੀ ਨੂੰ ਬਣਾਉਣ ਦੇ ਕੰਮ ਨੂੰ 5 ਪੜਾਵਾਂ ਵਿੱਚ ਵੰਡਿਆ ਜਾਂਦਾ ਹੈ, ਗਲਤ। ਦੂਸਰਾ ਸਾਡੇ ਕੋਲ ਹੈ ਵੀਡੀਓ ਐਡੀਟਿੰਗ ਵਿੱਚ ਸਿਰਫ ਇੱਕ ਵੀਡੀਓ ਕਲਿੱਪ ਦੇ ਨਾਲ ਕੰਮ ਕੀਤਾ ਜਾਂਦਾ ਹੈ, ਗਲਤ। ਤੀਸਰਾ ਹੈ ਵੀਡੀਓ ਮਰਜ ਕਰਨ ਤੋਂ ਭਾਵ ਕਲਿੱਪ ਨੂੰ ਕਈ ਹਿੱਸਿਆਂ ਵਿੱਚ ਵੰਡਣਾ ਹੁੰਦਾ ਹੈ, ਗਲਤ। ਚੌਥਾ ਹੈ ਵੀਡੀਓ ਫਾਈਲ ਨੂੰ ਐਕਸਪੋਰਟ ਕਰਨ ਦੀ ਪ੍ਰਕਿਰਿਆ ਨੂੰ ਆਰੰਭ ਕਰਨ ਤੋਂ ਪਹਿਲਾਂ ਪ੍ਰੋਜੈਕਟ ਨੂੰ ਸੇਵ ਕਰ ਲੈਣਾ ਚਾਹੀਦਾ ਹੈ, ਸਹੀ। ਪੰਜਵਾਂ ਹੈ MPEG ਲੇਅਰ 4 ਵੀਡੀਓ ਫਾਰਮੈਟ ਆਡੀਓ ਅਤੇ ਵੀਡੀਓ ਟਰੈਕ ਲਈ ਵੱਖਰੇ ਕੰਪਰੈਸ਼ਨ ਦੀ ਵਰਤੋਂ ਕਰਦਾ ਹੈ, ਸਹੀ। ਸੋ ਹੁਣ ਅਸੀਂ ਉਹਨਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਬਾਰੇ ਪੜਾਂਗੇ ਜਿਹੜੇ ਕਿ ਤੁਹਾਨੂੰ ਪ੍ਰੀਖਿਆ ਵਿੱਚ ਆ ਸਕਦੇ ਨੇ। ਸੋ ਇਹਨਾਂ ਦੇ 4-4 ਅੰਕ ਹੋਣਗੇ। ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਐਕਸਲ ਕੀ ਹੈ। ਸੋ MS ਐਕਸਲ ਇੱਕ ਪਾਵਰਫੁਲ ਸਪਰੈਡਸ਼ੀਟ ਪ੍ਰੋਗਰਾਮ ਹੈ ਜੋ ਤੁਹਾਨੂੰ ਡਾਟਾ ਨੂੰ ਸੰਭਾਲਣ, ਗਣਨਾਵਾਂ ਕਰਨ, ਨਤੀਜਿਆਂ ਤੱਕ ਪਹੁੰਚਾਉਣ, ਗ੍ਰਾਫ ਤਿਆਰ ਕਰਨ, ਡਾਟੇ ਨੂੰ ਪ੍ਰੋਫੈਸ਼ਨਲ ਤਰੀਕੇ ਵਾਂਗ ਦਿਖਣ ਵਾਲੀ ਰਿਪੋਰਟ ਤਿਆਰ ਕਰਨ, ਡਾਟਾ ਨੂੰ ਵੈਬਸਾਈਟ ਤੇ ਪਬਲਿਸ਼ ਕਰਨ ਅਤੇ ਰੀਅਲ ਟਾਈਮ ਡਾਟਾ ਤੱਕ ਪਹੁੰਚ ਕਰਨ ਦੀ ਸੁਵਿਧਾ ਦਿੰਦਾ ਹੈ। ਦੂਸਰਾ ਪ੍ਰਸ਼ਨ ਹੈ ਫਾਰਮੈਟਿੰਗ ਡਿਟੇਲ ਵਿੱਚ ਦੱਸੋ। ਸੋ ਟੈਕਸਟ ਨੂੰ ਫਾਰਮੈਟਿੰਗ ਕਰਨ ਤੋਂ ਭਾਵ ਹੈ ਫੌਂਟ ਦੀ ਸ਼ੈਲੀ ਨੂੰ ਬਦਲਣਾ, ਜਿਸ ਵਿੱਚ ਮੁੱਢਲੇ ਕੰਮ ਫੌਂਟ ਦੇ ਸਾਈਜ਼ ਨੂੰ ਵਧਾਉਣਾ ਅਤੇ ਘਟਾਉਣਾ, ਟੈਕਸਟ ਦਾ ਰੰਗ ਬਦਲਣਾ,
ਟੈਕਸਟ ਨੂੰ ਬੋਲਡ ਕਰਨਾ, ਟੈਕਸਟ ਨੂੰ ਇਟੈਲਿਕ ਕਰਨਾ, ਟੈਕਸਟ ਨੂੰ ਅੰਡਰਲਾਈਨ ਕਰਨਾ ਆਦਿ ਹਨ। ਸੋ ਫਾਰਮੈਟਿੰਗ ਰਾਹੀਂ ਅਸੀਂ ਟੈਕਸਟ ਦੀ ਦਿਖਾਵਟ ਨੂੰ ਬਦਲ ਸਕਦੇ ਹਾਂ। ਸਾਡੇ ਕੋਲ ਤੀਸਰਾ ਪ੍ਰਸ਼ਨ ਹੈ, ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਵਿਕਲਪਾਂ ਦੀ ਵਿਆਖਿਆ ਕਰੋ। ਸਭ ਤੋਂ ਪਹਿਲਾਂ ਅਸੀਂ ਪ੍ਰਿੰਟ ਪ੍ਰੀਵਿਊ ਬਾਰੇ ਜਾਣ ਲੈਂਦੇ ਹਾਂ। ਪ੍ਰਿੰਟ ਪ੍ਰੀਵਿਊ ਇੱਕ ਅਜਿਹੀ ਵਿਸ਼ੇਸ਼ਤਾ ਹੈ ਜੋ ਇਹ ਦਰਸਾਉਂਦੀ ਹੈ ਕਿ ਡਾਕੂਮੈਂਟ ਨੂੰ ਪੇਪਰ ਉੱਪਰ ਪ੍ਰਿੰਟ ਕਰਨ ਤੋਂ ਪਹਿਲਾਂ ਉਹ ਕਿਸ ਤਰ੍ਹਾਂ ਨਾਲ ਨਜ਼ਰ ਆਵੇਗਾ, ਜਦ ਕਿ ਪ੍ਰਿੰਟ ਕਮਾਂਡ ਰਾਹੀਂ ਅਸੀਂ ਪ੍ਰਿੰਟਰ ਦੀ ਚੋਣ, ਪੇਪਰ ਸਾਈਜ਼ ਦੀ ਚੋਣ ਅਤੇ ਪੇਜ ਓਰੀਐਂਟੇਸ਼ਨ ਆਦਿ ਦੀ ਸੈਟਿੰਗ ਕਰਕੇ ਡਾਕੂਮੈਂਟ ਨੂੰ ਪ੍ਰਿੰਟ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ, MS ਐਕਸਲ ਵਿੱਚ ਫਾਰਮੂਲੇ ਕੀ ਹੁੰਦੇ ਹਨ। ਸੋ MS ਐਕਸਲ ਵਿੱਚ ਅਸੀਂ ਫਾਰਮੂਲੇ ਦੀ ਵਰਤੋਂ ਕਰਕੇ ਸਕੂਲ ਦੇ ਨਤੀਜਿਆਂ, ਗ੍ਰੇਡਿੰਗ ਅਤੇ ਵਿਦਿਆਰਥੀਆਂ ਦੀ ਫੀਸ ਆਦਿ ਵਿੱਚ ਸ਼ਾਮਲ ਗਣਨਾਵਾਂ ਕਰਵਾ ਸਕਦੇ ਹਾਂ। ਫਾਰਮੂਲਾ ਹਮੇਸ਼ਾ ਬਰਾਬਰ ਦੇ ਚਿੰਨ੍ਹ ਨਾਲ ਸ਼ੁਰੂ ਹੁੰਦਾ ਹੈ। ਸੋ ਫਾਰਮੂਲੇ ਦੀ ਅਸੀਂ ਉਦਾਹਰਨ ਦੇਖ ਲੈਂਦੇ ਹਾਂ। ਸਾਡੇ ਕੋਲ ਫਾਰਮੂਲੇ ਪਹਿਲੀ ਉਦਾਹਰਨ ਹੈ = D12 - D13। ਸੋ D12 ਤੇ D13 ਵਿੱਚ D12 ਅਤੇ 13 ਸੈੱਲ ਵਿੱਚ ਜੋ ਵੀ ਡਾਟਾ ਹੋਏਗਾ ਉਹ ਦੋਵਾਂ ਨੂੰ ਅਸੀਂ ਪਲੱਸ ਦੀ ਵਰਤੋਂ ਕਰਦੇ ਹੋਏ ਉਹਨਾਂ ਨੂੰ ਜਮ੍ਹਾਂ ਕਰ ਸਕਦੇ ਹਾਂ। ਉਸੇ ਤਰ੍ਹਾਂ ਦੇ ਨਾਲ ਦੂਸਰਾ ਸਾਡੇ ਕੋਲ ਹੈ ਬਰਾਬਰ A4 - A5। ਸੋ A4 ਅਤੇ A5 ਸੈੱਲ ਵਿੱਚ ਜੋ ਵੀ ਮੁੱਲ ਅਸੀਂ ਲਿਖੇ ਹੋਣਗੇ ਇਹ ਦੋਵਾਂ ਨੂੰ ਆਪਸ ਵਿੱਚ ਘਟਾ ਦੇਗਾ। ਤੀਸਰਾ ਸਾਡੇ ਕੋਲ ਹੈ ਬਰਾਬਰ C5 - D6 E2। ਸੋ ਇਹ ਕੀ ਕਰੇਗਾ, D6 ਤੇ E2 ਵਿੱਚ ਜੋ ਵੈਲਿਊ ਹੈ ਉਹਨਾਂ ਨੂੰ ਗੁਣਾ ਕਰਨ ਤੋਂ ਬਾਅਦ C5 ਦੇ ਵਿੱਚ ਸਮੈਲ ਨੂੰ ਜਮ੍ਹਾਂ ਕਰ ਦੇਗਾ। ਇਸ ਤਰ੍ਹਾਂ ਦੇ ਨਾਲ ਅਸੀਂ ਫਾਰਮੂਲਿਆਂ ਨੂੰ ਐਕਸਲ ਵਿੱਚ ਵਰਤ ਸਕਦੇ ਹਾਂ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਤੁਸੀਂ ਐਕਸਲ ਵਿਚਲੀ ਫਾਰਮੂਲਾ ਬਾਰ ਬਾਰੇ ਕੀ ਜਾਣਦੇ ਹੋ। ਸੋ ਫਾਰਮੂਲਾ ਬਾਰ MS ਐਕਸਲ ਦੇ ਸਭ ਤੋਂ ਮਹੱਤਵਪੂਰਨ ਭਾਗਾਂ ਵਿੱਚੋਂ ਇੱਕ ਹੈ। ਫਾਰਮੂਲਾ ਬਾਰ ਐਕਸਲ ਵਿੰਡੋ ਦੇ ਸਿਖਰ ਤੇ ਅਤੇ ਰੀਬਨ ਦੇ ਹੇਠਲੇ ਪਾਸੇ ਮੌਜੂਦ ਹੁੰਦਾ ਹੈ। ਫਾਰਮੂਲਾ ਬਾਰ ਦੇ ਦੋ ਭਾਗ ਹੁੰਦੇ ਹਨ। ਪਹਿਲਾ ਭਾਗ ਨੇਮ ਬਾਕਸ ਜੋ ਕਿ ਸੈੱਲ ਦੇ ਐਡਰੈਸ ਨੂੰ ਦਰਸਾਉਂਦਾ ਹੈ ਅਤੇ ਦੂਜਾ ਭਾਗ ਫੰਕਸ਼ਨ ਜੋ ਕਿ ਟਾਈਪ ਕੀਤੇ ਗਏ ਡਾਟਾ ਜਾਂ ਫਾਰਮੂਲੇ ਨੂੰ ਦਰਸਾਉਂਦਾ ਹੈ। ਛੇਵਾਂ ਪ੍ਰਸ਼ਨ ਹੈ, ਮਾਰਜਨ ਕੀ ਹਨ। ਸੋ ਇੱਕ ਮਾਰਜਨ ਜਾਂ ਹਾਸ਼ੀਆ ਟੈਕਸਟ ਅਤੇ ਡਾਕੂਮੈਂਟ ਦੇ ਕਿਨਾਰੇ ਦੇ ਵਿਚਕਾਰ ਦੀ ਸਪੇਸ ਜਾਂ ਖਾਲੀ ਜਗ੍ਹਾ ਹੈ। ਸੋ ਇੱਕ ਮਾਰਜਨ ਜਾਂ ਹਾਸ਼ੀਆ ਟੈਕਸਟ ਅਤੇ ਡਾਕੂਮੈਂਟ ਦੇ ਕਿਨਾਰੇ ਦੇ ਵਿਚਕਾਰ ਦੀ ਸਪੇਸ ਜਾਂ ਖਾਲੀ ਜਗ੍ਹਾ ਹੈ। ਇੱਕ ਨਵੇਂ ਡਾਕੂਮੈਂਟ ਦਾ ਮਾਰਜਨ ਨਾਰਮਲ ਤੇ ਆਧਾਰਿਤ ਕੀਤਾ ਗਿਆ ਹੁੰਦਾ ਹੈ ਅਤੇ ਇਸ ਦੇ 4 ਹਿੱਸੇ ਹੁੰਦੇ ਹਨ: ਟੌਪ ਜਾਂ ਉੱਪਰਲਾ ਮਾਰਜਨ, ਬਾਟਮ ਜਾਂ ਹੇਠਲਾ ਮਾਰਜਨ, ਲੈਫਟ ਜਾਂ ਖੱਬਾ ਮਾਰਜਨ ਅਤੇ ਰਾਈਟ ਜਾਂ ਸੱਜਾ ਮਾਰਜਨ। ਡਾਕੂਮੈਂਟ ਵਿੱਚ ਇਹਨਾਂ 4 ਮਾਰਜਨਾਂ ਨੂੰ 1 ਇੰਚ ਨਿਰਧਾਰਿਤ ਕੀਤਾ ਗਿਆ ਹੁੰਦਾ ਹੈ, ਜਿਸ ਨੂੰ ਅਸੀਂ ਆਪਣੀ ਲੋੜ ਅਨੁਸਾਰ ਬਦਲ ਵੀ ਸਕਦੇ ਹਾਂ। ਸੱਤਵਾਂ ਪ੍ਰਸ਼ਨ ਹੈ, ਬ੍ਰਾਂਚਿੰਗ ਨੂੰ ਪਰਿਭਾਸ਼ਿਤ ਕਰੋ। ਇਸ ਦੀਆਂ ਵੱਖ-ਵੱਖ ਕੰਟਰੋਲ ਸਟੇਟਮੈਂਟਾਂ ਦੇ ਨਾਂ ਵੀ ਲਿਖੋ। ਸੋ ਸਟੇਟਮੈਂਟਾਂ ਜੋ ਪ੍ਰੋਗਰਾਮ ਦੇ ਚੱਲਣ ਦੌਰਾਨ ਇੱਕ ਬ੍ਰਾਂਚ ਜਾਂ ਦੂਜੀ ਬ੍ਰਾਂਚ ਦੀ ਚੋਣ ਕਰਦੀਆਂ ਹਨ ਉਹਨਾਂ ਨੂੰ ਬ੍ਰਾਂਚਿੰਗ ਸਟੇਟਮੈਂਟ ਕਿਹਾ ਜਾਂਦਾ ਹੈ। ਇਹਨਾਂ ਸਟੇਟਮੈਂਟਾਂ ਦੀ ਵਰਤੋਂ ਫੈਸਲਾ ਲੈਣ ਦੇ ਕੰਮਾਂ ਲਈ ਜਾਂ ਇੱਕ ਤੋਂ ਜ਼ਿਆਦਾ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਲਈ ਵਰਤੀ ਜਾਂਦੀ ਹੈ। ਸੋ ਬ੍ਰਾਂਚਿੰਗ ਸਟੇਟਮੈਂਟ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਜਿਸ ਵਿੱਚ ਪਹਿਲੀ ਹੈ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਅਤੇ ਦੂਸਰੀ ਮਲਟੀਵੇ ਕੰਡੀਸ਼ਨਲ ਕੰਟਰੋਲ ਸਟੇਟਮੈਂਟ। ਅੱਗੇ 8ਵਾਂ ਪ੍ਰਸ਼ਨ ਹੈ, ਲੂਪਿੰਗ ਕੀ ਹੈ। 3 ਵੱਖ-ਵੱਖ ਕਿਸਮਾਂ ਦੀਆਂ ਲੂਪਿੰਗ ਸਟੇਟਮੈਂਟ ਦੇ ਨਾਂ ਲਿਖੋ। ਸੋ ਲੂਪਿੰਗ ਸਟੇਟਮੈਂਟ ਨੂੰ ਇਟਰੇਟਿਵ ਸਟੇਟਮੈਂਟ ਵੀ ਕਿਹਾ ਜਾਂਦਾ ਹੈ। ਪ੍ਰੋਗਰਾਮਾਂ ਵਿੱਚ ਅਜਿਹੀਆਂ ਸਥਿਤੀਆਂ ਵੀ ਹੋ ਸਕਦੀਆਂ ਹਨ ਜਦੋਂ ਸਾਨੂੰ ਸਟੇਟਮੈਂਟਾਂ ਦੇ ਬਲਾਕ ਨੂੰ ਕਈ ਵਾਰ ਚਲਾਉਣ ਦੀ ਲੋੜ ਪੈਂਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਲੂਪ ਸਾਨੂੰ ਸਟੇਟਮੈਂਟਾਂ ਨੂੰ ਦੁਹਰਾਉਣ ਦਾ ਇੱਕ ਢੰਗ ਮੁਹੱਈਆ ਕਰਵਾਉਂਦੀਆਂ ਹਨ ਅਤੇ ਇਹ ਵੀ ਨਿਯੰਤਰਣ ਕਰਦੀਆਂ ਹਨ ਕਿ ਸਟੇਟਮੈਂਟਾਂ ਨੂੰ ਕਿੰਨੀ ਵਾਰ ਦੁਹਰਾਇਆ ਜਾਵੇਗਾ। ਸੋ ਲੂਪਿੰਗ ਸਟੇਟਮੈਂਟ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਫੋਰ ਲੂਪ, ਦੂਸਰਾ ਵਾਈਲ ਲੂਪ, ਤੀਸਰਾ ਡੂ ਵਾਈਲ ਲੂਪ। ਅੱਗੇ ਸਾਡੇ ਕੋਲ 9ਵਾਂ ਪ੍ਰਸ਼ਨ ਹੈ, ਨੈਸਟਡ ਇਫ ਸਟੇਟਮੈਂਟ ਕੀ ਹੁੰਦੀ ਹੈ। ਸੋ ਜਦੋਂ ਇੱਕ ਇਫ ਕੰਡੀਸ਼ਨ ਦੇ ਸਟੇਟਮੈਂਟ ਬਲਾਕ ਵਿੱਚ ਇੱਕ ਹੋਰ ਇਫ ਕੰਡੀਸ਼ਨ ਜਾਂ ਇਫ ਐਲਸ ਕੰਡੀਸ਼ਨ ਦੇ ਸਟੇਟਮੈਂਟ ਬਲਾਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਨੂੰ ਨੈਸਟਡ ਇਫ ਸਟੇਟਮੈਂਟ ਕਹਿੰਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅੰਦਰੂਨੀ ਇਫ ਸਟੇਟਮੈਂਟ ਦਾ ਬਲਾਕ ਉਸ ਸਮੇਂ ਕੰਮ ਕਰੇਗਾ ਜਦੋਂ ਬਾਹਰੀ ਇਫ ਸਟੇਟਮੈਂਟ ਦੀ ਕੰਡੀਸ਼ਨ ਅਤੇ ਅੰਦਰੂਨੀ ਇਫ ਸਟੇਟਮੈਂਟ ਦੀ ਕੰਡੀਸ਼ਨ ਦੋਵੇਂ ਹੀ ਸਹੀ ਹੋਣ। ਹੁਣ ਅਸੀਂ ਇਸ ਦੀ ਬਣਤਰ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਇਸ ਨੂੰ ਲਿਖਣ ਦਾ ਤਰੀਕਾ ਹੈ ਇਫ ਲੈਫਟ ਪੈਰੇਂਥੀਸਿਸ ਐਕਸਪ੍ਰੈਸ਼ਨ ਔਰ ਕੰਡੀਸ਼ਨ 1, ਉਸ ਤੋਂ ਬਾਅਦ ਰਾਈਟ ਪੈਰੇਂਥੀਸਿਸ ਲਿਖ ਦਾਂਗੇ, ਫਿਰ ਲੈਫਟ ਬ੍ਰੇਸ ਤੋਂ ਬਾਅਦ ਲੈਫਟ ਬ੍ਰੇਸ ਤੋਂ ਬਾਅਦ ਹੁਣ ਅਸੀਂ ਇਸ ਦੀ ਅੰਦਰੂਨੀ ਦੂਸਰੀ ਇਫ ਲਿਖਾਂਗੇ ਇਫ ਲੈਫਟ ਪੈਰੇਂਥੀਸਿਸ ਐਕਸਪ੍ਰੈਸ਼ਨ ਔਰ ਕੰਡੀਸ਼ਨ 2, ਰਾਈਟ ਪੈਰੇਂਥੀਸਿਸ ਲੈਫਟ ਬ੍ਰੇਸ ਇੰਟਰਨਲ ਇਫ ਸਟੇਟਮੈਂਟ ਦਾ ਬਲਾਕ 1 ਲਿਖਾਂਗੇ। ਉਸ ਤੋਂ ਬਾਅਦ ਅਸੀਂ ਜਿਹੜੀ ਕੰਡੀਸ਼ਨ 1 ਹੈ ਉਸ ਦਾ ਬਲਾਕ
वन ऑफ स्टेटमेंट लिखांगे, उस तो बाद सैमीकोलन लगावांगे, उस तो बाद इसनूं बंद कर देवांगे। बंद करन तो बाद जिहड़ी बाहरली साडे कोल इफ स्टेटमेंट ही उसनूं इस तरह नाल बंद कर देंगे। सो अगे साडे कोल 10वां ऑपरेशन है इफ एल्स स्टेटमेंट की है। इफ एल्स स्टेटमेंट ਲਈ प्रोग्राम लिखो। सो इफ एल्स स्टेटमेंट राਹੀਂ ਅਸੀਂ स्टेटमेंट ਦੇ ਲਾਗੂ ਕਰਨ ਦੀ ਸਥਿਤੀ ਨੂੰ ਕੰਟਰੋਲ ਕਰ ਸਕਦੇ ਹਾਂ। ਜਦੋਂ ਅਸੀਂ ਦੋ ਜਾਂ ਦੋ ਤੋਂ ਵੱਧ ਸ਼ਰਤਾਂ ਦੇ ਆਧਾਰ ਤੇ ਕੋਈ ਫੈਸਲਾ ਲੈਣਾ ਹੁੰਦਾ ਹੈ ਜਾਂ ਪ੍ਰੋਗਰਾਮ ਤੋਂ ਕੋਈ ਖਾਸ ਕੰਮ ਕਰਵਾਉਣਾ ਹੁੰਦਾ ਹੈ ਤਾਂ ਅਸੀਂ ਇਫ ਐਲਸ ਸਟੇਟਮੈਂਟ ਦੀ ਵਰਤੋਂ ਕਰਦੇ ਹਾਂ। ਇਸ ਵਿੱਚ ਜੇਕਰ ਇਫ ਕੰਡੀਸ਼ਨ ਸਹੀ ਸਾਬਿਤ ਹੁੰਦੀ ਹੈ ਤਾਂ ਇਫ ਬਲੋਕ ਲਾਗੂ ਕਰਨ ਹੁੰਦਾ ਹੈ ਅਤੇ ਐਲਸ ਭਾਗ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਇਫ ਸਟੇਟਮੈਂਟ ਦੇ ਗਲਤ ਹੋਣ ਦੀ ਸਥਿਤੀ ਵਿੱਚ ਸਿਰਫ ਐਲਸ ਭਾਗ ਦਾ ਲਾਗੂ ਕਰਨ ਹੀ ਹੁੰਦਾ ਹੈ। ਜਿਵੇਂ ਕਿ ਅਸੀਂ ਇਸ ਦੀ ਉਦਾਹਰਨ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਅਸੀਂ ਹੈਡਰ ਫਾਈਲ ਯੂਜ਼ ਕਰਾਂਗੇ ਹੈਸ਼ ਇਨਕਲੂਡ left angle bracket stdio.h right angle bracket, ਉਸ ਤੋਂ ਬਾਅਦ void main parenthesis left brace inert a equal to 20 comma b equal to 10 semicolon। ਇਸ ਵਿੱਚ ਅਸੀਂ v ਨੂੰ ਇੱਕ ਵੇਰੀਏਬਲ a ਹੈ ਜੋ ਇੰਟੀਜਰ ਟਾਈਪ ਦਾ ਹੈ ਉਸ ਵਿੱਚ ਐਲੋਕੇਟ ਕਰਤਾ। ਉਸੇ ਤਰ੍ਹਾਂ ਦੇ ਨਾਲ 10 ਨੂੰ b ਵਿੱਚ ਐਲੋਕੇਟ ਕਰਤਾ ਹੈ ਤਾਂ b ਵੀ ਸਾਡੇ ਕੋਲ ਇੰਟੀਜਰ ਟਾਈਪ ਦਾ ਵੇਰੀਏਬਲ ਹੈ। ਸੋ ਉਸ ਤੋਂ ਬਾਅਦ ਅਸੀਂ ਹੁਣ ਕੰਡੀਸ਼ਨ ਲਗਾਵਾਂਗੇ if left parenthesis if left parenthesis a greater than b then right parenthesis। ਸੋ ਇਹ ਸਾਨੂੰ ਕੰਡੀਸ਼ਨ ਤੱਕ ਦਰਸਾ ਰਿਹਾ ਹੈ ਕਿ ਜੇਕਰ a b ਨੂੰ ਵੱਡਾ ਹੋਏਗਾ ਤੇ ਕੀ ਹੋਏਗਾ। then left brace ਹੁਣ ਅਸੀਂ ਇਸ ਦਾ ਬਲੌਕ ਸੈੱਟ ਕਰਾਂਗੇ printf left parenthesis ਡਬਲ ਕੋਡ ਵਿੱਚ a greater than b। ਉਸ ਤੋਂ ਬਾਅਦ ਡਬਲ ਕੋਟ ਨੂੰ ਬੰਦ ਕਰ ਦਿੱਤਾ ਹੈ ਰਾਈਟ ਪੈਰੇਂਥੀਸਿਸ ਨੂੰ ਬੰਦ ਕਰਤਾ ਸੈਮੀਕੋਲਨ ਲਗਾ ਦਿੱਤਾ। ਇਹ ਸਾਨੂੰ ਦਰਸਾ ਰਿਹਾ ਵੀ ਜੇਕਰ a b ਨੂੰ ਵੱਡਾ ਹੁੰਦਾ ਹੈ ਤੇ ਕੀ ਪ੍ਰਿੰਟ ਕਰੇਗਾ a is greater than b। ਪਰ ਜੇਕਰ ਅਸੀਂ a ਦੀ ਜਗ੍ਹਾ 10 ਲਿਖ ਦਈਏ ਤੇ b ਦੀ ਜਗ੍ਹਾ 20 ਲਿਖ ਦਈਏ ਇਸ ਕੇਸ ਵਿੱਚ ਜਿਹੜਾ 10 ਹੈ ਉਹ 20 ਨੂੰ ਵੱਡਾ ਨਹੀਂ ਹੈ ਤਾਂ ਫਿਰ ਇਸ ਦਾ ਐਲਸ ਬਲੋਕ ਸਾਨੂੰ ਕੀ ਪ੍ਰਿੰਟ ਕਰੇਗਾ printf a is less than b। ਇਸ ਤਰ੍ਹਾਂ ਦੇ ਨਾਲ ਜਿਹੜਾ ਪ੍ਰੋਗਰਾਮ ਹੈ ਕੰਮ ਕਰੇਗਾ। ਅੱਗੇ ਸਾਡੇ ਕੋਲ 11ਵਾਂ ਆਪਰੇਸ਼ਨ ਹੈ ਵਾਈਲ ਸਟੇਟਮੈਂਟ ਕੀ ਹੈ ਇਸਦੀ ਬਣਤਰ ਲਿਖੋ। ਸੋ ਵਾਈਲ ਲੂਪ ਇੱਕ ਪ੍ਰੀ ਟੈਸਟ ਲੂਪ ਹੈ ਅਤੇ ਇਸ ਲੂਪ ਦੀ ਵਰਤੋਂ ਕਿਸੇ ਸਟੇਟਮੈਂਟ ਨੂੰ ਬਾਰ-ਬਾਰ ਦੁਹਰਾਉਣ ਦੇ ਕੰਮ ਆਉਂਦੀ ਹੈ। ਇਸ ਲੂਪ ਲਈ ਸੀ ਭਾਸ਼ਾ ਦੇ ਵਾਈਲ ਕੀਵਰਡ ਦੀ ਵਰਤੋਂ ਕੀਤੀ ਜਾਂਦੀ ਹੈ। ਵਾਈਲ ਲੂਪ ਵਿੱਚ ਸਿਰਫ ਟੈਸਟ ਕੰਡੀਸ਼ਨ ਪਰਿਭਾਸ਼ਿਤ ਕੀਤੀ ਜਾਂਦੀ ਹੈ। ਲੂਪ ਦੇ ਸ਼ੁਰੂਆਤੀ ਭਾਗ ਨੂੰ ਵਾਈਲ ਲੂਪ ਤੋਂ ਪਹਿਲਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਅਤੇ ਲੂਪ ਦੇ ਸਟੈਪ ਸਾਈਜ਼ ਨੂੰ ਵਾਈਲ ਲੂਪ ਦੇ ਅੰਦਰ ਡਿਕਲੇਅਰ ਕੀਤਾ ਜਾਂਦਾ ਹੈ। ਹੁਣ ਅਸੀਂ ਵਾਈਲ ਲੂਪ ਦਾ ਸਿੰਟੈਕਸ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਵੇਰੀਏਬਲ ਡਿਕਲੇਰੇਸ਼ਨ ਸੈਮੀਕੋਲਨ, ਉਸ ਤੋਂ ਬਾਅਦ ਵੇਰੀਏਬਲ ਇਨੀਸ਼ੀਅਲਾਈਜੇਸ਼ਨ ਸੈਮੀਕੋਲਨ, ਵਾਈਲ ਲੈਫਟ ਪੈਰੇਂਥੀਸਿਸ ਟੈਸਟ ਕੰਡੀਸ਼ਨ then right parenthesis, ਉਸ ਤੋਂ ਬਾਅਦ ਲੈਫਟ ਬ੍ਰੇਸ, ਉਸ ਤੋਂ ਬਾਅਦ ਅਸੀਂ ਇਸ ਦਾ ਸਟੇਟਮੈਂਟ ਬਲੌਕ ਲਿਖਾਂਗੇ। ਬਲੌਕ ਲਿਖਣ ਤੋਂ ਬਾਅਦ ਸਟੈਪ ਸਾਈਜ਼ ਲਿਖਾਂਗੇ। ਸਟੈਪ ਸਾਈਜ਼ ਲਿਖਣ ਤੋਂ ਬਾਅਦ ਇਸ ਦਾ ਜਿਹੜਾ ਬਲੌਕ ਹੈ ਉਸ ਨੂੰ ਬ੍ਰੇਸ ਦੇ ਨਾਲ ਬੰਦ ਕਰ ਦਾਂਗੇ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਆਪਰੇਸ਼ਨ ਹੈ ਇਨਫੋਰਮੇਸ਼ਨ ਟੈਕਨੋਲੋਜੀ ਕੀ ਹੈ। ਸੋ ਇਨਫੋਰਮੇਸ਼ਨ ਟੈਕਨੋਲੋਜੀ ਇੱਕ ਅਜਿਹਾ ਖੇਤਰ ਹੈ ਜਿਸ ਤਹਿਤ ਕੰਪਿਊਟਰ ਜਾਂ ਹੋਰ ਭੌਤਿਕ ਭਾਗ ਜਿਵੇਂ ਹਾਰਡਵੇਅਰ ਅਤੇ ਸੌਫਟਵੇਅਰ ਦੀ ਵਰਤੋਂ ਡਾਟਾ ਬਣਾਉਣ, ਪ੍ਰੋਸੈਸ ਕਰਨ, ਸਟੋਰ ਕਰਨ ਅਤੇ ਸੂਚਨਾਵਾਂ ਨੂੰ ਸੁਰੱਖਿਅਤ ਕਰਨ ਅਤੇ ਆਦਾਨ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਸੋ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਵੱਖ-ਵੱਖ ਪ੍ਰਕਾਰ ਦੇ ਖੇਤਰਾਂ ਜਿਵੇਂ ਵਪਾਰਕ ਡਾਟਾ, ਆਵਾਜ਼ਾਂ, ਵਾਰਤਾਲਾਪਾਂ, ਫੋਟੋ, ਗਤੀਮਾਨ ਤਸਵੀਰਾਂ, ਮਲਟੀਮੀਡੀਆ ਪ੍ਰੈਜੈਂਟੇਸ਼ਨ ਬਾਰੇ ਜਾਣਕਾਰੀ ਨੂੰ ਤਿਆਰ ਕਰਨ, ਸਾਂਭਣ, ਬਦਲਣ ਅਤੇ ਵਰਤਣ ਵਾਲੀ ਸਾਰੀ ਟੈਕਨੋਲੋਜੀ ਸ਼ਾਮਲ ਹੁੰਦੀ ਹੈ। 14ਵਾਂ ਪ੍ਰਸ਼ਨ ਹੈ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਮੌਜੂਦਾ 4 ਰੁਝਾਨਾਂ ਦੇ ਨਾਮ ਲਿਖੋ। ਸੋ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਮੌਜੂਦਾ 4 ਰੁਝਾਨਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਮੋਬਾਈਲ ਇੰਟਰਨੈਟ, ਦੂਸਰਾ ਵਾਈਫਾਈ ਟੈਕਨੋਲੋਜੀ, ਤੀਸਰਾ ਬਲੂਟੁੱਥ ਟੈਕਨੋਲੋਜੀ, ਚੌਥਾ ਈ ਕਮਰਸ, ਪੰਜਵਾਂ ਐਮ ਕਮਰਸ। ਅੱਗੇ ਸਾਡੇ ਕੋਲ 15ਵਾਂ ਪ੍ਰਸ਼ਨ ਹੈ ਬਲੂਟੁੱਥ ਟੈਕਨੋਲੋਜੀ ਦੀ ਪਰਿਭਾਸ਼ਾ ਦਿਓ। ਬਲੂਟੁੱਥ ਇੱਕ ਵਾਇਰਲੈਸ ਲੋਕਲ ਏਰੀਆ ਨੈਟਵਰਕ ਟੈਕਨੋਲੋਜੀ ਹੈ ਜਿਸ ਨਾਲ ਹਰੇਕ ਕਿਸਮ ਦੀਆਂ ਮੀਡੀਆ ਫਾਈਲਾਂ ਨੂੰ ਬਲੂਟੁੱਥ ਨਾਲ ਬਿਨਾਂ ਤਾਰਾਂ ਤੋਂ ਭੇਜਿਆ ਜਾਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਟੈਕਨੋਲੋਜੀ ਦੀ ਵਰਤੋਂ ਫੋਨ, ਲੈਪਟਾਪ, ਪਰਸਨਲ ਕੰਪਿਊਟਰ, ਪ੍ਰਿੰਟਰ, ਡਿਜੀਟਲ ਕੈਮਰੇ, ਮੋਬਾਈਲ ਫੋਨ, ਵੈਬ ਕੈਮਰਾ, GPS, ਕਾਰ, ਕੀਬੋਰਡ, ਮਾਊਸ ਆਦਿ ਵਿੱਚ ਥੋੜੀ ਦੂਰੀ ਤੱਕ ਜਾਣਕਾਰੀ ਦੇ ਆਦਾਨ ਪ੍ਰਦਾਨ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ 16ਵਾਂ ਪ੍ਰਸ਼ਨ ਹੈ GPS ਟੈਕਨੋਲੋਜੀ ਕੀ ਹੈ। ਸੋ GPS ਦਾ ਪੂਰਾ ਨਾਮ ਗਲੋਬਲ ਪੋਜੀਸ਼ਨਿੰਗ ਸਿਸਟਮ ਹੈ ਅਤੇ ਹਰੇਕ ਸਮਾਰਟਫੋਨ ਵਿੱਚ ਇੱਕ GPS ਉਪਲਬਧ ਹੁੰਦਾ ਹੈ। GPS ਟੈਕਨੋਲੋਜੀ ਦੀ ਵਰਤੋਂ ਕਿਸੇ ਵੀ ਜਗ੍ਹਾ ਜਾਂ ਟਿਕਾਣੇ ਦੀ ਭੂਗੋਲਿਕ ਸਥਿਤੀ ਲੱਭਣ ਲਈ ਕੀਤੀ ਜਾਂਦੀ ਹੈ।
ਅਤੇ ਇਹ ਇੱਕ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਹੈ। ਇਸ ਦੀ ਵਰਤੋਂ ਨਾਲ ਕਿਸੇ ਦੋ ਥਾਵਾਂ ਦੀ ਦੂਰੀ ਜਾਂ ਰਸਤਾ ਲੱਭ ਸਕਦੇ ਹਾਂ ਅਤੇ ਨੇੜੇ ਦੀਆਂ ਸੰਸਥਾਵਾਂ, ਹੋਟਲਾਂ, ਦਫ਼ਤਰਾਂ ਆਦਿ ਦਾ ਪਤਾ ਲਗਾਉਣ ਜਾਂ ਨਕਸ਼ੇ ਤਿਆਰ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। 17ਵਾਂ ਪ੍ਰਸ਼ਨ ਹੈ, ਇਨਫੋਰਮੇਸ਼ਨ ਟੈਕਨੋਲੋਜੀ ਦੇ ਪ੍ਰਸੰਗ ਵਿੱਚ ਮਲਟੀਮੀਡੀਆ ਟੈਕਨੋਲੋਜੀ ਬਾਰੇ ਦੱਸੋ। ਸੋ ਮਲਟੀਮੀਡੀਆ ਵਿੱਚ ਉਹ ਸਾਰੀਆਂ ਤਕਨੀਕਾਂ ਸ਼ਾਮਲ ਹਨ ਜੋ ਕਿ ਮਲਟੀਮੀਡੀਆ ਸਮੱਗਰੀ ਨੂੰ ਬਣਾਉਣ ਜਾਂ ਪ੍ਰਦਰਸ਼ਿਤ ਕਰਨ ਵਿੱਚ ਮਦਦ ਕਰਦੀਆਂ ਹਨ, ਜਿਸ ਵਿੱਚ ਇੱਕ ਹੀ ਐਪਲੀਕੇਸ਼ਨ ਸੌਫਟਵੇਅਰ ਵਿੱਚ ਚਿੱਤਰ, ਆਡੀਓ, ਵੀਡੀਓ ਅਤੇ ਟੈਕਸਟ ਆਦਿ ਦਾ ਸੁਮੇਲ ਹੁੰਦਾ ਹੈ। ਸੋ ਮਲਟੀਮੀਡੀਆ ਟੈਕਨੋਲੋਜੀ ਵਿੱਚ ਉਹ ਇੰਟਰੈਕਟਿਵ ਕੰਪਿਊਟਰ ਆਧਾਰਿਤ ਐਪਲੀਕੇਸ਼ਨ ਸ਼ਾਮਲ ਹਨ ਜੋ ਕਿ ਲੋਕਾਂ ਨੂੰ ਡਿਜੀਟਲ ਅਤੇ ਪ੍ਰਿੰਟ ਮਾਧਿਅਮ ਵਿੱਚ ਸੂਚਨਾ ਦਾ ਆਦਾਨ ਪ੍ਰਦਾਨ ਕਰਨ ਦੀ ਆਗਿਆ ਦਿੰਦੀਆਂ ਹਨ। 18ਵਾਂ ਪ੍ਰਸ਼ਨ ਹੈ, 5G ਟੈਕਨੋਲੋਜੀ ਦੀ ਪਰਿਭਾਸ਼ਾ ਦਿਓ। ਸੋ 5G ਅਗਲੀ ਪੀੜ੍ਹੀ ਦੀ ਵਾਇਰਲੈਸ ਟੈਕਨੋਲੋਜੀ ਹੈ ਜਿਹੜੀ 3G ਅਤੇ 4G ਤੋਂ ਕਈ ਗੁਣਾ ਬਿਹਤਰ ਹੈ। 5G ਮੋਬਾਈਲ ਨੈਟਵਰਕ ਲੋਕਾਂ ਨੂੰ ਆਪਸ ਵਿੱਚ ਜੋੜਨ ਦੇ ਨਾਲ-ਨਾਲ ਮਸ਼ੀਨਾਂ ਅਤੇ ਉਪਕਰਨਾਂ ਨੂੰ ਵੀ ਆਪਸ ਵਿੱਚ ਜੋੜਨ ਅਤੇ ਕੰਟਰੋਲ ਕਰਨ ਦਾ ਕੰਮ ਕਰੇਗਾ। ਸੋ 5G ਨੈਟਵਰਕ 4G ਤੋਂ 100 ਗੁਣਾ ਤੇਜ਼ ਹੋ ਸਕਦਾ ਹੈ ਅਤੇ ਇਸ ਵਿੱਚ ਡਾਟਾ ਨੂੰ ਵਾਇਰਲੈਸ ਬ੍ਰੌਡਬੈਂਡ ਕਨੈਕਸ਼ਨ ਦੇ ਮਾਧਿਅਮ ਦੇ ਨਾਲ ਲਗਭਗ 20 ਗੀਗਾਬਿਟ ਪਰ ਸੈਕਿੰਡ ਤੋਂ ਵੀ ਜ਼ਿਆਦਾ ਸਪੀਡ ਵਿੱਚ ਭੇਜਿਆ ਜਾ ਸਕਦਾ ਹੈ। ਸੋ 5G ਦੀ ਮਦਦ ਨਾਲ ਇੱਕ HD ਮੂਵੀ 1 ਮਿੰਟ ਵਿੱਚ ਹੀ ਡਾਊਨਲੋਡ ਕੀਤੀ ਜਾ ਸਕਦੀ ਹੈ। ਅੱਗੇ ਸਾਡੇ ਕੋਲ 19ਵਾਂ ਪ੍ਰਸ਼ਨ ਹੈ, ਡਿਜੀਟਾਈਜੇਸ਼ਨ ਤੋਂ ਕੀ ਭਾਵ ਹੈ। ਸੋ ਡਿਜੀਟਾਈਜੇਸ਼ਨ ਤੋਂ ਭਾਵ ਸੂਚਨਾ ਨੂੰ ਡਿਜੀਟਲ ਮਾਧਿਅਮ ਭਾਵ ਕੰਪਿਊਟਰ ਦੇ ਪੜ੍ਹਨਯੋਗ ਅਤੇ ਕੰਪਿਊਟਰ ਰਾਹੀਂ ਸੰਭਾਲਣਯੋਗ ਰੂਪ ਵਿੱਚ ਬਦਲਣ ਦੀ ਪ੍ਰਕਿਰਿਆ ਹੈ। ਇਸ ਰਾਹੀਂ ਸੂਚਨਾ ਨੂੰ ਬਿਟਸ ਦੇ ਰੂਪ ਵਿੱਚ ਸਾਂਭਿਆ ਜਾਂਦਾ ਹੈ। ਡਿਜੀਟਾਈਜੇਸ਼ਨ ਰਾਹੀਂ ਤਸਵੀਰਾਂ, ਡਾਕੂਮੈਂਟ, ਆਡੀਓ, ਵੀਡੀਓ ਆਦਿ ਨੂੰ ਵੱਖ-ਵੱਖ ਕੰਪਿਊਟਰ ਉਪਕਰਨਾਂ ਰਾਹੀਂ ਡਿਜੀਟਲ ਮਾਧਿਅਮ ਵਿੱਚ ਬਦਲਿਆ ਜਾ ਸਕਦਾ ਹੈ। ਅੱਗੇ ਸਾਡੇ ਕੋਲ 20ਵਾਂ ਪ੍ਰਸ਼ਨ ਹੈ, ਨੈੱਟ ਬੈਂਕਿੰਗ ਬਾਰੇ ਜਾਣਕਾਰੀ ਦਿਓ। ਸੋ ਨੈੱਟ ਬੈਂਕਿੰਗ ਨੂੰ ਇੰਟਰਨੈਟ ਬੈਂਕਿੰਗ ਵੀ ਕਿਹਾ ਜਾਂਦਾ ਹੈ। ਗ੍ਰਾਹਕ ਨੈੱਟ ਬੈਂਕਿੰਗ ਦੀ ਸਹੂਲਤ ਲੈਣ ਤੋਂ ਬਾਅਦ ਘਰ ਬੈਠੇ ਹੀ ਆਪਣੇ ਬੈਂਕ ਖਾਤੇ ਦੀ ਸਟੇਟਮੈਂਟ, ਪੈਸਿਆਂ ਦਾ ਲੈਣ ਦੇਣ, ਭੁਗਤਾਨ, ਬਚਤ ਸਕੀਮਾਂ ਵਿੱਚ ਪੈਸੇ ਟ੍ਰਾਂਸਫਰ ਕਰ ਸਕਦਾ ਹੈ। ਸੋ ਨੈੱਟ ਬੈਂਕਿੰਗ ਦੀ ਸੁਵਿਧਾ ਲੈਣ ਲਈ ਗ੍ਰਾਹਕ ਨੂੰ ਬੈਂਕ ਵਿੱਚ ਜਾ ਕੇ ਬਿਨੈ ਪੱਤਰ ਭਰ ਕੇ ਦੇਣ ਤੋਂ ਬਾਅਦ ਨੈੱਟ ਬੈਂਕਿੰਗ ਦੀ ਵਰਤੋਂ ਲਈ ਇੱਕ ਵਿਲੱਖਣ ਯੂਜ਼ਰ ਨੇਮ ਅਤੇ ਪਾਸਵਰਡ ਯੂਜ਼ਰ ਨੂੰ ਜਾਰੀ ਕਰ ਦਿੱਤਾ ਜਾਂਦਾ ਹੈ, ਜਿਸ ਨੂੰ ਬੈਂਕ ਵੱਲੋਂ ਗ੍ਰਾਹਕ ਨੂੰ ਗੁਪਤ ਤਰੀਕੇ ਨਾਲ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। 21ਵਾਂ ਪ੍ਰਸ਼ਨ ਹੈ, ਈ-ਕਮਰਸ ਤੋਂ ਤੁਸੀਂ ਕੀ ਸਮਝਦੇ ਹੋ। ਸੋ ਈ-ਕਮਰਸ ਨੂੰ ਇਲੈਕਟ੍ਰੋਨਿਕ ਕਮਰਸ ਜਾਂ ਇੰਟਰਨੈਟ ਕਮਰਸ ਵੀ ਕਿਹਾ ਜਾਂਦਾ ਹੈ। ਇੰਟਰਨੈਟ ਰਾਹੀਂ ਵਸਤਾਂ ਨੂੰ ਖਰੀਦਣਾ ਜਾਂ ਵੇਚਣਾ, ਸੇਵਾਵਾਂ ਦੀ ਵਰਤੋਂ ਕਰਨਾ, ਪੈਸਿਆਂ ਦਾ ਲੈਣ ਦੇਣ ਕਰਨਾ ਆਦਿ ਈ-ਕਮਰਸ ਅਖਵਾਉਂਦਾ ਹੈ। ਸੋ ਇਸ ਸਹੂਲਤ ਨਾਲ ਵਪਾਰ ਨੂੰ ਇੱਕ ਨਵੀਂ ਦਿਸ਼ਾ ਮਿਲੀ ਹੈ ਅਤੇ ਕਾਰੋਬਾਰ ਬਹੁਤ ਪ੍ਰਫੁੱਲਤ ਹੋਏ ਹਨ। ਸੋ ਈ-ਕਮਰਸ ਤਹਿਤ ਵਸਤਾਂ ਖਰੀਦਣਾ ਜਾਂ ਵੇਚਣ ਲਈ ਵੈਬਸਾਈਟ ਦੀ ਉਦਾਹਰਨ ਹੈ, ਜਿਸ ਵਿੱਚ ਪਹਿਲਾ ਹੈ ਐਮਾਜ਼ੋਨ, ਫਲਿੱਪਕਾਰਟ, ਈਬੇ, OLX, ਕੁਇਕਰ ਆਦਿ। ਅੱਗੇ ਸਾਡੇ ਕੋਲ 22ਵਾਂ ਪ੍ਰਸ਼ਨ ਹੈ, ਈ-ਕਮਰਸ ਦੀਆਂ ਕਿਸਮਾਂ ਦੇ ਨਾਂ ਲਿਖੋ। ਸੋ ਈ-ਕਮਰਸ ਦੀਆਂ ਕਿਸਮਾਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਵਪਾਰ ਤੋਂ ਵਪਾਰ, ਦੂਸਰਾ ਵਪਾਰ ਤੋਂ ਖਪਤਕਾਰ, ਤੀਸਰਾ ਖਪਤਕਾਰ ਤੋਂ ਖਪਤਕਾਰ, ਚੌਥਾ ਖਪਤਕਾਰ ਤੋਂ ਵਪਾਰ। ਅੱਗੇ 23ਵਾਂ ਪ੍ਰਸ਼ਨ ਹੈ, ਆਨਲਾਈਨ ਭੁਗਤਾਨ ਦੇ ਲਾਭ ਲਿਖੋ। ਸੋ ਆਨਲਾਈਨ ਭੁਗਤਾਨ ਦੇ ਲਾਭ ਸਾਡੇ ਕੋਲ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਆਸਾਨ ਅਤੇ ਸੁਵਿਧਾਜਨਕ, ਕਦੋਂ ਵੀ ਅਤੇ ਕਿਧਰੇ ਵੀ ਪੈਸਿਆਂ ਦਾ ਲੈਣ ਦੇਣ, ਡਿਜੀਟਲ ਭੁਗਤਾਨ ਨਾਲ ਬਚਤ। ਅਗਲਾ ਪ੍ਰਸ਼ਨ ਹੈ, ਡਿਜੀ ਲੋਕਰ ਬਾਰੇ ਦੱਸੋ। ਸੋ ਡਿਜੀ ਲੋਕਰ ਪੇਪਰ ਦਸਤਾਵੇਜ਼ਾਂ ਦੀ ਵਰਤੋਂ ਨੂੰ ਖਤਮ ਕਰਨ ਵਿੱਚ ਮਦਦ ਕਰਦਾ ਹੈ ਅਤੇ ਦਸਤਾਵੇਜ਼ਾਂ ਦੀ ਪ੍ਰਮਾਣਿਕਤਾ ਨੂੰ ਆਨਲਾਈਨ ਤਸਦੀਕ ਕਰਨ ਲਈ ਇੱਕ ਵਿਧੀ ਰਾਹੀਂ ਸਰਕਾਰੀ ਏਜੰਸੀਆਂ ਵਿੱਚ ਦਸਤਾਵੇਜ਼ਾਂ ਨੂੰ ਸਾਂਝਾ ਕਰਨ ਦੇ ਯੋਗ ਬਣਾਉਂਦਾ ਹੈ। ਸੋ ਡਿਜੀ ਲੋਕਰ ਜਾਂ ਡਿਜੀਟਲ ਲੋਕਰ ਪ੍ਰਮਾਣਿਕ ਵਰਚੁਅਲ ਦਸਤਾਵੇਜ਼ਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਇਹ ਇੱਕ ਡਿਜੀਟਲ ਦਸਤਾਵੇਜ਼ ਵਾਲਟ ਹੈ ਜਿੱਥੇ ਤੁਸੀਂ ਆਪਣੇ ਦਸਤਾਵੇਜ਼ ਜਿਵੇਂ ਕਿ ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਵੋਟਰ ID, ਪਾਲਿਸੀ ਦਸਤਾਵੇਜ਼ ਆਦਿ ਨੂੰ ਸਟੋਰ ਕਰ ਸਕਦੇ ਹੋ। ਤੁਸੀਂ ਦਸਤਾਵੇਜ਼ਾਂ ਨੂੰ ਅਪਲੋਡ ਕਰ ਸਕਦੇ ਹੋ ਅਤੇ ਜਦੋਂ ਤੁਸੀਂ ਡਿਜੀ ਲੋਕਰ ਖਾਤੇ ਲਈ ਸਾਈਨ ਅਪ ਕਰਦੇ ਹੋ ਤਾਂ ਇਹਨਾਂ ਨੂੰ ਸੁਰੱਖਿਅਤ ਰੱਖ ਸਕਦੇ ਹੋ। ਇਹ 25ਵਾਂ ਪ੍ਰਸ਼ਨ ਹੈ, ਈ ਲਰਨਿੰਗ ਕੀ ਹੈ। ਸੋ ਈ ਲਰਨਿੰਗ, ਜਿਸ ਨੂੰ ਆਨਲਾਈਨ ਲਰਨਿੰਗ ਜਾਂ ਇਲੈਕਟ੍ਰੋਨਿਕ ਲਰਨਿੰਗ ਵੀ ਕਿਹਾ ਜਾਂਦਾ ਹੈ, ਗਿਆਨ ਦੀ ਪ੍ਰਾਪਤੀ ਹੈ ਜੋ ਇਲੈਕਟ੍ਰੋਨਿਕ ਤਕਨੀਕਾਂ ਅਤੇ ਮੀਡੀਆ ਰਾਹੀਂ ਹੁੰਦੀ ਹੈ। ਈ ਲਰਨਿੰਗ ਸਿੱਖਿਆ ਜੋ ਇਲੈਕਟ੍ਰੋਨਿਕ ਤੌਰ ਤੇ ਸਮਰੱਥ ਹੈ ਵਜੋਂ ਕੀਤੀ ਜਾਂਦੀ ਹੈ। ਈ ਲਰਨਿੰਗ ਇੰਟਰਨੈਟ ਤੇ ਕਰਵਾਈ ਜਾਂਦੀ ਹੈ, ਜਿੱਥੇ ਵਿਦਿਆਰਥੀ ਕਿਸੇ ਵੀ ਸਥਾਨ ਅਤੇ ਸਮੇਂ ਤੇ ਆਪਣੀ ਸਿੱਖਣ ਸਮੱਗਰੀ ਨੂੰ ਆਨਲਾਈਨ ਐਕਸੈਸ ਕਰ ਸਕਦੇ ਹਨ।
ਈ ਲਰਨਿੰਗ ਅਕਸਰ ਆਨਲਾਈਨ ਕੋਰਸਾਂ, ਆਨਲਾਈਨ ਡਿਗਰੀਆਂ ਜਾਂ ਆਨਲਾਈਨ ਪ੍ਰੋਗਰਾਮਾਂ ਦੇ ਰੂਪ ਵਿੱਚ ਹੁੰਦੀ ਹੈ। ਅਗਰ 26ਵਾਂ ਪ੍ਰਸ਼ਨ ਹੈ, ਆਨਲਾਈਨ ਜਾਂ ਡਿਜੀਟਲ ਪੇਮੈਂਟ ਕੀ ਹੁੰਦੀ ਹੈ? ਸੋ ਆਨਲਾਈਨ ਭੁਗਤਾਨ ਨੂੰ ਡਿਜੀਟਲ ਜਾਂ ਈ ਪੇਮੈਂਟ ਜਾਂ ਇਲੈਕਟ੍ਰੋਨਿਕ ਪੇਮੈਂਟ ਵੀ ਕਿਹਾ ਜਾਂਦਾ ਹੈ। ਇਹ ਨਕਦੀ ਰਹਿਤ ਭੁਗਤਾਨ ਕਰਨ ਦਾ ਆਸਾਨ ਅਤੇ ਤੇਜ਼ ਤਰੀਕਾ ਹੈ, ਜਿਸ ਵਿੱਚ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕੀਤਾ ਜਾਂਦਾ ਹੈ। ਇਸ ਵਿੱਚ ਭੁਗਤਾਨ ਕਰਨ ਵਾਲਾ ਅਤੇ ਪ੍ਰਾਪਤ ਕਰਨ ਵਾਲਾ ਦੋਵੇਂ ਹੀ ਡਿਜੀਟਲ ਮਾਧਿਅਮ ਦੀ ਵਰਤੋਂ ਕਰਦੇ ਹਨ। ਡਿਜੀਟਲ ਪੇਮੈਂਟ ਰਾਹੀਂ ਪੈਸੇ ਟ੍ਰਾਂਸਫਰ, ਵਸਤਾਂ ਦੀ ਖਰੀਦਾਰੀ, ਮੋਬਾਈਲ ਜਾਂ ਡਿਸ਼ ਰੀਚਾਰਜ, ਬਿਜਲੀ, ਪਾਣੀ ਜਾਂ ਮੋਬਾਈਲ ਬਿੱਲਾਂ ਦਾ ਭੁਗਤਾਨ ਆਦਿ ਆਸਾਨੀ ਅਤੇ ਤੁਰੰਤ ਕੀਤਾ ਜਾ ਸਕਦਾ ਹੈ। ਅੱਗੇ 27ਵਾਂ ਪ੍ਰਸ਼ਨ, ਈ ਗਵਰਨੈਂਸ ਦੇ 3 ਪੱਧਰ ਕਿਹੜੇ ਹਨ? ਜਾਣਕਾਰੀ ਦਿਓ। ਸੋ ਈ ਗਵਰਨੈਂਸ ਦੇ 3 ਪੱਧਰ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਘਰੇਲੂ ਜਾਂ ਪ੍ਰਾਂਤ ਪੱਧਰ, ਦੂਸਰਾ ਰਾਸ਼ਟਰੀ ਪੱਧਰ, ਤੀਸਰਾ ਅੰਤਰਰਾਜੀ ਪੱਧਰ। ਅੱਗੇ 28ਵਾਂ ਪ੍ਰਸ਼ਨ ਹੈ, ਸਮਾਰਟ ਗਵਰਨੈਂਸ ਬਾਰੇ ਸੰਖੇਪ ਜਾਣਕਾਰੀ ਦਿਓ। ਸੋ ਈ ਗਵਰਨੈਂਸ ਦਾ ਮਾਡਰਨ ਰੂਪ ਹੀ ਸਮਾਰਟ ਗਵਰਨੈਂਸ ਹੈ। ਇਸ ਵਿੱਚ ਸਮਾਰਟ ਦਾ ਮਤਲਬ ਹੁੰਦਾ ਹੈ ਆਕਰਸ਼ਕ ਜਾਂ ਕਿਰਿਆਸ਼ੀਲ ਅਤੇ ਗਵਰਨੈਂਸ ਦਾ ਮਤਲਬ ਹੁੰਦਾ ਹੈ ਸ਼ਾਸਨ। ਸਮਾਰਟ ਗਵਰਨੈਂਸ ਕਿਸੇ ਵੀ ਲੋਕਤੰਤਰੀ ਸਰਕਾਰ ਵੱਲੋਂ ਨਾਗਰਿਕਾਂ ਨੂੰ ਪ੍ਰਭਾਵਸ਼ਾਲੀ, ਆਸਾਨੀ ਨਾਲ ਪ੍ਰਾਪਤ ਅਤੇ ਬਰਾਬਰ ਤਰੀਕੇ ਨਾਲ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਹਨ, ਜੋ ਦੇਸ਼ ਦੀ ਲੋਕ ਭਲਾਈ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਕਰਦੀਆਂ ਹਨ। ਤਕਨੀਕੀ ਆਧਾਰ ਤੇ ਲੋਕਤੰਤਰੀ ਪ੍ਰਣਾਲੀ ਵਿੱਚ ਚੰਗੀ ਯੋਜਨਾਬੰਦੀ ਅਤੇ ਚੰਗੇ ਫੈਸਲੇ ਲੈਣ ਲਈ ਨਵੀਂ ਟੈਕਨੋਲੋਜੀ ਦੀ ਵਰਤੋਂ ਕਰਨਾ ਹੀ ਸਮਾਰਟ ਗਵਰਨੈਂਸ ਅਖਵਾਉਂਦਾ ਹੈ। ਅੱਗੇ ਸਾਡੇ ਕੋਲ 29ਵਾਂ ਪ੍ਰਸ਼ਨ ਹੈ, ਆਧਾਰ ਕਾਰਡ ਦੇ ਕੋਈ 4 ਉਪਯੋਗ ਲਿਖੋ। ਸੋ ਆਧਾਰ ਕਾਰਡ ਦੇ ਉਪਯੋਗ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਪੈਨ ਕਾਰਡ ਬਣਵਾਉਣ ਲਈ, ਬੈਂਕ ਵਿੱਚ ਖਾਤਾ ਖੁਲਵਾਉਣ ਲਈ, ਗੈਸ ਕਨੈਕਸ਼ਨ ਅਤੇ ਸਬਸਿਡੀ ਲੈਣ ਲਈ, ਮੋਬਾਈਲ ਸਿਮ ਕਾਰਡ ਜਾਂ ਟੈਲੀਫੋਨ ਕਨੈਕਸ਼ਨ ਲੈਣ ਲਈ ਆਧਾਰ ਕਾਰਡ ਉਪਯੋਗੀ ਹੁੰਦਾ ਹੈ। ਅੱਗੇ ਸਾਡੇ ਕੋਲ 30ਵਾਂ ਪ੍ਰਸ਼ਨ ਹੈ, ਇਨਫੋਰਮੇਸ਼ਨ ਸਿਸਟਮ ਦੇ ਭਾਗਾਂ ਬਾਰੇ ਲਿਖੋ। ਸੋ ਇਨਫੋਰਮੇਸ਼ਨ ਸਿਸਟਮ ਦੇ ਭਾਗ ਹੈ, ਜਿਸ ਵਿੱਚ ਪਹਿਲਾ ਹੈ ਹਾਰਡਵੇਅਰ ਭਾਗ। ਸੋ ਇਸ ਭਾਗ ਵਿੱਚ ਕੰਪਿਊਟਰ ਦੇ ਭੌਤਿਕ ਭਾਗ ਜਿਵੇਂ ਮੋਨੀਟਰ, ਕੀਬੋਰਡ, ਮਾਊਸ ਆਦਿ ਸ਼ਾਮਲ ਹੁੰਦੇ ਹਨ, ਜੋ ਕਿ ਇੱਕ ਦੂਜੇ ਨਾਲ ਰਲ ਕੇ ਕੰਮ ਕਰਦੇ ਹਨ। ਦੂਸਰਾ ਹੈ ਸੌਫਟਵੇਅਰ ਭਾਗ। ਸੋ ਇਸ ਭਾਗ ਵਿੱਚ ਉਹ ਸਾਰੇ ਪ੍ਰੋਗਰਾਮ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਡਾਟੇ ਨੂੰ ਹਾਰਡਵੇਅਰ ਦੀ ਮਦਦ ਨਾਲ ਪ੍ਰੋਸੈਸ ਕੀਤਾ ਜਾ ਸਕਦਾ ਹੈ। ਤੀਸਰਾ ਹੈ ਡਾਟਾਬੇਸ ਭਾਗ। ਇਸ ਭਾਗ ਨੂੰ ਡਾਟੇ ਨੂੰ ਫਾਈਲ ਰੂਪ ਵਿੱਚ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ। ਚੌਥਾ ਹੈ ਨੈਟਵਰਕ ਭਾਗ। ਇਸ ਭਾਗ ਵਿੱਚ ਸੂਚਨਾ ਪ੍ਰਣਾਲੀ ਵਿੱਚ ਸਾਧਨਾਂ, ਸੂਚਨਾ ਅਤੇ ਡਾਟੇ ਦੀ ਸਾਂਝ ਕੀਤੀ ਜਾਂਦੀ ਹੈ। ਅਤੇ ਪੰਜਵਾਂ ਹੈ ਪ੍ਰੋਸੀਜਰ। ਇਸ ਭਾਗ ਵਿੱਚ ਉਹ ਵਿਧੀਆਂ ਅਤੇ ਪ੍ਰਕਿਰਿਆਵਾਂ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਸੂਚਨਾ ਪ੍ਰਣਾਲੀ ਵਿੱਚ ਡਾਟੇ ਨੂੰ ਪ੍ਰੋਸੈਸ ਕਰਕੇ ਸੂਚਨਾ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ 31ਵਾਂ ਪ੍ਰਸ਼ਨ ਹੈ, ਸੇਵਾ ਜਾਂ ਸੁਵਿਧਾ ਕੇਂਦਰ ਕੀ ਹੁੰਦੇ ਹਨ? ਵਿਆਖਿਆ ਕਰੋ। ਸੋ ਸਰਕਾਰ ਨੇ ਈ ਗਵਰਨੈਂਸ ਰਾਹੀਂ ਈ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ, ਬਲਾਕ, ਸ਼ਹਿਰ ਅਤੇ ਪਿੰਡ ਪੱਧਰ ਤੇ ਵੱਖ-ਵੱਖ ਸਹਾਇਤਾ ਕੇਂਦਰ ਖੋਲ੍ਹੇ ਹੋਏ ਹਨ। ਇਹਨਾਂ ਸਹਾਇਤਾ ਕੇਂਦਰਾਂ ਨੂੰ ਹੀ ਸਰਵ ਸੇਵਾ ਕੇਂਦਰ ਜਾਂ ਸੇਵਾ ਕੇਂਦਰ ਕਿਹਾ ਜਾਂਦਾ ਹੈ। ਸੇਵਾ ਕੇਂਦਰ ਰਾਹੀਂ ਅਸੀਂ ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਜਨਮ ਸਰਟੀਫਿਕੇਟ, ਆਮਦਨ ਸੰਬੰਧੀ ਸਰਟੀਫਿਕੇਟ, ਆਧਾਰ ਕਾਰਡ, ਧਰਮ ਸੰਬੰਧੀ ਸਰਟੀਫਿਕੇਟ, ਰਜਿਸਟਰੀ, ਇੰਤਕਾਲ ਦੀਆਂ ਨਕਲਾਂ, ਆਨਲਾਈਨ ਬਿਜਲੀ, ਟੈਲੀਫੋਨ ਬਿੱਲ, ਵਹੀਕਲ ਰਜਿਸਟ੍ਰੇਸ਼ਨ ਸਰਟੀਫਿਕੇਟ ਆਦਿ ਬਣਵਾਏ ਜਾ ਸਕਦੇ ਹਨ। ਪਾਠ ਨੰਬਰ 3 ਅਤੇ ਪਾਠ ਨੰਬਰ 5 ਦੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪੜਾਂਗੇ, ਜਿਨ੍ਹਾਂ ਦੇ 6 ਅੰਕ ਹਨ। ਸੋ ਪਹਿਲਾ ਪ੍ਰਸ਼ਨ, ਨੈਟਵਰਕ ਯੰਤਰ ਕੀ ਹਨ? ਕਿਸੇ ਵੀ 3 ਨੈਟਵਰਕ ਯੰਤਰਾਂ ਦਾ ਵਰਣਨ ਕਰੋ। ਸੋ ਨੈਟਵਰਕ ਯੰਤਰ ਉਹ ਹਾਰਡਵੇਅਰ ਹੁੰਦਾ ਹੈ ਜੋ ਕਿ ਇੱਕ ਨੈਟਵਰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਨੈਟਵਰਕ ਇੱਕ ਘਰ ਜਾਂ ਦਫ਼ਤਰ ਵਿੱਚ ਵਰਤਿਆ ਜਾਣ ਵਾਲਾ ਛੋਟਾ ਨੈਟਵਰਕ ਜਾਂ ਵੱਡੀਆਂ ਬਿਲਡਿੰਗਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਵੱਡਾ ਨੈਟਵਰਕ ਵੀ ਹੋ ਸਕਦਾ ਹੈ। ਸੋ ਵੱਖ-ਵੱਖ ਕਿਸਮਾਂ ਦੇ ਨੈਟਵਰਕ ਡਿਵਾਈਸ, ਜਿਸ ਵਿੱਚ ਪਹਿਲਾ ਹੈ ਹੱਬ। ਸੋ ਹੱਬ ਇੱਕ ਨੈਟਵਰਕਿੰਗ ਯੰਤਰ ਹੈ ਜੋ ਹਰੇਕ ਕੰਪਿਊਟਰ ਜਾਂ ਇਸ ਨਾਲ ਜੁੜੇ ਈਥਰਨੈਟ ਆਧਾਰਿਤ ਉਪਕਰਨ ਲਈ ਡਾਟਾ ਪ੍ਰਸਾਰਿਤ ਕਰਦਾ ਹੈ। ਕਿਸੇ ਇੱਕ ਨੈਟਵਰਕ ਵਿੱਚ ਜਦੋਂ ਇੱਕ ਕੰਪਿਊਟਰ ਸੂਚਨਾ ਲਈ ਕਿਸੇ ਵਿਸ਼ੇਸ਼ ਕੰਪਿਊਟਰ ਨੂੰ ਬੇਨਤੀ ਕਰਦਾ ਹੈ, ਤਾਂ ਹੱਬ ਉਸ ਬੇਨਤੀ ਨੂੰ ਪ੍ਰਾਪਤ ਕਰਕੇ ਅੱਗੇ ਮੇਨ ਕੰਪਿਊਟਰ ਤੱਕ ਭੇਜ ਦਿੰਦਾ ਹੈ। ਹੱਬ ਇੱਕ ਪੋਰਟ ਤੋਂ ਪ੍ਰਾਪਤ ਹੋਏ ਡਾਟਾ ਜਾਂ ਪੈਕਟ ਨੂੰ ਡੁਪਲੀਕੇਟਿੰਗ ਕਰਨ ਦਾ ਕੰਮ ਕਰਦਾ ਹੈ ਅਤੇ ਇਸ ਨੂੰ ਸਮੂਹ ਪੋਰਟਾਂ ਤੇ ਉਪਲਬਧ ਕਰਵਾਉਂਦਾ ਹੈ ਅਤੇ ਇਸ ਨਾਲ ਜੁੜੇ ਸਮੂਹ ਯੰਤਰਾਂ ਦੇ ਦਰਮਿਆਨ ਡਾਟਾ ਵੰਡ ਦੀ ਆਗਿਆ ਵੀ ਦਿੰਦਾ ਹੈ। ਦੂਸਰਾ ਸਾਡੇ ਕੋਲ ਨੈਟਵਰਕ ਡਿਵਾਈਸ ਹੈ ਸਵਿਚ। ਸਵਿਚ ਉਹ ਉਪਕਰਨ ਹੁੰਦਾ ਹੈ ਜੋ ਕਿ ਕਈ ਨੈਟਵਰਕ ਯੰਤਰ ਜਿਵੇਂ ਕੰਪਿਊਟਰ, ਰਾਊਟਰ, ਸਰਵਰ ਜਾਂ ਹੋਰ ਸਵਿਚਾਂ ਵਿਚਕਾਰ ਡਾਟਾ ਪੈਕਟ ਤਬਦੀਲ ਕਰਦਾ ਹੈ। ਸਵਿਚ ਵਿੱਚ ਇੱਕ ਬਫਰ ਹੁੰਦਾ ਹੈ ਜੋ ਕਿ ਸਵਿਚ ਦੀ ਕੁਸ਼ਲਤਾ ਅਤੇ ਪ੍ਰਦਰਸ਼ਨ ਨੂੰ ਵਧਾ ਦਿੰਦਾ ਹੈ। ਸਵਿਚ ਡਾਟਾ ਨੂੰ ਅੱਗੇ ਭੇਜਣ ਤੋਂ ਪਹਿਲਾਂ
ਕਿਸੇ ਕਿਸਮ ਦੀ ਗਲਤੀ ਦੀ ਜਾਂਚ ਵੀ ਕਰ ਸਕਦਾ ਹੈ ਅਤੇ ਇਸ ਦੀ ਇਹ ਖੂਬੀ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਬਣਾਉਂਦੀ ਹੈ ਕਿਉਂਕਿ ਇਹ ਉਹਨਾਂ ਪੈਕਟਾਂ ਨੂੰ ਅੱਗੇ ਨਹੀਂ ਭੇਜਦਾ ਜਿਸ ਵਿੱਚ ਗਲਤੀਆਂ ਹੁੰਦੀਆਂ ਹਨ, ਬਲਕਿ ਸਹੀ ਪੈਕਟਾਂ ਨੂੰ ਹੀ ਸਹੀ ਪੋਰਟ ਤੇ ਭੇਜਦਾ ਹੈ। ਤੀਸਰਾ ਸਾਡੇ ਕੋਲ ਯੰਤਰ ਹੈ ਰਿਪੀਟਰ। ਰਿਪੀਟਰ ਇੱਕ ਹਾਰਡਵੇਅਰ ਯੰਤਰ ਹੈ ਜੋ ਕਿ ਇੱਕ ਨੈਟਵਰਕ ਦੇ ਗੇਟਵੇ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਇਹ ਇੱਕ ਨੈਟਵਰਕ ਵਿੱਚ ਡਾਟਾ ਦਾ ਵਹਾਅ ਅਤੇ ਨੈਟਵਰਕ ਨੂੰ ਇੰਟਰਨੈਟ ਨਾਲ ਜੋੜੇ ਰੱਖਣ ਲਈ ਜ਼ਿੰਮੇਵਾਰ ਹੁੰਦਾ ਹੈ। ਸੋ ਰਾਊਟਰ ਇੱਕ ਸਵਿਚ ਵਾਂਗ ਹੀ ਯੰਤਰ ਹੈ ਜੋ ਕਿ ਉਹਨਾਂ ਦੇ IP ਯਾਨੀ ਕਿ ਇੰਟਰਨੈਟ ਪ੍ਰੋਟੋਕੋਲ ਐਡਰੈਸ ਦੇ ਆਧਾਰ ਤੇ ਡਾਟਾ ਪੈਕੇਟ ਨੂੰ ਨੈਟਵਰਕ ਤੇ ਭੇਜਦਾ ਹੈ। ਰਾਊਟਰ ਮੁੱਖ ਤੌਰ ਤੇ ਇੱਕ ਨੈਟਵਰਕ ਲੇਅਰ ਯੰਤਰ ਹੁੰਦਾ ਹੈ। ਦੂਸਰਾ ਸਾਡੇ ਕੋਲ ਵੱਡਾ ਪ੍ਰਸ਼ਨ ਹੈ ਅਨਗਾਈਡਡ ਮੀਡੀਆ ਕੀ ਹੁੰਦਾ ਹੈ, ਕਿਸੇ ਦੋ ਮੀਡੀਆ ਬਾਰੇ ਲਿਖੋ। ਸੋ ਅਨਗਾਈਡਡ ਮੀਡੀਆ ਮਾਧਿਅਮ ਵਿੱਚ ਸਿਗਨਲ ਸਮੂਹ ਦਿਸ਼ਾਵਾਂ ਵਿੱਚ ਸੁਤੰਤਰਤਾ ਨਾਲ ਭੇਜੇ ਜਾਂਦੇ ਹਨ। ਇਹਨਾਂ ਵਿੱਚ ਕੇਬਲਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਅਨਗਾਈਡਡ ਮੀਡੀਆ ਬਿਨਾਂ ਕਿਸੇ ਫਿਜ਼ੀਕਲ ਕੰਡਕਟਰ ਦੀ ਵਰਤੋਂ ਕੀਤੇ ਇਲੈਕਟ੍ਰੋਮੈਗਨੈਟਿਕ ਵੇਵ ਨੂੰ ਵਰਤ ਕੇ ਡਾਟਾ ਟ੍ਰਾਂਸਫਰ ਕਰਦਾ ਹੈ। ਸੋ ਅਨਗਾਈਡਡ ਮੀਡੀਆ ਸੰਚਾਰ ਮਾਧਿਅਮ ਇੱਕ ਡਾਟਾ ਸਿਗਨਲ ਹੈ ਜੋ ਹਵਾ ਰਾਹੀਂ ਵਹਿੰਦਾ ਹੈ। ਇਹ ਮੀਡੀਆ ਕਿਸੇ ਚੈਨਲ ਵੱਲੋਂ ਅਪਣਾਏ ਜਾਣ ਜਾਂ ਮਾਰਗਦਰਸ਼ਨ ਲਈ ਸ਼੍ਰੇਣੀਬੱਧ ਨਹੀਂ ਹੁੰਦੇ। ਇਹ ਤਰੰਗ ਪ੍ਰਸਾਰ ਦੀ ਕਿਸਮ ਦੁਆਰਾ ਸ਼੍ਰੇਣੀਬੱਧ ਕੀਤੇ ਜਾਂਦੇ ਹਨ। ਸੋ ਅਨਗਾਈਡਡ ਮੀਡੀਆ ਦੀਆਂ ਸਾਡੇ ਕੋਲ ਕਿਸਮਾਂ ਨੇ। ਇਸ ਵਿੱਚ ਪਹਿਲਾ ਹੈ ਇਨਫਰਾਰੈਡ। ਸੋ ਇਨਫਰਾਰੈਡ ਵਾਇਰਲੈਸ ਮੋਬਾਈਲ ਟੈਕਨੋਲੋਜੀ ਦੀ ਕਿਸਮ ਹੈ ਜਿਸ ਦੀ ਵਰਤੋਂ ਛੋਟੇ ਖੇਤਰ ਵਿੱਚ ਸੰਚਾਰ ਕਰਨ ਲਈ ਕੀਤੀ ਜਾਂਦੀ ਹੈ। ਇਨਫਰਾਰੈਡ ਸੰਚਾਰ ਦੀ ਵੱਡੀ ਖਾਮੀ ਇਹ ਹੈ ਕਿ ਇਹ ਲਾਈਨ ਆਫ ਸਾਈਟ ਸਿਧਾਂਤ ਅਨੁਸਾਰ ਕੰਮ ਕਰਦੀ ਹੈ ਅਤੇ ਇਸ ਦੀ ਟਰਾਂਸਮਿਸ਼ਨ ਰੇਂਜ ਸੀਮਿਤ ਹੁੰਦੀ ਹੈ, ਜਿਸ ਕਾਰਨ ਇਸ ਦੇ ਸਿਗਨਲ ਰਸਤੇ ਵਿੱਚ ਆ ਰਹੀ ਕਿਸੇ ਦੀਵਾਰ ਨੂੰ ਪਾਰ ਨਹੀਂ ਕਰ ਪਾਉਂਦੇ। ਇਨਫਰਾਰੈਡ ਦੀ ਵਰਤੋਂ ਲੰਮੀ ਦੂਰੀ ਦੇ ਸੰਚਾਰ ਲਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਦੀ ਵਰਤੋਂ ਬੰਦ ਜਗ੍ਹਾ ਵਿੱਚ ਸੀਮਿਤ ਹੁੰਦੀ ਹੈ। ਇਨਫਰਾਰੈਡ ਦੀ ਵਰਤੋਂ ਕਰਨ ਲਈ ਸਰਕਾਰ ਤੋਂ ਪ੍ਰਵਾਨਗੀ ਲੈਣ ਦੀ ਜ਼ਰੂਰਤ ਵੀ ਨਹੀਂ ਹੁੰਦੀ। ਦੂਸਰੀ ਸਾਡੇ ਕੋਲ ਇਸ ਦੀ ਕਿਸਮ ਹੈ ਬਲੂਟੁੱਥ। ਬਲੂਟੁੱਥ ਇੱਕ ਕਿਸਮ ਦੀ ਰੇਡੀਓ ਸੰਚਾਰ ਟੈਕਨੋਲੋਜੀ ਹੈ ਜੋ ਫੋਨ, ਕੰਪਿਊਟਰ ਅਤੇ ਹੋਰ ਨੈਟਵਰਕ ਯੰਤਰਾਂ ਵਿਚਕਾਰ ਇੱਕ ਘੱਟ ਪਾਵਰ ਅਤੇ ਥੋੜੀ ਦੂਰੀ ਦੀ ਵਾਇਰਲੈਸ ਨੈਟਵਰਕਿੰਗ ਨੂੰ ਸਮਰੱਥ ਬਣਾਉਂਦੀ ਹੈ। ਦੋ ਬਲੂਟੁੱਥ ਯੰਤਰਾਂ ਨੂੰ ਆਪਸ ਵਿੱਚ ਜੋੜਨ ਲਈ ਜਿਹੜੀ ਪ੍ਰਕਿਰਿਆ ਦੀ ਵਰਤੋਂ ਹੁੰਦੀ ਹੈ ਉਸ ਨੂੰ ਪੇਅਰਿੰਗ ਕਿਹਾ ਜਾਂਦਾ ਹੈ। ਸੋ ਪਰਸਨਲ ਕੰਪਿਊਟਰ ਅਤੇ ਹੋਰ ਉਪਕਰਣਾਂ ਨੂੰ ਬਲੂਟੁੱਥ ਡੋਂਗਲ ਦੀ ਵਰਤੋਂ ਕਰਕੇ ਆਪਸ ਵਿੱਚ ਜੋੜਿਆ ਜਾ ਸਕਦਾ ਹੈ। ਬਲੂਟੁੱਥ ਨੈਟਵਰਕ ਵਿੱਚ ਡਾਇਨਾਮਿਕ ਟੋਪੋਲੋਜੀ ਵਰਤੀ ਜਾਂਦੀ ਹੈ ਜਿਸ ਨੂੰ ਪੀਕੋਨੈਟ ਕਿਹਾ ਜਾਂਦਾ ਹੈ। ਬਲੂਟੁੱਥ ਰਾਹੀਂ ਭੇਜੇ ਗਏ ਸਿਗਨਲ 30 ਫੁੱਟ ਤੱਕ ਹੀ ਪ੍ਰਸਾਰਿਤ ਹੋ ਸਕਦੇ ਹਨ। ਤੀਸਰੀ ਸਾਡੇ ਕੋਲ ਕਿਸਮ ਹੈ ਵਾਈਫਾਈ। ਸੋ ਵਾਈਫਾਈ ਦਾ ਪੂਰਾ ਨਾਮ ਵਾਇਰਲੈਸ ਫਾਈਡੈਲਿਟੀ ਹੈ ਅਤੇ ਇਸ ਨੂੰ ਵਾਇਰਲੈਸ ਲੋਕਲ ਏਰੀਆ ਨੈਟਵਰਕ ਕਿਹਾ ਜਾਂਦਾ ਹੈ। ਵਾਈਫਾਈ ਲੋਕਲ ਏਰੀਆ ਨੈਟਵਰਕ ਨੂੰ ਕੇਬਲ ਅਤੇ ਵਾਇਰਿੰਗ ਤੋਂ ਬਿਨਾਂ ਕੰਮ ਕਰਨ ਦੇ ਕਾਬਿਲ ਬਣਾਉਂਦਾ ਹੈ। ਵਾਈਫਾਈ ਦੀ ਵਰਤੋਂ ਨਾਲ ਅਸੀਂ ਇੱਕੋ ਨੈਟਵਰਕ ਨਾਲ ਜੁੜੇ ਹੋਏ ਦੋ ਜਾਂ ਦੋ ਤੋਂ ਵੱਧ ਉਪਕਰਣਾਂ ਵਿਚਕਾਰ ਜਾਣਕਾਰੀ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ। ਵਾਈਫਾਈ ਨੂੰ ਮੋਬਾਈਲ ਕੰਪਿਊਟਿੰਗ ਯੰਤਰਾਂ ਲਈ ਤਿਆਰ ਕੀਤਾ ਗਿਆ ਹੈ, ਪਰ ਹੁਣ ਇਲੈਕਟ੍ਰੋਨਿਕ ਜਿਵੇਂ ਟੈਲੀਵਿਜ਼ਨ, DVD ਪਲੇਅਰ ਅਤੇ ਇੱਥੋਂ ਤੱਕ ਕਿ ਡਿਜੀਟਲ ਕੈਮਰੇ ਵਿੱਚ ਵੀ ਇਸਤੇਮਾਲ ਹੋ ਰਿਹਾ ਹੈ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਟਵਿਸਟਡ ਮੀਡੀਆ ਕੀ ਹੈ, ਇਸ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ। ਸੋ ਟਵਿਸਟਡ ਪੇਅਰ ਵਾਲੀ ਕੇਬਲਿੰਗ ਵਿੱਚ ਦੋ ਵੱਖਰੀਆਂ ਇਨਸੂਲੇਟਡ ਤਾਂਬੇ ਦੀਆਂ ਤਾਰਾਂ ਹੁੰਦੀਆਂ ਹਨ ਅਤੇ ਇਹ ਦੋਵੇਂ ਤਾਰਾਂ ਇੱਕ ਦੂਜੇ ਨਾਲ ਲਿਪਟੀਆਂ ਨਜ਼ਰ ਆਉਂਦੀਆਂ ਹਨ। ਹਰੇਕ ਜੋੜੇ ਵਿੱਚ ਇੱਕ ਤਾਰ ਡਾਟਾ ਟ੍ਰਾਂਸਫਰ ਕਰਨ ਲਈ ਅਤੇ ਦੂਜੀ ਤਾਰ ਨੂੰ ਅਰਥਿੰਗ ਕਰਨ ਲਈ ਵਰਤਿਆ ਜਾਂਦਾ ਹੈ। ਸੋ ਇਹਨਾਂ ਦੋ ਇਨਸੂਲੇਟਡ ਤਾਂਬੇ ਦੀਆਂ ਤਾਰਾਂ ਨੂੰ ਇੱਕ ਦੂਜੇ ਦੇ ਆਲੇ ਦੁਆਲੇ ਇਸ ਕਰਕੇ ਵਲੇਟਿਆ ਜਾਂਦਾ ਹੈ ਤਾਂ ਜੋ ਇਹਨਾਂ ਤਾਰਾਂ ਦੇ ਵਿਚਕਾਰ ਕ੍ਰਾਸ ਟਾਕ ਨੂੰ ਘੱਟ ਕੀਤਾ ਜਾ ਸਕੇ। ਇਹ ਤਾਰ ਲਚਕੀਲੀ ਹੁੰਦੀ ਹੈ ਅਤੇ ਇੱਛੁਕ ਡਿਵਾਈਸਿਸ ਪ੍ਰਤੀ ਆਸਾਨੀ ਨਾਲ ਜੁੜ ਸਕਦੀ ਹੈ। ਇਸ ਕੇਬਲ ਰਾਹੀਂ 1 ਤੋਂ ਮੈਗਾਬਿਟ ਪਰ ਸੈਕਿੰਡ ਦੀ ਸਪੀਡ ਦੇ ਨਾਲ 1 ਕਿਲੋਮੀਟਰ ਜਾਂ ਵੱਧ ਦੂਰੀ ਤੱਕ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਕੇਬਲ ਦੀ ਦੂਰੀ ਜਿੰਨੀ ਘੱਟ ਹੋਵੇਗੀ ਡਾਟਾ ਟ੍ਰਾਂਸਫਰ ਦੀ ਸਪੀਡ ਉਨੀ ਹੀ ਵੱਧ ਹੋਵੇਗੀ। ਟਵਿਸਟਡ ਪੇਅਰ ਕੇਬਲ ਦੇ ਸਾਡੇ ਕੋਲ ਲਾਭ ਜਿਸ ਵਿੱਚ ਪਹਿਲਾ ਹੈ ਇਹ ਕੇਬਲ ਐਨਾਲੌਗ ਅਤੇ ਡਿਜੀਟਲ ਪ੍ਰਸਾਰਣ ਦੋਵਾਂ ਲਈ ਵਰਤੀਆਂ ਜਾ ਸਕਦੀਆਂ ਹਨ। ਦੂਸਰਾ, ਇਹ ਘੱਟ ਦੂਰੀ ਲਈ ਸਸਤੀਆਂ ਹੁੰਦੀਆਂ ਹਨ। ਤੀਸਰਾ, ਜੇਕਰ ਨੈਟਵਰਕ ਦੇ ਕਿਸੇ ਹਿੱਸੇ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਪੂਰਾ ਨੈਟਵਰਕ ਡਾਊਨ ਨਹੀਂ ਹੁੰਦਾ। ਅੱਗੇ ਹੁਣ ਅਸੀਂ ਟਵਿਸਟਡ ਪੇਅਰ ਕੇਬਲ ਦੀਆਂ ਹਾਨੀਆਂ ਬਾਰੇ ਜਾਣ ਲੈਂਦੇ ਹਾਂ। ਸੋ ਰਿਪੀਟਰਾਂ ਦੀ ਵਰਤੋਂ ਕੀਤੇ ਬਿਨਾਂ ਸਿਗਨਲ ਵੱਧ ਦੂਰੀ ਤੈਅ ਨਹੀਂ ਕਰ ਸਕਦਾ। ਦੂਸਰਾ, 100 ਮੀਟਰ ਤੋਂ ਵੱਧ ਦੂਰੀ ਤੇ ਗਲਤੀ ਦੀ ਦਰ ਵੱਧ ਹੁੰਦੀ ਹੈ। ਤੀਸਰਾ, ਬਹੁਤ ਪਤਲੀ ਤਾਰ ਹੋਣ ਕਰਕੇ ਆਸਾਨੀ ਨਾਲ ਟੁੱਟ ਜਾਂਦੀ ਹੈ, ਇਸ ਲਈ ਇਹ ਤਾਰ ਬ੍ਰੌਡਬੈਂਡ ਕਨੈਕਸ਼ਨ ਲਈ ਸਹੀ ਨਹੀਂ ਹੁੰਦੀ। ਅੱਗੇ ਚੌਥਾ ਪ੍ਰਸ਼ਨ ਹੈ ਫਾਈਬਰ ਆਪਟੀਕਲ ਕੇਬਲ ਕੀ ਹੈ, ਇਸ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਲਿਖੋ।
ਸੋ ਇਹ ਕੇਬਲ ਕੱਚ ਦੇ ਹਜ਼ਾਰਾਂ ਪਤਲੇ ਰੇਸ਼ਿਆਂ ਤੋਂ ਬਣੀ ਹੁੰਦੀ ਹੈ। ਹਰੇਕ ਸ਼ੀਸ਼ੇ ਦਾ ਇੱਕ ਰੇਸ਼ਾ ਇੱਕ ਬਾਲ ਵਾਂਗ ਪਤਲਾ ਹੁੰਦਾ ਹੈ, ਜਿਸ ਵਿੱਚੋਂ ਰੋਸ਼ਨੀ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਵਿੱਚ ਰੋਸ਼ਨੀ ਦੀ ਇੱਕ ਕਿਰਨ ਨੂੰ ਮਿਲੀਅਨ ਬਿਟ ਪਰ ਸੈਕਿੰਡ ਦੀ ਗਤੀ ਨਾਲ ਭੇਜਿਆ ਜਾਂਦਾ ਹੈ। ਇੱਕ ਫਾਈਬਰ ਕੇਬਲ ਕੁਝ ਟੈਲੀਵਿਜ਼ਨ ਸਿਗਨਲ ਅਤੇ ਹਜ਼ਾਰਾਂ ਟੈਲੀਫੋਨ ਲਾਈਨਾਂ ਦੇ ਸਿਗਨਲ ਨੂੰ ਟ੍ਰਾਂਸਫਰ ਕਰ ਸਕਦੀ ਹੈ। ਇਸ ਕੇਬਲ ਦਾ ਆਕਾਰ ਅਤੇ ਭਾਰ ਕੋਐਕਸੀਅਲ ਕੇਬਲ ਦੇ ਮੁਕਾਬਲੇ ਘੱਟ ਹੁੰਦਾ ਹੈ ਅਤੇ ਡਾਟਾ ਟ੍ਰਾਂਸਫਰ ਦਰ ਵੀ ਕੋਐਕਸੀਅਲ ਕੇਬਲ ਤੋਂ 10 ਗੁਣਾ ਜ਼ਿਆਦਾ ਹੁੰਦੀ ਹੈ। ਸੋ ਹੁਣ ਅਸੀਂ ਫਾਈਬਰ ਆਪਟੀਕਲ ਕੇਬਲ ਦੇ ਫਾਇਦਿਆਂ ਬਾਰੇ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਫਾਇਦਾ ਹੈ, ਇੱਕ ਸਿੰਗਲ ਮੋਡ ਫਾਈਬਰ ਨੂੰ ਤਾਂਬੇ ਦੀ ਵੱਡੀ ਅਤੇ ਭਾਰੀ ਤਾਰ ਦੀ ਥਾਂ ਤੇ ਵਰਤਿਆ ਜਾ ਸਕਦਾ ਹੈ। ਦੂਸਰਾ, ਉੱਚ ਬੈਂਡਵਿਡਥ, ਉਦਯੋਗਿਕ ਅਤੇ ਸ਼ੋਰ ਵਾਲੇ ਖੇਤਰਾਂ ਲਈ ਇਹ ਢੁਕਵੀਂ ਹੁੰਦੀ ਹੈ। ਤੀਸਰਾ, ਇਸ ਵਿੱਚ ਡਾਟਾ ਸਿਗਨਲ ਕਮਜ਼ੋਰ ਨਹੀਂ ਪੈਂਦੇ ਅਤੇ ਲੰਮੀ ਦੂਰੀ ਤੱਕ ਭੇਜੇ ਜਾ ਸਕਦੇ ਹਨ। ਅੱਗੇ ਹੁਣ ਅਸੀਂ ਫਾਈਬਰ ਆਪਟੀਕਲ ਕੇਬਲ ਦੇ ਨੁਕਸਾਨ ਬਾਰੇ ਜਾਣ ਲੈਂਦੇ ਹਾਂ। ਇਸ ਦਾ ਪਹਿਲਾ ਨੁਕਸਾਨ ਹੈ, ਆਪਟੀਕਲ ਫਾਈਬਰ ਕੇਬਲ ਮਹਿੰਗੀ ਹੁੰਦੀ ਹੈ। ਦੂਸਰਾ, ਆਪਟੀਕਲ ਫਾਈਬਰ ਕੇਬਲ ਨੂੰ ਪਾਲਿਸ਼ ਕਰਨਾ ਪੈਂਦਾ ਹੈ ਤਾਂ ਜੋ ਥੋੜੇ ਜਿਹੇ ਨੁਕਸਾਨ ਦੇ ਨਾਲ ਪ੍ਰਕਾਸ਼ ਨੂੰ ਭੇਜਿਆ ਜਾ ਸਕੇ। ਤੀਸਰਾ, ਪ੍ਰਕਾਸ਼ ਦੀਆਂ ਤਰੰਗਾਂ ਯੂਨੀ ਡਾਇਰੈਕਸ਼ਨਲ ਹੁੰਦੀਆਂ ਹਨ, ਇਸ ਲਈ ਫੁੱਲ ਡੁਪਲੈਕਸ ਸੰਚਾਰ ਲਈ 2 ਫ੍ਰੀਕੁਐਂਸੀ ਦੀ ਲੋੜ ਪੈਂਦੀ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ, ਸੰਚਾਰ ਮੋਡ ਕੀ ਹੈ, ਇਸ ਦੀਆਂ ਕਿਸਮਾਂ ਨੂੰ ਪਰਿਭਾਸ਼ਿਤ ਕਰੋ। ਸੋ ਕਿਸੇ ਨੈਟਵਰਕ ਨਾਲ ਜੁੜੇ 2 ਯੰਤਰਾਂ ਵਿਚਕਾਰ ਡਾਟਾ ਜਾਂ ਜਾਣਕਾਰੀ ਨੂੰ ਤਬਦੀਲ ਕਰਨ ਦੀ ਵਿਧੀ ਨੂੰ ਸੰਚਾਰ ਮੋਡ ਕਿਹਾ ਜਾਂਦਾ ਹੈ। ਇਹ ਇੱਕ ਦੂਜੇ ਨਾਲ ਜੁੜੇ ਉਪਕਰਨਾਂ ਦੇ ਵਿਚਕਾਰ ਸਿਗਨਲ ਦੇ ਵਹਾਅ ਦੀ ਦਿਸ਼ਾ ਵੀ ਦੱਸਦੇ ਹਨ। ਸੰਚਾਰ ਮੋਡ ਦੀਆਂ ਸਾਡੇ ਕੋਲ 3 ਕਿਸਮਾਂ ਨੇ, ਜਿਸ ਵਿੱਚ ਪਹਿਲਾ ਹੈ ਸਿੰਪਲੈਕਸ ਮੋਡ। ਸਿੰਪਲੈਕਸ ਵਿੱਚ ਡਾਟੇ ਦਾ ਸੰਚਾਰ ਇੱਕ ਦਿਸ਼ਾਵੀ ਹੁੰਦਾ ਹੈ, ਭਾਵ ਸੂਚਨਾ ਸਿਰਫ ਇੱਕ ਹੀ ਦਿਸ਼ਾ ਵਿੱਚ ਜਾ ਸਕਦੀ ਹੈ ਅਤੇ ਇੱਕ ਪਾਸੇ ਟ੍ਰੈਫਿਕ ਹੋਣ ਕਰਕੇ ਸਿਗਨਲ ਸੈਂਡਰ ਕੋਲ ਵਾਪਸ ਨਹੀਂ ਭੇਜੇ ਜਾ ਸਕਦੇ। 2 ਜੁੜੇ ਹੋਏ ਉਪਕਰਨਾਂ ਵਿੱਚੋਂ ਇੱਕ ਹੀ ਡਾਟਾ ਟ੍ਰਾਂਸਫਰ ਕਰ ਸਕਦਾ ਹੈ ਅਤੇ ਦੂਜਾ ਯੰਤਰ ਡਾਟਾ ਪ੍ਰਾਪਤ ਕਰ ਸਕਦਾ ਹੈ। ਉਦਾਹਰਨ ਲਈ ਕੀਬੋਰਡ, ਮਾਊਸ ਅਤੇ ਟੈਲੀਵਿਜ਼ਨ। ਦੂਸਰਾ ਸਾਡੇ ਕੋਲ ਹੈ ਹਾਫ ਡੁਪਲੈਕਸ ਮੋਡ। ਹਾਫ ਡੁਪਲੈਕਸ ਵਿੱਚ ਡਾਟੇ ਦਾ ਸੰਚਾਰ ਦੋਨਾਂ ਯੰਤਰਾਂ ਵਿਚਕਾਰ ਹੁੰਦਾ ਹੈ, ਭਾਵ ਸੈਂਡਰ ਅਤੇ ਰਿਸੀਵਰ ਦੋਨੋਂ ਇੱਕ ਦੂਜੇ ਨੂੰ ਡਾਟਾ ਭੇਜ ਸਕਦੇ ਹਨ, ਪਰ ਇੱਕ ਸਮੇਂ ਤੇ ਇੱਕ ਹੀ ਦਿਸ਼ਾ ਵਿੱਚ ਡਾਟਾ ਭੇਜਿਆ ਜਾ ਸਕਦਾ ਹੈ। ਇਸ ਟ੍ਰਾਂਸਮਿਸ਼ਨ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਇੱਕੋ ਸਮੇਂ ਤੇ ਡਾਟਾ ਸੰਚਾਰ ਦੀ ਜ਼ਰੂਰਤ ਨਹੀਂ ਪੈਂਦੀ, ਉਦਾਹਰਨ ਦੇ ਤੌਰ ਤੇ ਵਾਕੀ ਟਾਕੀ। ਤੀਸਰਾ ਸਾਡੇ ਕੋਲ ਕਿਸਮ ਹੈ ਇਸ ਦੀ ਫੁੱਲ ਡੁਪਲੈਕਸ ਮੋਡ। ਸੋ ਫੁੱਲ ਡੁਪਲੈਕਸ ਰਾਹੀਂ ਇੱਕੋ ਸਮੇਂ ਵਿੱਚ ਸੈਂਡਰ ਅਤੇ ਰਿਸੀਵਰ ਦੋਨੋਂ ਡਾਟੇ ਦਾ ਸੰਚਾਰ ਕਰ ਸਕਦੇ ਹਨ। ਫੁੱਲ ਡੁਪਲੈਕਸ ਵਿੱਚ ਡਾਟਾ ਸੰਚਾਰ ਦੀ ਸਮਰੱਥਾ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ ਤਾਂ ਕਿ ਦੋਨੋਂ ਡਾਟਾ ਸੰਚਾਰ ਕਰ ਸਕਣ, ਉਦਾਹਰਨ ਦੇ ਲਈ ਟੈਲੀਫੋਨ ਲਾਈਨ। ਅੱਗੇ ਸਾਡੇ ਕੋਲ 6ਵਾਂ ਪ੍ਰਸ਼ਨ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਖੇਤਰ ਕਿਹੜੇ-ਕਿਹੜੇ ਹਨ, ਵੇਰਵਾ ਦਿਓ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਖੇਤਰ ਹਨ, ਜਿਸ ਵਿੱਚ ਪਹਿਲਾ ਹੈ AI ਦੀ ਵਰਤੋਂ ਘੁਸਪੈਠ ਖੋਜ ਪ੍ਰਣਾਲੀਆਂ ਬਣਾਉਣ ਲਈ ਕੀਤੀ ਜਾਂਦੀ ਹੈ। ਉਦਾਹਰਨ ਦੇ ਲਈ ਆਪਰੇਟਿੰਗ ਸਿਸਟਮ ਵਿੱਚ ਇੱਕ ਫਾਇਰਵਾਲ ਪ੍ਰੋਗਰਾਮ ਹੈ ਜੋ ਆਪਣੇ ਆਪ ਅਨਅਧਿਕਾਰਤ ਵੈਬਸਾਈਟਾਂ ਨੂੰ ਰੋਕਦਾ ਹੈ। ਦੂਸਰਾ, ਗੇਮਿੰਗ ਖੇਤਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਂਦੀ ਹੈ, ਖਾਸ ਕਰ ਇਹ ਰਾਜਨੀਤਿਕ ਖੇਡਾਂ ਜਿਵੇਂ ਸ਼ਤਰੰਜ, ਟਿਕ ਟੈਕ ਟੋ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਤੀਸਰਾ, ਆਰਟੀਫਿਸ਼ੀਅਲ ਇੰਟੈਲੀਜੈਂਸ ਉਹਨਾਂ ਪ੍ਰਣਾਲੀਆਂ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਜੋ ਕੁਦਰਤੀ ਭਾਸ਼ਾਵਾਂ ਦੀ ਪ੍ਰਕਿਰਿਆ ਕਰਦੇ ਹਨ। ਉਦਾਹਰਨ ਦੇ ਲਈ ਮਨੁੱਖੀ ਪਰਸਪਰ ਪ੍ਰਭਾਵਸ਼ਾਲੀ ਕੰਪਿਊਟਰ ਪ੍ਰਣਾਲੀਆਂ ਜੋ ਮਨੁੱਖੀ ਭਾਸ਼ਾ ਨੂੰ ਸਮਝ ਅਤੇ ਪ੍ਰਕਿਰਿਆ ਕਰ ਸਕਦੀਆਂ ਹਨ। ਚੌਥਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵਿਜ਼ਨ ਸਿਸਟਮ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਪ੍ਰਣਾਲੀਆਂ ਕੰਪਿਊਟਰ ਤੇ ਵਿਜ਼ੂਅਲ ਇਨਪੁਟ ਨੂੰ ਸਮਝਣ ਅਤੇ ਵਿਸ਼ਲੇਸ਼ਣ ਕਰਨ ਦੇ ਯੋਗ ਹਨ। ਉਦਾਹਰਨ ਹੈ ਇਸ ਦੀ ਜਾਸੂਸੀ ਡਰੋਨ। ਪੰਜਵਾਂ, AI ਦੀ ਵਰਤੋਂ ਮਾਹਰ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਵੀ ਕੀਤੀ ਜਾਂਦੀ ਹੈ। ਛੇਵਾਂ ਹੈ, AI ਦੀ ਵਰਤੋਂ ਬੁੱਧੀਮਾਨ ਰੋਬੋਟ ਬਣਾਉਣ ਲਈ ਕੀਤੀ ਜਾਂਦੀ ਹੈ। ਸੱਤਵਾਂ, AI ਦੀ ਵਰਤੋਂ ਮਸ਼ੀਨ ਸਿਖਲਾਈ ਪ੍ਰਣਾਲੀਆਂ ਦੇ ਨਿਰਮਾਣ ਵਿੱਚ ਵੀ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ 7ਵਾਂ ਪ੍ਰਸ਼ਨ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ ਬਾਰੇ ਦੱਸੋ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਹੱਤਤਾ ਦੇ ਕੁਝ ਪੁਆਇੰਟ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਗੇਮਿੰਗ ਅਤੇ ਮਨੋਰੰਜਨ ਦੇ ਖੇਤਰ ਵਿੱਚ। ਸੋ ਵਰਚੁਅਲ ਰਿਐਲਿਟੀ ਗੇਮ ਤੋਂ ਲੈ ਕੇ ਆਧੁਨਿਕ ਖੇਡਾਂ ਤੱਕ ਇਹ ਇੱਕ ਅਜਿਹਾ ਉਦਯੋਗ ਹੈ ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਸਭ ਤੋਂ ਵੱਡੀ ਛਾਲ ਮਾਰੀ ਹੈ। ਬੋਟ ਹਮੇਸ਼ਾ ਤੁਹਾਡੇ ਨਾਲ ਖੇਡਣ ਲਈ ਮੌਜੂਦ ਹੁੰਦੇ ਹਨ ਅਤੇ ਇਸ ਲਈ ਤੁਹਾਨੂੰ ਖੇਡਣ ਲਈ ਦੂਜੇ ਵਿਅਕਤੀ ਦੀ ਜ਼ਰੂਰਤ ਵੀ ਨਹੀਂ ਪੈਂਦੀ। ਸੋ ਵਿਅਕਤੀਗਤ ਵੇਰਵਿਆਂ ਅਤੇ ਗ੍ਰਾਫਿਕਸ ਦਾ ਪੱਧਰ
ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਗਮਨ ਦੇ ਕਾਰਨ ਹੀ ਸੰਭਵ ਹੈ ਅਤੇ ਇਸ ਉਦਯੋਗ ਨੂੰ ਇੱਕ ਵੱਖਰੇ ਪੱਧਰ ਤੇ ਲੈ ਜਾ ਰਿਹਾ ਹੈ। ਦੂਸਰਾ ਹੈ ਬੈਂਕਿੰਗ ਅਤੇ ਵਿੱਤੀ ਸੰਸਥਾਵਾਂ ਦੇ ਖੇਤਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਤੀ ਲੈਣ ਦੇਣ ਦੇ ਪ੍ਰਬੰਧਨ ਅਤੇ ਬੈਂਕ ਵਿੱਚ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਬੈਂਕਾਂ ਦੇ ਰੋਜ਼ਮर्रा ਦੇ ਕੰਮ ਜਿਵੇਂ ਕਿ ਲੈਣ ਦੇਣ ਅਤੇ ਵਿੱਤੀ ਸੰਚਾਲਨ, ਸ਼ੇਅਰ ਬਾਜ਼ਾਰ ਦਾ ਪੈਸਾ ਅਤੇ ਉਹਨਾਂ ਦਾ ਪ੍ਰਬੰਧਨ ਆਦਿ ਇਹਨਾਂ ਮਸ਼ੀਨਾਂ ਸਿਖਲਾਈ ਮਾਡਲਾਂ ਦੁਆਰਾ ਬਹੁਤ ਆਸਾਨ ਅਤੇ ਪ੍ਰਭਾਵੀ ਤਰੀਕੇ ਨਾਲ ਕੀਤੇ ਜਾ ਰਹੇ ਹਨ। ਤੀਸਰਾ ਹੈ ਆਵਾਜ਼ ਪਛਾਣਨਾ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਯੂਜ਼ਰ ਦੁਆਰਾ ਬੋਲੇ ਗਏ ਸ਼ਬਦਾਂ ਨੂੰ ਪਹਿਚਾਣ ਕੇ ਟੈਕਸਟ ਰੂਪ ਵਿੱਚ ਬਦਲਦੀ ਹੈ ਜਾਂ ਪ੍ਰਤੀਕਿਰਿਆ ਦਿੰਦੀ ਹੈ। ਇਸ ਨੂੰ ਸਪੀਚ ਰੈਕੋਗਨੀਸ਼ਨ ਸਿਸਟਮ ਵੀ ਕਿਹਾ ਜਾਂਦਾ ਹੈ। ਉਦਾਹਰਨ ਦੇ ਲਈ ਗੂਗਲ ਸਾਨੂੰ ਮੋਬਾਈਲ ਜਾਂ ਕੰਪਿਊਟਰ ਤੇ ਬੋਲਣ ਲਈ ਕਹਿੰਦੇ ਹਨ ਅਤੇ ਇਸ ਦਾ ਵਿਸ਼ਲੇਸ਼ਣ ਕਰਕੇ ਯੂਜ਼ਰ ਨੂੰ ਜਵਾਬ ਦਿੰਦੇ ਹਨ। ਸੋ ਐਪਲ ਕੰਪਨੀ ਦਾ ਸਿਰੀ ਸੌਫਟਵੇਅਰ ਵੀ ਆਵਾਜ਼ ਪਛਾਣਨ ਦੀ ਇੱਕ ਚੰਗੀ ਉਦਾਹਰਨ ਹੈ। ਉਸ ਤੋਂ ਬਾਅਦ ਸਾਡੇ ਕੋਲ ਚੌਥਾ ਹੈ ਕੰਪਿਊਟਰ ਵਿਜ਼ਨ ਅਤੇ ਵਿਸ਼ਲੇਸ਼ਣ। ਸੋ ਕੰਪਿਊਟਰ ਵਿਜ਼ਨ 3D ਅਸਲ ਸੰਸਾਰ ਦੀ ਜਾਣਕਾਰੀ ਨੂੰ 3 ਆਯਾਮੀ ਤਰੀਕੇ ਨਾਲ ਬਹੁਤ ਹੀ ਸੌਖੇ ਢੰਗ ਨਾਲ ਸਮਝਣਯੋਗ ਰੂਪ ਵਿੱਚ ਦਰਸਾਉਂਦਾ ਹੈ। ਕੰਪਿਊਟਰ ਵਿਜ਼ਨ ਪੈਟਰਨ ਦੀ ਪਛਾਣ ਕਰਨ ਵਿੱਚ ਸਹਾਇਤਾ ਕਰਦਾ ਹੈ। ਇਹ ਚਿੱਤਰਾਂ, ਤਸਵੀਰਾਂ ਅਤੇ ਪੈਟਰਨ ਤੋਂ ਆਪਣੇ ਆਪ ਜਾਣਕਾਰੀ ਜੁਟਾਉਂਦਾ ਹੈ ਅਤੇ ਸਾਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ। ਅੱਗੇ ਸਾਡੇ ਕੋਲ 8ਵਾਂ ਪ੍ਰਸ਼ਨ ਹੈ AI ਯਾਨੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਾਭ ਅਤੇ ਹਾਨੀਆਂ ਬਾਰੇ ਲਿਖੋ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਲਾਭ ਹੈ, ਜਿਸ ਵਿੱਚ ਪਹਿਲਾ ਪੁਆਇੰਟ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਪ੍ਰਣਾਲੀਆਂ ਕਾਰਗੁਜ਼ਾਰੀਆਂ ਵਧਾਉਂਦੀਆਂ ਹਨ। ਇਹ ਪ੍ਰਣਾਲੀਆਂ ਬਿਨਾਂ ਗਲਤੀਆਂ ਦੇ ਗੁੰਝਲਦਾਰ ਕਾਰਜ ਕਰਦੀਆਂ ਹਨ। ਦੂਸਰਾ, ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਸਿਸਟਮ ਬਿਨਾਂ ਆਰਾਮ ਕੀਤੇ ਲੰਮੇ ਸਮੇਂ ਲਈ ਕੰਮ ਕਰ ਸਕਦੇ ਹਨ। ਇਹ ਪ੍ਰਣਾਲੀਆਂ ਮਨੁੱਖਾਂ ਵਾਂਗ ਬਿਮਾਰ ਨਹੀਂ ਹਨ ਅਤੇ ਛੁੱਟੀਆਂ ਨਹੀਂ ਲੈਂਦੀਆਂ। ਤੀਸਰਾ, ਮਸ਼ੀਨਾਂ ਭਾਵਨਾਹੀਨ ਹਨ, ਇਸ ਲਈ ਭਾਵਨਾਤਮਕ ਰੁਕਾਵਟਾਂ ਮਸ਼ੀਨਾਂ ਜਾਂ ਰੋਬੋਟਾਂ ਨੂੰ ਕੰਮ ਕਰਨ ਤੋਂ ਨਹੀਂ ਰੋਕ ਸਕਦੀਆਂ। ਚੌਥਾ, ਇਹਨਾਂ ਪ੍ਰਣਾਲੀਆਂ ਦੇ ਸੰਚਾਲਨ ਵਿੱਚ ਗਲਤੀ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਅੱਗੇ ਹੁਣ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਹਾਨੀਆਂ ਬਾਰੇ ਜਾਣ ਲੈਂਦੇ ਹਾਂ। ਸੋ ਇਹਨਾਂ ਮਸ਼ੀਨਾਂ ਵਿੱਚ ਕੋਈ ਹਮਦਰਦੀ ਨਹੀਂ ਹੁੰਦੀ। ਇਹਨਾਂ ਪ੍ਰਣਾਲੀਆਂ ਦੀ ਬਹੁਤ ਜ਼ਿਆਦਾ ਵਰਤੋਂ ਬੇਰੁਜ਼ਗਾਰੀ ਨੂੰ ਵਧਾਏਗੀ। ਜੇ ਇਹ ਪ੍ਰਣਾਲੀਆਂ ਟੁੱਟ ਜਾਂਦੀਆਂ ਹਨ ਤਾਂ ਇਹਨਾਂ ਵਿੱਚ ਸਟੋਰ ਕੀਤਾ ਮਹੱਤਵਪੂਰਨ ਡਾਟਾ ਵੀ ਖਤਮ ਹੋ ਜਾਵੇਗਾ। ਇਹਨਾਂ ਪ੍ਰਣਾਲੀਆਂ ਦੀ ਦੁਰਵਰਤੋਂ ਹੋ ਸਕਦੀ ਹੈ ਜੇ ਇਹ ਗਲਤ ਹੱਥਾਂ ਵਿੱਚ ਪੈ ਜਾਂਦੇ ਹਨ। ਅੱਗੇ ਸਾਡੇ ਕੋਲ ਪ੍ਰਸ਼ਨ ਨੰਬਰ 9 ਹੈ ਐਕਸਪਰਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸੋ। ਐਕਸਪਰਟ ਸਿਸਟਮ ਦੀਆਂ ਵਿਸ਼ੇਸ਼ਤਾਵਾਂ, ਜਿਸ ਵਿੱਚ ਪਹਿਲਾ ਹੈ ਮੁਹਾਰਤ। ਸੋ ਮਾਹਰ ਪ੍ਰਣਾਲੀਆਂ ਇੱਕ ਖਾਸ ਖੇਤਰ ਵਿੱਚ ਮੁਹਾਰਤ ਰੱਖਦੀਆਂ ਹਨ। ਉਦਾਹਰਨ ਦੇ ਲਈ ਮਾਈਸਿਨ ਮਾਹਰ ਪ੍ਰਣਾਲੀ ਖੂਨ ਦੀਆਂ ਲਾਗਾਂ ਦੇ ਇਲਾਜ ਵਿੱਚ ਮਹਾਰਤ ਰੱਖਦੀ ਹੈ। ਦੂਸਰਾ, ਤੇਜ਼ ਪ੍ਰਤੀਕਿਰਿਆ ਸਮਾਂ। ਸੋ ਮਾਹਰ ਸਿਸਟਮ ਉਹਨਾਂ ਤੋਂ ਪੁੱਛੇ ਜਾ ਰਹੇ ਪ੍ਰਸ਼ਨਾਂ ਦੇ ਤੁਰੰਤ ਜਵਾਬ ਪ੍ਰਦਾਨ ਕਰਦੇ ਹਨ। ਤੀਸਰਾ, ਭਰੋਸੇਯੋਗਤਾ। ਸੋ ਮਾਹਰ ਪ੍ਰਣਾਲੀਆਂ ਦੁਆਰਾ ਕੋਈ ਗਲਤੀ ਨਹੀਂ ਕੀਤੀ ਜਾਂਦੀ, ਇਸ ਲਈ ਉਹ ਭਰੋਸੇਯੋਗ ਹੁੰਦੇ ਹਨ। ਚੌਥਾ, ਫੈਸਲੇ ਦੀ ਗੁਣਵੱਤਾ। ਸੋ ਮਾਹਰ ਪ੍ਰਣਾਲੀਆਂ ਜਾਂ ਐਕਸਪਰਟ ਸਿਸਟਮ ਵਿੱਚ ਉੱਚ ਗੁਣਵੱਤਾ ਦੇ ਫੈਸਲੇ ਲੈਣ ਦੇ ਸਮਰੱਥ ਹੁੰਦੇ ਹਨ। ਪੰਜਵਾਂ, ਇਕਸਾਰ। ਸੋ ਮਾਹਰ ਪ੍ਰਣਾਲੀਆਂ ਹਮੇਸ਼ਾ ਉਹੀ ਪ੍ਰਸ਼ਨਾਂ ਦੇ ਉਹੀ ਉੱਤਰ ਦਿੰਦੀਆਂ ਹਨ। ਛੇਵਾਂ, ਘੱਟ ਲਾਗਤ। ਇਹ ਵੱਖ-ਵੱਖ ਖੇਤਰਾਂ ਜਿਵੇਂ ਕਿ ਮੈਡੀਕਲ ਜਾਂਚ ਲਈ ਕਿਸੇ ਮਾਹਰ ਦੀ ਸਲਾਹ ਲੈਣ ਦੀ ਲਾਗਤ ਨੂੰ ਘਟਾਉਂਦਾ ਹੈ। ਸੋ ਬੱਚਿਓ, ਮੈਨੂੰ ਉਮੀਦ ਹੈ ਹੁਣ ਤੱਕ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ। ਸੋ ਇਸ ਪੂਰੀ ਵੀਡੀਓ ਵਿੱਚ ਦਿੱਤੇ ਗਏ ਪ੍ਰਸ਼ਨਾਂ ਦੀ ਦੁਹਰਾਈ ਕਰਕੇ ਤੁਸੀਂ ਆਪਣੇ ਟਰਮ 2 ਦੀ ਪ੍ਰੀਖਿਆ ਵਿੱਚ ਵਧੀਆ ਅੰਕ ਲੈ ਸਕਦੇ ਹੋ। ਧੰਨਵਾਦ।